जी दोस्तों, पंजाब साहित्य अकादमी ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਅਮਰਜੀਤ ਕੌਂਕੇ ਹੋਰਾਂ ਦਾ ਇੱਕ ਸ਼ੇਅਰ ਹੈ ਕਵਿਤਾ ਦਾ, ਇੱਕ ਪੀਸ ਹੈ ਕਵਿਤਾ ਦਾ ਕਿ ਪਿਆਸ ਜੇ ਬਿਰਖ ਦੀ ਹੋਵੇ ਤਾਂ ਸਮਝ ਲੱਗਦੀ, ਪਿਆਸ ਜੇ ਰੇਤ ਦੀ ਹੋਵੇ ਤਾਂ ਮਨ ਲੱਗਦੀ, ਪਿਆਸ ਜੇ ਪੱਥਰ ਨੂੰ ਲੱਗੇ ਤਾਂ ਗੱਲ ਫੱਬਦੀ, ਪਰ ਪਿਆਸ ਜਦੋਂ ਪਾਣੀਆਂ ਦੀ ਰੂਹ 'ਚ ਹੀ ਵਸ ਜਾਵੇ ਤਾਂ ਜਲਦੀ ਪਿਆਸ ਨੂੰ ਫਿਰ ਕੌਣ ਬੁਝਾਵੇ। ਵਾਹ ਦੋਸਤੋ, ਆਪਾਂ ਇਹੋ ਜਿਹੇ ਦੌਰ ਦੇ ਵਿੱਚ ਵਿਚਰ ਰਹੇ ਹਾਂ ਜਦੋਂ ਪਿਆਸ ਨੂੰ ਵੀ ਪਿਆਸ ਲੱਗੀ ਹੋਈ ਹੈ। ਸੰਕਟ ਕਾਲ ਦੇ ਅਸੀਂ ਇਸ 21ਵੇਂ ਐਪੀਸੋਡ ਦੇ ਵਿੱਚ ਲਗਾਤਾਰ 20 ਦਿਨ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਰੂਬਰੂ ਹੋ ਕੇ ਅੱਜ ਸਾਡੇ ਨਾਲ ਜੋ ਦੋ ਮਹਿਮਾਨ ਜੁੜੇ ਨੇ, ਉਹਨਾਂ ਦੇ ਵਿੱਚੋਂ ਪਹਿਲੇ ਮਹਿਮਾਨ ਨੇ ਸਰਦਾਰ ਬਲਜੀਤ ਸਿੰਘ ਜੀ। ਸਰਦਾਰ ਬਲਜੀਤ ਸਿੰਘ ਜੀ, ਤੁਹਾਡਾ ਸਵਾਗਤ। ਇੱਕ ਵਾਰੀ ਦਰਸ਼ਨ ਦੇ ਦਿਓ ਜੀ। ਲਾਈਵ ਬਹੁਤ ਧੰਨਵਾਦ ਕੁਲਦੀਪ ਜੀ। ਸਾਰੇ ਜਿਹੜੇ ਜੁੜੇ ਹੋਏ ਨੇ ਆਪਣੇ ਨਾਲ, ਉਹਨਾਂ ਨੂੰ ਵੀ ਖੁਸ਼ ਆਮਦੇਦ, ਸ਼ੁਕਰੀਆ ਜੀ। ਤੇ ਸਾਡੇ ਨਾਲ ਦੂਜੇ ਮਹਿਮਾਨ ਜੋ ਜੁੜੇ ਹੋਏ ਨੇ ਉਹਨੇ ਅਮਰਜੀਤ ਕੌਂਕੇ ਜੀ। ਅਮਰਜੀਤ ਕੌਂਕੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਨੇ ਤੇ ਬਲਜੀਤ ਸਿੰਘ ਬਹੁਤ ਵੱਡੇ ਵਾਰਤਕਕਾਰ ਨੇ। ਅਸੀਂ ਗੱਲਬਾਤ ਕਰਾਂਗੇ ਬਲਜੀਤ ਸਿੰਘ ਹੋਰਾਂ ਦੇ ਨਾਲ ਤੇ ਸਿਰਜਣਾ ਦੇ ਪਲਾਂ ਦੇ ਵਿੱਚ ਮਾਣਾਂਗੇ ਅਮਰਜੀਤ ਕੌਂਕੇ ਹੋਰਾਂ ਨੂੰ। ਇਸ ਤੋਂ ਪਹਿਲਾਂ ਕਿ ਮੈਂ ਸਾਡੇ ਦੋਨਾਂ ਮਹਿਮਾਨਾਂ ਦਾ ਤਾਰਫ ਤੁਹਾਡੇ ਨਾਲ ਕਰਵਾਵਾਂ, ਮੈਂ ਬੇਨਤੀ ਕਰੂੰਗਾ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ ਕਿ ਉਹ ਆਪਣੇ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿਣਗੇ ਤੇ ਉਸ ਤੋਂ ਬਾਅਦ ਆਪਾਂ ਫਿਰ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ। ਡਾਕਟਰ ਸਰਬਜੀਤ ਕੌਰ ਸੋਹਲ, ਪ੍ਰਧਾਨ ਪੰਜਾਬ ਸਾਹਿਤ ਅਕਾਦਮੀ। ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਦੀਪ ਜੀ। ਮੇਰੀ ਰਿਕੁਐਸਟ ਹੈ ਕਿ ਲਾਈਵ ਜਿਹੜਾ ਤੁਸੀਂ ਉਹ ਆਪਸ਼ਨ ਦੇ ਦਿਓ ਸ਼ੇਅਰ ਕਰਨ ਵਾਲੀ, ਤਾਂ ਕਿ ਉਹ ਬਾਕੀ ਮੈਂ ਕਰ ਹਾਂਜੀ ਕਹਿੰਦੇ ਨੇ ਕਿ ਜਿਹੜੇ ਮੌਜੂਦਾ ਹਾਲਾਤ ਨੇ ਕਿ ਕੱਲਿਆਂ ਰੋਣਾ ਛੱਡ ਕੇ ਚੱਲ ਹੁਣ ਦਰਦ ਵੰਡਾ ਲਈਏ, ਸਾਹਾਂ ਦਾ ਸੰਗੀਤ ਵੀ ਸੁਣੀਏ, ਦਿਲ ਨੂੰ ਜਿਉਣ ਦਾ ਵੱਲ ਦਈਏ, ਟੁੱਟੀਆਂ ਠਰੀਆਂ ਬੇਦਿਲ ਰੀਝਾਂ ਚੱਲ ਆਪਾਂ ਗਰਮਾ ਲਈਏ, ਜ਼ਿੰਦਗੀ ਕਿੰਨੀ ਥੋੜ ਚਿਰੀਏ, ਪਿਆਰ ਦੀ ਰੀਤ ਨਿਭਾ ਲਈਏ, ਸਾਹਾਂ ਦੀ ਸਰਗਮ ਤੇ ਅੜਿਆ ਪਿਆਰ ਦੀ ਅਨਹਦ ਧੁਨ ਸੁਣੀਏ, ਖਾਮੋਸ਼ ਉਦਾਸ ਅਤ੍ਰਿਪਤ ਰੂਹਾਂ ਨੂੰ ਨੱਚਣ ਦੇ ਲਈ ਝੱਲ ਦਈਏ। ਸੋ ਇਹ ਨੱਚਣ ਦਾ ਝੱਲ ਇਸ ਸੰਕਟਕਾਲੀਨ ਸਮੇਂ ਦੇ ਵਿੱਚ ਉਸ ਨੂੰ ਪ੍ਰਗਟਾਉਣ ਦੀ ਵਿਧਾ ਹੈ ਸਾਹਿਤ ਤੇ ਜਿਹੜਾ ਸਾਨੂੰ ਤੁਹਾਡੇ ਨਾਲ ਜੋੜਦਾ ਹੈ। ਆਵਾਜ਼ ਨਹੀਂ ਆ ਰਹੀ ਜੀ। ਡਾਕਟਰ ਸਾਹਿਬ ਤੁਹਾਡੇ ਤੋਂ ਹੁਣ ਇਹ ਕੋਈ ਗੱਲ ਨਹੀਂ ਸੁਣੀ ਮੇਰੀ? ਨਾ ਸੁਣ ਰਹੇ ਬੋਲੋ। ਸੁਣ ਰਹੇ, ਬਿਲਕੁਲ ਆ ਰਹੀ ਹੈ ਆਵਾਜ਼ ਜੀ। ਸੋ ਅੱਜ ਸਾਡੇ ਇਸ ਪ੍ਰੋਗਰਾਮ ਦੀ ਲੜੀ ਦੇ ਵਿੱਚ ਸੰਕਟ ਕਾਲ ਤੇ ਅਸੀਂ ਦੀ 21ਵਾਂ ਹੈ ਤੇ ਮੈਨੂੰ ਲੱਗਦਾ ਹੈ ਕਿ ਇੰਨੀ ਲਗਾਤਾਰਤਾ ਦੇ ਨਾਲ ਅੱਜ ਤੱਕ ਕਦੇ ਵੀ ਕਿਸੇ ਵੀ ਅਕਾਦਮੀ ਦਾ ਜਾਂ ਕਿਸੇ ਵੀ ਇੰਨਾ ਲੰਮਾ ਚੱਲਣ ਵਾਲਾ ਪ੍ਰੋਗਰਾਮ ਨਹੀਂ ਹੋਇਆ ਹੋਣਾ। ਸੋ ਇਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ, ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਇਹ ਕਰ ਪਾ ਰਹੇ ਹਾਂ। ਸੋ ਅੱਜ ਜਿਹੜਾ ਸਾਡਾ ਵਿਸ਼ਾ ਹੈ ਮੀਡੀਆ, ਸਾਹਿਤ ਤੇ ਸੱਭਿਆਚਾਰ, ਇਹਦੇ ਲਈ ਸਾਡੇ ਅੱਜ ਦੇ ਮਹਿਮਾਨ ਨੇ ਬਲਜੀਤ ਸਿੰਘ ਜੀ। ਸਰ ਕੌਂਕੇ ਸਾਹਿਬ, ਆਵਾਜ਼ ਠੀਕ ਹੈ? ਤੁਸੀਂ ਆਪਣੀ ਆਵਾਜ਼ ਚੈੱਕ ਕਰੋ ਇਧਰੋਂ, ਤੁਸੀਂ ਮਾਈਕ ਮਿਊਟ ਕੀਤਾ ਹੈ ਜੀ। ਮੈਮ ਲੇਖਕ ਨੇ ਬਲਜੀਤ ਸਿੰਘ ਜੀ ਔਰ ਟੀਵੀ ਤੇ ਸਹਾਇਕ ਡਾਇਰੈਕਟਰ ਰਹੇ ਨੇ ਦੂਰਦਰਸ਼ਨ ਜਲੰਧਰ ਦੇ ਵਿੱਚ। ਤੇ ਅਮਰਜੀਤ ਕੌਂਕੇ ਜੀ ਵੈਲ ਰਿਨਾਊਂਡ ਪਰਸਨੈਲਿਟੀ ਨੇ, ਇੱਕ ਮੈਗਜ਼ੀਨ ਵੀ ਕੱਢਦੇ ਨੇ ਔਰ ਉਹਦੇ ਨਾਲ ਬਹੁਤ ਸਾਰਾ ਅਨੁਵਾਦ ਦਾ ਕੰਮ ਕੀਤਾ ਹੈ ਕਿ ਇੱਕ ਭਾਸ਼ਾ ਦਾ ਸਾਹਿਤ ਦੂਜੀ ਦੇ ਵਿੱਚ ਉਹਦਾ ਟਰਾਂਸਲੇਸ਼ਨ ਕਰਨੀ, ਇਹ ਸਭ ਤੋਂ ਵੱਡੀ ਚੀਜ਼ ਹੈ ਕਿ ਅਸੀਂ ਬਾਕੀਆਂ ਭਾਸ਼ਾਵਾਂ ਦੇ ਸਾਹਿਤ ਨਾਲ ਵੀ ਜਾਣੂ ਹੁੰਦੇ ਹਾਂ। ਸੋ ਬਲਜੀਤ ਸਿੰਘ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਉਦੋਂ ਜਦੋਂ ਇਹ ਪ੍ਰੋਗਰਾਮ ਚੱਲਦਾ ਹੁੰਦਾ ਸੀ, ਸੰਦਲੀ ਪੈਣਾ, ਤਾਂ ਮੈਨੂੰ ਬਹੁਤ ਚੰਗਾ ਇਹ ਸ਼ਬਦ ਬਹੁਤ ਚੰਗਾ ਲੱਗਦਾ ਹੁੰਦਾ ਸੀ। ਤੇ ਜਦੋਂ ਸਾਡਾ ਮੰਗਣਾ ਹੋਇਆ ਸੋਹਲ ਸਾਹਿਬ ਨਾਲ ਤੇ ਉਹਨਾਂ ਦਾ ਪਿੰਡ ਜਦੋਂ ਪੁੱਛਿਆ ਤੇ ਕਹਿੰਦੇ ਸੰਦਲੀ, ਤੇ ਮੈਨੂੰ ਨਾ ਹੀ ਇੰਨਾ ਸੋਹਣਾ ਲੱਗਾ।
ਸੋ ਸਾਡਾ ਮੇਰੇ ਸਹੁਰਿਆਂ ਦਾ ਪਿੰਡ ਸੰਦਲੀ ਆ, ਤੇ ਉਦੋਂ ਸੰਦਲੀ ਪੈਣਾ ਚੱਲਦਾ ਹੁੰਦਾ ਸੀ। ਸੋ ਬੜਾ ਮਿੱਠਾ ਜਿਹਾ ਸ਼ਬਦ ਆ ਇਹ, ਤੇ ਪ੍ਰੋਗਰਾਮ ਦੀ ਵੀ ਬਹੁਤ ਵਾਹ ਹੋਈ, ਬਹੁਤ ਕੁਝ ਵੇਖਿਆ ਸੁਣਿਆ ਸਭ ਨੇ। ਤੇ ਮੈਨੂੰ ਲੱਗਦਾ ਕਿ ਅੱਜ ਸ਼ਾਇਦ ਇਹ ਭਾਗਾਂ ਵਾਲਾ ਦਿਨ ਹੀ ਹੈ ਕਿ ਤੁਸੀਂ ਸਾਰਿਆਂ ਨੂੰ ਇੰਟਰੋਡਿਊਸ ਕਰਾਉਂਦੇ ਹੋ, ਸਾਰਿਆਂ ਦੇ ਪ੍ਰੋਗਰਾਮ ਕੀਤੇ ਆ, ਤੇ ਅੱਜ ਅਸੀਂ ਤੁਹਾਨੂੰ ਸਾਰਿਆਂ ਦੇ ਰੂਬਰੂ ਕਰ ਰਹੇ ਹਾਂ ਇੱਕ ਲੇਖਕ ਵਜੋਂ। ਆਮ ਤੌਰ ਤੇ ਕਿਸੇ ਅਹੁਦੇ ਤੇ ਹੋਵੇ ਕੋਈ ਵਿਅਕਤੀ ਤੇ ਉਹਦੀ ਪਛਾਣ ਗੁੰਮ ਜਾਂਦੀ ਆ, ਕਿ ਉਹਨੂੰ ਸਿਰਫ ਇੱਕ ਪ੍ਰੋਫੈਸ਼ਨ 'ਚ ਲੈ ਲਿਆ ਜਾਂਦਾ ਆ ਕਿ ਇਹ ਡਾਇਰੈਕਟਰ ਨੇ, ਇਹ ਬਸ ਪ੍ਰਿੰਸੀਪਲ ਨੇ, ਜਾਂ ਇਹ ਲਾਈਕ ਸਕੂਲ ਦੇ ਵਿੱਚ ਨੇ। ਸੋ ਉਹ ਜਿਹੜੀ ਇੱਕ ਲੇਖਕ ਵਜੋਂ, ਕਿਉਂਕਿ ਆਪਾਂ ਮਲਟੀਪਲ ਕੰਮ ਕਰ ਰਹੇ ਹੁੰਦੇ ਆ, ਸੋ ਅੱਜ ਤੁਹਾਨੂੰ ਲੇਖਕ ਵਜੋਂ ਵੀ ਜਾਣਾਂਗੇ, ਔਰ ਇਸ ਸਮੇਂ ਦੇ ਵਿੱਚ ਮੀਡੀਆ, ਸਾਹਿਤ, ਸੱਭਿਆਚਾਰ ਬਾਰੇ ਗੱਲਬਾਤ ਵੀ ਕਰਾਂਗੇ। ਤੇ ਇੱਕ ਪਿੱਛੇ ਜੇ ਮੈਂ ਪੜ੍ਹ ਰਹੀ ਸੀ ਤੇ ਉਹ ਮੈਨੂੰ ਇਹ ਲੱਗਾ ਕਿ ਹੁਣ ਅੱਗੇ ਹੁੰਦਾ ਸੀ ਕਿ ਜਦੋਂ ਉਸ ਵੇਲੇ ਪ੍ਰੋਗਰਾਮ ਬਣਦੇ ਸੀਗੇ, ਸੰਦਲੀ ਪੈੜਾ ਜਾਂ ਦੂਰਦਰਸ਼ਨ ਦੇ ਪ੍ਰੋਗਰਾਮ, ਉਹਨਾਂ ਦੇ ਵਿੱਚ ਰਿਐਲਿਟੀ ਹੁੰਦੀ ਸੀ, ਖਬਰਾਂ ਸੱਚੀਆਂ ਹੁੰਦੀਆਂ ਸੀ, ਉਹਨਾਂ ਤੇ ਇਤਬਾਰ ਕਰਨ ਨੂੰ ਜੀ ਕਰਦਾ ਸੀ। ਤੇ ਹੁਣ ਤੁਸੀਂ ਕੋਈ ਵੀ ਚੈਨਲ ਲੈ ਲਓ, ਤੁਹਾਨੂੰ ਲੱਗਦਾ ਹੈ ਕਿ ਸਾਰੇ ਹੀ ਝੂਠ ਬੋਲ ਰਹੇ ਆ। ਆਪਾਂ ਨਵਾਂ ਸ਼ਬਦ ਸੁਣਿਆ, ਗੋਦੀ ਮੀਡੀਆ। ਮੈਨੂੰ ਤਾਂ ਪਹਿਲਾਂ ਸਮਝ ਹੀ ਨਹੀਂ ਸੀ ਆਉਂਦੀ ਵੀ ਗੋਦੀ ਮੀਡੀਆ ਕਹਿੰਦੇ ਕਿਹਨੂੰ ਆ। ਸੋ ਇਹ ਚੀਜ਼ਾਂ ਮੈਂ ਵੇਖਿਆ ਕਿ ਹੁਣ ਜਿਹੜੇ ਮੀਡੀਆ ਹੈ, ਉਹ ਅੱਗੇ ਕਹਿੰਦੇ ਹੁੰਦੇ ਸੀ ਨਾ, ਇਹਨੇ ਉਹਦੀਆਂ ਅੱਖਾਂ 'ਚ ਧੂੜ ਝੋਕਤੀ, ਤੇ ਹੁਣ ਮੀਡੀਆ ਸਾਨੂੰ ਇੱਕ ਇਮੇਜ, ਇੱਕ ਸੋਚ, ਇੱਕ ਵਿਚਾਰ ਦੇ ਰਿਹਾ, ਸਾਡੇ ਅੰਦਰ ਅਚੇਤ ਰੂਪ ਦੇ ਵਿੱਚ ਉਹ ਘਰ ਕਰ ਰਿਹਾ, ਤੇ ਉਹਦੇ ਤੋਂ ਸਾਨੂੰ ਬਚਣ ਦੀ, ਬਚਾਉਣ ਦੀ ਬੜੀ ਲੋੜ ਆ, ਪਰ ਅਸੀਂ ਅਜੇ ਉਹਦੇ ਬਾਰੇ ਅਵੇਅਰ ਨਹੀਂ ਹੈਗੇ। ਸੋ ਅੱਜ ਅਸੀਂ ਆਪਾਂ ਸਾਰੇ ਇਹ ਗੱਲਾਂ ਕਰਾਂਗੇ। ਤੇ ਮੇਰੇ ਵੱਲੋਂ ਤੁਹਾਨੂੰ ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੇ ਨਿੱਘੀ ਜੀ ਆਇਆਂ। ਕੌਂਕੇ ਜੀ ਨੂੰ ਵੀ ਅੱਜ ਅਸੀਂ ਇਹਨਾਂ ਦੀਆਂ ਕਵਿਤਾਵਾਂ ਸੁਣਾਂਗੇ, ਔਰ ਸਾਡੇ ਉਹਨਾਂ ਸਾਰੇ ਪਿਆਰੇ ਪਿਆਰੇ ਮੁਹੱਬਤੀ ਦਰਸ਼ਕਾਂ, ਸਰੋਤਿਆਂ ਨੂੰ ਵੀ ਜੀ ਆਇਆ ਜੋ ਹਰ ਰੋਜ਼ ਸਾਡੇ ਨਾਲ ਸ਼ਾਮਲ ਹੁੰਦੇ ਨੇ। ਤੁਸੀਂ ਸੱਚ ਮੰਨਿਓ, ਜਦੋਂ ਤੁਹਾਡੇ ਵਿਊਜ਼ ਮੇਰੇ ਦੂਸਰੇ ਫੋਨ ਤੇ ਨਾਲ ਚੱਲ ਰਹੇ ਹੁੰਦੇ ਨੇ, ਤੇ ਮੈਨੂੰ ਏਦਾਂ ਲੱਗ ਰਿਹਾ ਹੁੰਦਾ ਕਿ ਅਸੀਂ ਸਾਰੇ ਇਕੱਠੇ ਆ, ਇੱਕ ਸਾਂਝ, ਇੱਕ ਵੇਵਲੈਂਥ ਜਿਹੜੀ ਆ ਭਾਵਾਂ ਦੀ, ਭਾਵਨਾਵਾਂ ਦੀ, ਜਜ਼ਬਿਆਂ ਦੀ, ਉਹ ਇੱਕ ਜਿਹੜੇ ਸੰਕਟ ਕਾਲ 'ਚ ਅਸੀਂ ਇਕੱਠੇ ਇੱਕ ਮੰਚ ਤੇ ਹੋਏ ਆ, ਉਹ ਸਾਂਝ ਜਿਹੜੀ ਉਹ ਬੜੀ ਵਡਮੁੱਲੀ ਆ। ਸੋ ਇਹ ਸਾਡੀ ਪ੍ਰਾਪਤੀ ਆ, ਤੇ ਇਹ ਮੈਨੂੰ ਇਹ ਬੜਾ ਵਡਮੁੱਲਾ ਅਹਿਸਾਸ ਸਾਨੂੰ ਪ੍ਰਾਪਤ ਹੋਇਆ। ਸੋ ਇਹਨਾਂ ਸ਼ਬਦਾਂ ਦੇ ਨਾਲ ਮੇਰੇ ਵੱਲੋਂ ਆਪ ਸਭ ਨੂੰ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਸਰ ਮੈਮ। ਮੈਂ ਗੱਲ ਕਰਦਾ ਬਲਜੀਤ ਸਿੰਘ ਹੋਰਾਂ ਬਾਰੇ। ਵੈਸੇ ਸਰਬਜੀਤ ਸੋਲ ਹੋਰਾਂ ਨੇ ਕੁਝ ਸੰਕੇਤ ਤੁਹਾਨੂੰ ਦਿੱਤੇ ਨੇ ਇਹਨਾਂ ਦੀ ਪਰਸਨੈਲਿਟੀ ਬਾਰੇ। ਜੇ ਵਿਸਥਾਰ ਥੋੜੀ ਜਿਹੀ ਗੱਲ ਕਰਾਂ ਤਾਂ ਬਲਜੀਤ ਸਿੰਘ ਹੋਰਾਂ ਨੇ ਜਿਹੜਾ ਆਪਣਾ ਕੈਰੀਅਰ ਹੈ ਉਹ ਆਲ ਇੰਡੀਆ ਰੇਡੀਓ ਜਲੰਧਰ ਤੋਂ ਸ਼ੁਰੂ ਕੀਤਾ। ਉਸ ਤੋਂ ਬਾਅਦ ਅਸਿਸਟੈਂਟ ਡਾਇਰੈਕਟਰ ਪ੍ਰੋਗਰਾਮ ਵਜੋਂ ਇਹ ਰਿਟਾਇਰ ਹੋਏ ਦੂਰਦਰਸ਼ਨ ਤੋਂ। ਤੇ ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਦੂਰਦਰਸ਼ਨੀ ਇੱਕ ਮਾਧਿਅਮ ਹੁੰਦਾ ਸੀ ਸਾਨੂੰ ਰੂਬਰੂ ਕਰਨ ਦਾ, ਦੁਨੀਆ ਦੇ ਨਾਲ ਜੋੜਨ ਦਾ। ਤੇ ਉਸ ਮਾਧਿਅਮ ਤੇ ਜਦੋਂ ਸੰਦਲੀ ਪੈੜਾਂ ਵਰਗੇ ਪ੍ਰੋਗਰਾਮ ਚੱਲਦੇ ਸੀ, ਤੇ ਜਦੋਂ ਵਿਰਾਸਤ ਵਰਗੇ ਪ੍ਰੋਗਰਾਮ ਚੱਲਦੇ ਸੀ, ਜਦੋਂ ਵਗਦੀ ਸੀ ਰਾਵੀ ਵਰਗੇ ਪ੍ਰੋਗਰਾਮ ਚੱਲਦੇ ਸੀ, ਤਾਂ ਇੰਝ ਲੱਗਦਾ ਸੀ ਜਿਵੇਂ ਸਮਾਂ ਰੁਕ ਗਿਆ ਹੋਵੇ। ਦੂਰਦਰਸ਼ਨ ਦੇ ਉੱਤੇ ਬਲਜੀਤ ਹੋਰਾਂ ਦੀ ਆਵਾਜ਼ ਇਸ ਤਰ੍ਹਾਂ ਗੂੰਜਦੀ ਸੀ ਜਿਵੇਂ ਠਰੀ ਹੋਈ ਰਾਤ ਦੇ ਵਿੱਚ ਕਿਤੇ ਕੋਈ ਬੰਸਰੀ ਵੱਜ ਰਹੀ ਹੋਵੇ ਦੂਰ। ਤੇ ਅਸੀਂ ਸਾਰੇ ਟਿਕ ਕੇ ਮੰਤਰ ਮੁਗਧ ਹੋ ਕੇ ਇਹਨਾਂ ਦੀ ਆਵਾਜ਼ ਨੂੰ ਸੁਣਦੇ ਹੁੰਦੇ ਸੀ। ਕੌਣ ਰਾਹਾਂ ਚੋਂ ਲੰਘਿਆ, ਸੰਦਲੀ ਪੈੜਾਂ ਪਈਆਂ ਨੇ, ਬਹੁਤ ਖੂਬਸੂਰਤ ਗੀਤ ਦੇ ਨਾਲ ਉਹ ਪ੍ਰੋਗਰਾਮ ਚੱਲਦੇ ਹੁੰਦੇ ਸੀ। ਤੇ ਹੋਰ ਵੀ ਕਮਾਲ ਦੀ ਗੱਲ ਹੈ ਕਿ ਬਤੌਰ ਲੇਖਕ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਪਹਿਲਾ ਖਤ ਆਖਰੀ, ਵਰਕਾ ਵਰਕਾ ਵਜੂਦ, ਤਨਹਾ ਤਨਹਾ ਤਾਰੇ, ਗੁਫ਼ਤਗੂ ਗਰਦਿਸ਼ ਗੁਬਾਰ, 1184, ਸੈਲਾਬ, ਅੰਨਾ ਖੂਹ, ਤੇ ਇੱਕ ਕਿਤਾਬ ਹੈ ਉਹਦਾ ਨਾਂ ਹੀ ਕਿਤਾਬ ਹੈ, ਉਸ ਕਿਤਾਬ ਦਾ ਨਾਂ ਵੀ ਕਿਤਾਬ ਹੈ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਕਿ ਇੰਨੀਆਂ ਖੂਬਸੂਰਤ ਵਾਰਤਕ ਦੀਆਂ ਕਿਤਾਬਾਂ ਨੇ ਤੇ ਨਾਵਲ ਨੇ। ਤੇ ਜੇ ਨਾਨਕ ਸਿੰਘ ਤੋਂ ਬਾਅਦ ਮੈਨੂੰ ਲੱਗਦਾ ਜਿਵੇਂ ਕਿਸੇ ਕਿਤਾਬ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਰੌਚਕਤਾ ਸ਼ੈਲੀ ਪੱਖੋਂ ਤੇ ਕਥਾ ਰਸ ਦੇ ਪੱਖੋਂ, ਤਾਂ ਨਾਨਕ ਸਿੰਘ ਤੋਂ ਬਾਅਦ ਮੈਂ ਬਲਜੀਤ ਹੋਰਾਂ ਦੀਆਂ ਕਿਤਾਬਾਂ ਤੋਂ ਪ੍ਰਭਾਵਿਤ ਹੋਇਆ। ਤੇ ਇਹਨਾਂ ਦੀਆਂ ਕਿਤਾਬਾਂ ਮੈਂ ਸੈਂਕੜੇ ਵਿਦਿਆਰਥੀਆਂ ਨੂੰ ਪੜ੍ਹਾਈਆਂ ਨੇ, ਤੇ ਲੋਕ ਨਾ ਮੰਗਦੇ ਨੇ ਉਸ ਤੋਂ ਬਾਅਦ ਕਿ ਕਿਤਾਬਾਂ ਮਿਲਣਗੀਆਂ ਕਿੱਥੋਂ। ਸੋ ਬਹੁਤ ਖੂਬਸੂਰਤ ਵਾਰਤਕ, ਬਹੁਤ ਖੂਬਸੂਰਤ ਗਲਪ, ਬਹੁਤ ਖੂਬਸੂਰਤ ਨਾਵਲ ਇਹਨਾਂ ਨੇ ਲਿਖੇ ਨੇ, ਤੇ ਹਰ ਪਾਠਕ ਨੂੰ ਜ਼ਰੂਰ ਪੜ੍ਹਨੇ ਚਾਹੀਦੇ ਨੇ ਉਹ। ਤੁਸੀਂ ਮਤਲਬ ਤੁਹਾਨੂੰ ਪਛਤਾਵਾ ਨਹੀਂ ਹੋਊਗਾ ਕਿ ਮੈਂ ਕਿਹੋ ਜਿਹੀ ਕਿਤਾਬ ਪੜ੍ਹੀ ਹੈ। ਇੰਨਾ ਜ਼ਿਆਦਾ ਰਸ ਹੈ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ 2 ਖੱਤ, ਫਤਿਹਨਾਮਾ ਤੇ ਜ਼ਫਰਨਾਮਾ ਨੂੰ ਆਪਣੀ ਬਹੁਤ ਸੁਰੀਲੀ ਆਵਾਜ਼ ਦੇ ਵਿੱਚ
ਉਹਨਾਂ ਦਾ ਅਨੁਵਾਦ ਵੀ ਕੀਤਾ ਤੇ ਉਹਨਾਂ ਨੂੰ ਰਿਕਾਰਡ ਵੀ ਕਰਵਾਇਆ। ਸੋ ਬਹੁਤ ਮਾਣ ਹੈ ਸਾਨੂੰ ਬਲਜੀਤ ਸਰ ਹੋਰਾਂ ਤੇ। ਇਹਨਾਂ ਨਾਲ ਆਪਾਂ ਖੁੱਲੀਆਂ ਗੱਲਾਂ ਬਾਤਾਂ ਕਰਦੇ ਹਾਂ ਇਸ ਤੋਂ ਬਾਅਦ। ਪਰ ਦੂਜੇ ਪਾਸੇ ਮੇਰੇ ਨਾਲ ਨੇ ਅਮਰਜੀਤ ਕੌਂਕੇ, ਜਿਹੜੇ ਪੰਜਾਬੀ ਦੇ ਬਹੁਤ ਵੱਡੇ ਕਵੀ ਨੇ। ਇਕੱਲੇ ਇੱਕ ਕਵੀ ਨਹੀਂ ਹੈਗੇ, ਦੂਜੀਆਂ ਭਾਸ਼ਾਵਾਂ ਤੇ ਪੰਜਾਬੀ ਦੇ ਵਿਚਕਾਰ ਪੁਲ ਦਾ ਕੰਮ ਕਰਦੇ ਨੇ। ਇਹਨਾਂ ਨੇ 35 ਦੇ ਕਰੀਬ ਕਿਤਾਬਾਂ ਦਾ ਅਨੁਵਾਦ ਕੀਤਾ ਹੈ ਦੂਜੀਆਂ ਭਾਸ਼ਾਵਾਂ ਦੇ ਵਿੱਚੋਂ, ਖਾਸ ਤੌਰ ਤੇ ਹਿੰਦੀ ਤੇ ਪੰਜਾਬੀ ਦੇ ਵਿੱਚ ਬਹੁਤ ਵੱਡਾ ਪੁਲ ਨੇ ਇਹ। ਤੇ ਇਹਨਾਂ ਦੀਆਂ ਆਪਣੀਆਂ ਬਹੁਤ ਸਾਰੀਆਂ ਕਿਤਾਬਾਂ ਆਈਆਂ ਨੇ, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਿਮਰਤੀਆਂ ਦੀ ਲਾਲਟੈਨ, ਹਿੰਦੀ ਦੇ ਵਿੱਚ ਮੁੱਠੀ ਭਰ ਰੋਸ਼ਨੀ, ਅੰਧੇਰੇ ਮੇਂ ਆਵਾਜ਼, ਅੰਧਹੀਨ ਦੌੜ, ਬਣ ਰਹੀ ਨਈ ਦੁਨੀਆ। ਇੱਕ ਮੈਗਜ਼ੀਨ ਕੱਢ ਰਹੇ ਨੇ ਪ੍ਰਤਿਮਨ ਨਾਂ ਦਾ। ਇਹਨਾਂ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਜਿਹੜਾ ਅਨੁਵਾਦ ਦਾ ਬਹੁਤ ਵੱਡਾ ਪੁਰਸਕਾਰ ਜਿਹੜਾ ਇਹਨਾਂ ਨੂੰ ਮਿਲ ਚੁੱਕਿਆ ਹੈ। ਸੋ ਅਮਰਜੀਤ ਕੌਂਕੇ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਬਲਜੀਤ ਸਿੰਘ, ਥੈਂਕ ਯੂ, ਧੰਨਵਾਦ ਜੀ, ਧੰਨਵਾਦ ਕੁਲਦੀਪ ਜੀ। ਹਾਂਜੀ ਹਾਂ, ਧੰਨਵਾਦ, ਥੈਂਕ ਯੂ। ਕੌਂਕੇ ਸਾਹਿਬ ਦੀ ਇੱਕ ਕਵਿਤਾ ਦੇ ਨਾਲ ਇਹਨਾਂ ਨੂੰ ਅਸੀਂ ਸੱਦਾ ਦੇਵਾਂਗੇ ਆਪਣੀਆਂ ਕਵਿਤਾਵਾਂ ਹੋਰ ਪੜ੍ਹਨ ਦਾ। ਕਵਿਤਾ ਦੀਆਂ 4 ਲਾਈਨਾਂ ਨੇ ਕਿ ਬਹੁਤ ਉਦਾਸ ਸਾਂ, ਆਪਣੇ ਹੀ ਮੋਢੇ ਤੇ ਸਿਰ ਰੱਖ ਕੇ ਰੋਣ ਲੱਗਿਆ, ਆਪਣੇ ਆਪ ਨੂੰ ਬਾਹਾਂ 'ਚ ਲੈ ਕੇ ਘੁੱਟਿਆ, ਦੇਰ ਤੱਕ ਆਪਣੇ ਆਪ ਨੂੰ ਬੁਰਾਉਂਦਾ ਰਿਹਾ ਆਪ ਹੀ, ਰਾਤ ਹੋਈ ਤਾਂ ਵਿਛਾਲਿਆ ਆਪਣੇ ਆਪ ਨੂੰ ਜ਼ਮੀਨ ਤੇ ਚਾਦਰ ਦੇ ਵਾਂਗ, ਰੱਖ ਕੇ ਸਰਾਣੇ ਖੁਦ ਨੂੰ, ਊੜ ਲਿਆ ਉੱਤੇ ਆਪਣਾ ਆਪ, ਲੰਮੀ ਤਾਣ ਕੇ ਸੌਂ ਗਿਆ। ਵਾਹ, ਬਹੁਤ ਖੂਬਸੂਰਤ ਅਹਿਸਾਸ ਨੇ ਕਵਿਤਾ ਦੇ ਵਿੱਚ ਅਮਰਜੀਤ ਕੌਂਕੇ ਹੋਰਾਂ ਦੀ ਕਵਿਤਾ ਦੇ ਵਿੱਚ। ਸੋ ਪਹਿਲਾਂ ਅਸੀਂ 5 ਤੋਂ ਲੈ ਕੇ 6 ਮਿੰਟ ਤੱਕ ਅਮਰਜੀਤ ਕੌਂਕੇ ਹੋਰਾਂ ਦੀਆਂ ਕਵਿਤਾਵਾਂ ਨੂੰ ਮਾਣਾਂਗੇ ਤੇ ਉਸ ਤੋਂ ਬਾਅਦ ਬਲਜੀਤ ਹੋਰਾਂ ਦੇ ਕਮਾਲ ਦੇ ਸ਼ਬਦਾਂ ਨੂੰ ਅਸੀਂ ਮਾਣਾਂਗੇ। ਅਮਰਜੀਤ ਕੌਂਕੇ ਜੀ। ਡਾਕਟਰ ਕੁਲਦੀਪ ਜੀ, ਡਾਕਟਰ ਸਰਬਜੀਤ ਸੋਹਲ ਮੈਡਮ, ਡਾਕਟਰ ਸਤੀਸ਼ ਕੁਮਾਰ ਵਰਮਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਇਸ ਗੱਲ ਲਈ ਕਿ ਤੁਸੀਂ ਜਿਹੜੇ ਮੈਨੂੰ ਬਹੁਤ ਪਿਆਰੇ ਜਿਹੜੇ ਸਰੋਤੇ ਹਨ ਤੁਹਾਡੇ, ਮੈਂ ਕਿਉਂਕਿ ਅਕਸਰ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਉਹ ਦੇਖਦਾ ਰਹਿੰਦਾ ਹਾਂ, ਤੇ ਤੁਸੀਂ ਸਾਰਿਆਂ ਦੇ ਨਾਲ ਜਿਹੜਾ ਮਿਲਣ ਦਾ ਮੌਕਾ ਦਿੱਤਾ। ਤੇ ਦੂਜੀ ਮੈਨੂੰ ਖੁਸ਼ੀ ਇਸ ਗੱਲ ਦੀ ਕਿ ਮੈਂ ਸਾਡੇ ਬੜੇ ਪਿਆਰੇ ਦੋਸਤ ਡਾਕਟਰ ਬਲਜੀਤ ਸਿੰਘ ਹੋਣੀ, ਤੇ ਮੈਂ ਤਾਂ ਇਹਨਾਂ ਦਾ ਪ੍ਰੋਗਰਾਮ ਜਦੋਂ ਕੱਚ ਦੀਆਂ ਮੁੰਦਰਾਂ ਤੋਂ ਸਤਲੀ ਪੈੜਾਂ ਤੋਂ ਲੈ ਕੇ ਜਿਹੜਾ ਸੀ ਉਹ ਤਾਂ ਇਹਨਾਂ ਦਾ ਫੈਨ ਆ। ਅੱਛਾ, ਇਹਨਾਂ ਦੀ ਜਿਹੜੀ ਤੁਸੀਂ ਜਿੰਨੀ ਤਾਰੀਫ ਕੀਤੀ ਆ, ਤੇ ਉਹਦੇ ਨਾਲ ਇੱਕ ਗੱਲ ਮੈਂ ਐਡ ਕਰਨੀ ਚਾਹੁੰਦਾ ਕਿ ਉਹ ਜਿਹੜੀ ਸੰਦਲੀ ਪੈੜਾਂ ਦੀਆਂ ਜਿੰਨੀਆਂ ਸਕ੍ਰਿਪਟਸ ਹੁੰਦੀਆਂ ਸੀ ਨਾ, ਉਹ ਵੀ ਇਹ ਡਾਕਟਰ ਬਲਜੀਤ ਹੋਣੀ ਆਪ ਲਿਖਦੇ ਹੁੰਦੇ ਸੀ। ਅੱਛਾ, ਤੇ ਉਹਨਾਂ 'ਚ ਇੰਨਾ ਫਲੋ ਹੁੰਦਾ ਸੀ ਤੇ ਇੰਨਾ ਮਤਲਬ ਵਹਾਅ ਹੁੰਦਾ ਸੀ। ਤੇ ਹੁਣ ਵੀ ਉਹ ਜਿਹੜੇ ਪ੍ਰੋਗਰਾਮ ਨੇ, ਹੁਣ ਵੀ ਅੱਜ ਇਹਨਾਂ ਨੂੰ ਦੇਖ ਕੇ ਉਹ ਪੁਰਾਣਾ ਇੱਕ ਦੌਰ ਚੇਤੇ ਆ ਗਿਆ। ਉਹ ਕੱਚ ਦੇ ਮੁੰਦਰਾਂ ਵਾਲਾ, ਅਮਪੋਜ ਹੋਣ ਵਾਲਾ, ਇਹਨਾਂ ਵਾਲਾ, ਉਹ ਵਿਰਾਸਤ ਵਾਲਾ, ਉਹ ਜਿਹੜਾ ਸੀ ਸੰਦਲੀ ਪੈੜਾਂ ਵਾਲਾ, ਹੁਣ ਵੀ ਉਹ ਜਿਹੜਾ ਯਾਦ ਆਉਂਦਾ ਗਾਣਾ ਵੀ ਕੌਣ ਰਾਹਾਂ ਚੋਂ ਲੰਘਿਆ, ਸੰਦਲੀ ਪੈੜਾਂ ਪਈਆਂ ਨੇ। ਸੋ ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਇਸ ਗੱਲ ਲਈ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ, ਜਾਣ ਦਾ ਮੌਕਾ ਦਿੱਤਾ। ਤੋ ਜਿਵੇਂ ਤੁਹਾਡਾ ਆਪਣੇ ਪ੍ਰੋਗਰਾਮ ਦਾ ਨਾਮ ਆਪਾਂ ਸੰਕਟ ਕਾਲ ਦੇ ਨਾਲ ਆਪਾਂ ਸੰਬੰਧਿਤ, ਮੈਂ ਤੁਹਾਨੂੰ ਆਪਣੀਆਂ ਨਾ ਨਿੱਕੀਆਂ ਇੱਕ ਨਿੱਕੀ ਕਵਿਤਾ ਤੇ ਇੱਕ ਥੋੜੀ ਜਿਹੀ ਲੰਬੀ 2 ਕਵਿਤਾਵਾਂ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਜੀ ਇਰਸ਼ਾਦ। ਪਹਿਲੀ ਕਵਿਤਾ ਹੈ ਜੀ, ਮਗਰੂ ਦਾ ਦਾਦਾ। ਮਗਰੂ ਦਾ ਦਾਦਾ। ਕਰੋਨਾ ਸਮਿਆਂ ਦੇ ਵਿੱਚ ਸਰਕਾਰੀ ਆਦੇਸ਼ਾਂ ਤੇ 11ਵੀਂ ਜਮਾਤ ਦੇ ਬੱਚਿਆਂ ਨੂੰ ਦਾਖਲੇ ਲਈ ਕਰ ਰਿਹਾ ਹਾਂ ਫੋਨ। ਕਰੋਨਾ ਸਮਿਆਂ ਵਿੱਚ ਸਰਕਾਰੀ ਆਦੇਸ਼ਾਂ ਤੇ 11ਵੀਂ ਜਮਾਤ ਦੇ ਬੱਚਿਆਂ ਨੂੰ ਦਾਖਲੇ ਲਈ ਕਰ ਰਿਹਾ ਹਾਂ ਫੋਨ। ਇੱਕ ਫੋਨ ਮਿਲਾਇਆ, ਮਗਰੂ ਦੇ ਘਰੋਂ ਬੋਲਦੇ ਹੋ। ਅੱਗਿਓਂ ਫੋਨ ਵਿੱਚੋਂ ਇੱਕ ਥੱਕਿਆ ਟੁੱਟਿਆ ਹੌਕਾ ਆਇਆ। ਇੱਕ ਫੋਨ ਮਿਲਾਇਆ, ਮਗਰੂ ਦੇ ਘਰੋਂ ਬੋਲਦੇ ਹੋ। ਅੱਗਿਓਂ ਫੋਨ ਵਿੱਚੋਂ ਇੱਕ ਥੱਕਿਆ ਟੁੱਟਿਆ ਹੌਕਾ ਆਇਆ। ਮੈਂ ਮਗਰੂ ਕਾ ਦਾਦਾ ਬੋਲਤਾ ਹੂੰ ਸਾਹਬ। ਮੈਂ ਬੋਲਿਆ, ਮਗਰੂ ਨੂੰ 11ਵੀਂ ਵਿੱਚ ਦਾਖਲ। ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਧਰੋਂ ਸਿਸਕੀ ਦੀ ਆਵਾਜ਼ ਆਈ। ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਧਰੋਂ ਸਿਸਕੀ ਦੀ ਆਵਾਜ਼ ਆਈ। मेरा बेटा 3 महीने से लापता है साहब, उसे ढूंढ दो। मैं बोलिया, की होया, किथे गया? 3 महीने हो गए साहब के लिए साइकिल पे निकला था, अभी तक घर नहीं पहुंचा, उसे ढूंढ दो साहब। मगरू घर है? मैं पूछा। नहीं साहब, वो तो सब्जी वाले के साथ जाता है, थोड़ा बहुत कमा के लाता है। मेरे बेटे को ढूंढ दो साहब, वो 3 महीने से लापता है। ये कह के मगरू दा दादा फुट फुट के रोन लग गया। उसदे अथरुआं दा सैलाब फोन चों निकल के मेरे दुआले इकट्ठा होण लग्या। जदों भी टीवी दी स्क्रीन ते मजदूरां दियां घरां नूं परतदियां तस्वीरां वेखदा हां, जदों भी टीवी दी स्क्रीन ते मजदूरां दियां घरां नूं परतदियां तस्वीरां देखदा हां, तां उहनां दे विच मगरू दे पिता नूं ਲੱਭਣ ਲੱਗਦਾ ਹਾਂ। ਤਾਂ ਉਹਨਾਂ ਦੇ ਵਿੱਚ ਮਗਰੂ ਦੇ ਪਿਤਾ ਨੂੰ ਲੱਭਣ ਲੱਗਦਾ ਹਾਂ।
ਬਹੁਤ ਅੱਛੇ। ਬਹੁਤ ਵਧੀਆ ਜੀ। ਇਸੇ ਇੱਕ ਛੋਟੀ ਜਿਹੀ ਕਵਿਤਾ ਹੈ ਹੋਰ ਹੈ। ਇਨਸਾਨ ਸਾਂ ਅਸੀਂ ਵੀ, ਹੂੰ ਭੇਡ ਬੱਕਰੀਆਂ ਨਹੀਂ ਸਾਂ, ਇਨਸਾਨ ਸਾਂ ਅਸੀਂ ਵੀ, ਇਸ ਮੁਲਕ ਦੇ ਨਾਗਰਿਕ, ਸਾਡੇ ਕੋਲ ਵੀ ਸਨ ਆਧਾਰ ਕਾਰਡ, ਸਾਡੀਆਂ ਵੀ ਵੋਟਾਂ ਸਨ, ਇਸ ਮੁਲਕ ਦੇ ਬਾਸ਼ਿੰਦੇ ਸਾਂ ਅਸੀਂ। ਭੇਡ ਬੱਕਰੀਆਂ ਨਹੀਂ ਸਾਂ ਅਸੀਂ, ਇਨਸਾਨ ਸਾਂ ਅਸੀਂ ਵੀ, ਇਸ ਮੁਲਕ ਦੇ ਨਾਗਰਿਕ, ਸਾਡੇ ਕੋਲ ਵੀ ਸਨ ਆਧਾਰ ਕਾਰਡ, ਸਾਡੀਆਂ ਵੀ ਵੋਟਾਂ ਸਨ, ਇਸ ਮੁਲਕ ਦੇ ਬਾਸ਼ਿੰਦੇ ਸਾਂ ਅਸੀਂ ਵੀ। ਇਸ ਮੁਲਕ ਦੇ ਬਾਸ਼ਿੰਦੇ ਸਾਂ ਅਸੀਂ ਵੀ, ਆਪਣੇ ਪਿੰਡ ਆਪਣੇ ਸ਼ਹਿਰ ਛੱਡ ਕੇ ਦੂਜਿਆਂ ਰਾਜਾਂ ਵਿੱਚ ਸੜਕਾਂ, ਇਮਾਰਤਾਂ, ਹਸਪਤਾਲ, ਪੁਲ ਬਣਾਉਂਦੇ। ਇਸ ਮੁਲਕ ਦੇ ਬਾਸ਼ਿੰਦੇ ਸਾਂ ਅਸੀਂ ਵੀ, ਆਪਣੇ ਪਿੰਡ ਆਪਣੇ ਸ਼ਹਿਰ ਛੱਡ ਕੇ ਦੂਜਿਆਂ ਰਾਜਾਂ ਵਿੱਚ ਸੜਕਾਂ, ਇਮਾਰਤਾਂ, ਹਸਪਤਾਲ, ਪੁਲ ਬਣਾਉਂਦੇ, ਰੇਲ ਗੱਡੀਆਂ ਦੀਆਂ ਲਾਈਨਾਂ ਵਿਛਾਉਂਦੇ, ਸਬਜ਼ੀਆਂ, ਗੋਲ ਗੱਪਿਆਂ ਦੀਆਂ ਨਿੱਕੀਆਂ ਨਿੱਕੀਆਂ ਰੇਹੜੀਆਂ ਲਾਉਂਦੇ, ਨਿਗੁਣੀ ਜਿਹੀ ਮਜ਼ਦੂਰੀ ਬਦਲੇ ਦਿਨ ਰਾਤ ਕੰਮ ਕਰਦੇ, ਇਨਸਾਨ ਸਾਂ ਅਸੀਂ ਵੀ। ਕਿੰਨੇ ਸਾਲਾਂ ਤੋਂ ਹੱਡ ਭੰਨਵੀਂ ਮਿਹਨਤ ਕਰਦੇ, ਫਿਰ ਵੀ ਆਪਣੇ ਲਈ ਮਹੀਨੇ ਭਰ ਦੇ ਰਾਸ਼ਨ ਦੇ ਪੈਸੇ ਨਾ ਜੋੜ ਸਕੇ। ਕਿਵੇਂ ਜੋੜਦੇ? ਰੋਟੀ ਜਿੰਨੇ ਪੈਸੇ ਰੱਖ ਕੇ ਤਾਂ ਬਾਕੀ ਆਪਣੇ ਘਰਾਂ ਨੂੰ ਘੱਲ ਦਿੰਦੇ ਸਾਂ। ਬਹੁਤ ਅੱਛੇ। ਪਰ ਇਸ ਮੁਲਕ ਦੇ ਹਾਕਮ ਨੂੰ ਅਸੀਂ ਥੋੜਾ ਦਿਸਦੇ ਸਾਂ। ਉਸ ਲਈ ਤਾਂ ਉਹੀ ਨਾਗਰਿਕ ਸਨ ਦੇਸ਼ ਦੇ, ਜਿਨ੍ਹਾਂ ਨੂੰ ਸਾਲਾਂ ਬੱਧੀ ਕਰਫਿਊ ਲੱਗ ਜਾਣ ਤੇ ਵੀ ਸਹੂਲਤਾਂ ਦੀ ਕੋਈ ਘਾਟ ਨਹੀਂ ਸੀ ਆਉਣੀ। ਉਸ ਲਈ ਤਾਂ ਉਹੀ ਨਾਗਰਿਕ ਸਨ ਉਸ ਦੇਸ਼ ਦੇ, ਪਰ ਅਸੀਂ ਇਸ ਮੁਲਕ ਦੇ ਨਾਗਰਿਕਾਂ ਵਿੱਚੋਂ ਥੋੜਾ ਸਾਂ। ਰੋਟੀ ਨਾ ਮਿਲਣ ਤੇ, ਰੁਜ਼ਗਾਰ ਨਾ ਮਿਲਣ ਤੇ ਅਸੀਂ ਆਪਣੇ ਘਰਾਂ ਨੂੰ ਹੀ ਤਾਂ ਜਾਣਾ ਚਾਹਿਆ ਸੀ। ਕਿਸੇ ਨਾ ਸੁਣਿਆ ਜਦ ਦਰਦ ਸਾਡਾ, ਕਿਸੇ ਨਾ ਜਾਣੀ ਜਦ ਪੀੜ ਸਾਡੀ, ਭੁੱਖ ਨਾਲ ਜੂਝਦੇ ਅਸੀਂ ਨਿਕਲ ਆਏ ਸੜਕਾਂ ਤੇ, ਇੱਜੜਾਂ ਵਾਂਗੂ ਤੁਰ ਪਏ ਅਸੀਂ ਪੈਦਲ, ਟੁੱਟੀਆਂ ਚੱਪਲਾਂ, ਪਾਟੇ ਜ਼ਖਮੀ ਪੈਰਾਂ ਸੰਗ, ਆਪਣੀਆਂ ਗਰਭਵਤੀ ਔਰਤਾਂ, ਨਿੱਕੇ ਨਿੱਕੇ ਬੱਚੇ ਮੋਢਿਆਂ ਤੇ ਚੱਕੀ ਅਸੀਂ ਅਮਰੀਕਾ ਕੈਨੇਡਾ ਨਹੀਂ, ਆਪਣੇ ਘਰਾਂ ਨੂੰ ਹੀ ਜਾਣ ਲਈ ਤਾਂ ਨਿਕਲੇ ਸਾਂ। ਪਰ ਕੀ ਸਾਡੇ ਲਈ ਕੋਈ ਰੇਲ, ਕੋਈ ਬੱਸ ਨਹੀਂ ਸੀ ਬਚੀ? ਪਰ ਕੀ ਸਾਡੇ ਲਈ ਕੋਈ ਰੇਲ, ਕੋਈ ਬੱਸ ਨਹੀਂ ਸੀ ਬਚੀ ਇਸ ਮੁਲਕ ਦੀ, ਜੋ ਪਹੁੰਚਾ ਦੇਵੇ ਸਾਨੂੰ ਆਪਣੇ ਦੇਸ਼, ਆਪਣੇ ਗਾਉਂ, ਆਪਣੇ ਘਰ? ਪਰ ਕੀ ਸਾਡੇ ਲਈ ਕੋਈ ਰੇਲ, ਕੋਈ ਬੱਸ ਨਹੀਂ ਸੀ ਬਚੀ ਇਸ ਮੁਲਕ ਦੀ, ਜੋ ਪਹੁੰਚਾ ਦੇਵੇ ਸਾਨੂੰ ਆਪਣੇ ਦੇਸ਼, ਆਪਣੇ ਗਾਉਂ, ਆਪਣੇ ਘਰ, ਜਿੱਥੇ ਸਾਡੇ ਮਾਪਿਓ ਕਰ ਰਹੇ ਸਨ ਸਾਡਾ ਇੰਤਜ਼ਾਰ? ਪਰ ਭੇਡ ਬੱਕਰੀਆਂ ਸਾਂ ਅਸੀਂ, ਇਨਸਾਨ ਥੋੜਾ ਸਾਂ, ਇਸ ਦੇਸ਼ ਦੇ ਨਾਗਰਿਕ ਥੋੜਾ ਸਾਂ। ਅਸੀਂ ਜਿਨ੍ਹਾਂ ਨੇ ਬਣਾਈਆਂ ਸੜਕਾਂ, ਇਮਾਰਤਾਂ, ਜਿਨ੍ਹਾਂ ਨੇ ਉਸਾਰੇ ਪੁਲ, ਅਸੀਂ ਜਿਨ੍ਹਾਂ ਨੇ ਬਣਾਈਆਂ ਸੜਕਾਂ, ਇਮਾਰਤਾਂ, ਜਿਨ੍ਹਾਂ ਨੇ ਉਸਾਰੇ ਪੁਲ, ਉਹਨਾਂ ਸ਼ਹਿਰਾਂ ਵਿੱਚੋਂ ਸਾਨੂੰ ਕੁਝ ਦਿਨ ਰਹਿਣ ਲਈ ਛੱਤ ਵੀ ਨਸੀਬ ਨਾ ਹੋਈ। ਬੇਵਸਾਹੇ ਤੁਰ ਪਏ ਅਸੀਂ, ਬੇਵਸਾਹੇ ਤੁਰ ਪਏ ਅਸੀਂ ਸੜਕਾਂ ਤੇ, ਭੁੱਖੇ ਢਿੱਡ, ਟੁੱਟੀਆਂ ਚੱਪਲਾਂ, ਰੋਂਦੇ ਵਿਲਕਦੇ ਬੱਚਿਆਂ ਦੇ ਨਾਲ। ਇਹਨਾਂ ਸੜਕਾਂ ਤੇ ਹੀ ਕੁਚਲੇ ਗਏ ਸਾਡੇ ਸਾਥੀ ਟਰੱਕਾਂ ਦੇ ਹੇਠਾਂ। ਇਹਨਾਂ ਸੜਕਾਂ ਤੇ ਹੀ ਕੁਚਲੇ ਗਏ ਸਾਡੇ ਸਾਥੀ ਟਰੱਕਾਂ ਦੇ ਹੇਠਾਂ। ਰੇਲਵੇ ਲਾਈਨਾਂ ਤੇ ਕੱਟੇ ਗਏ ਸੁੱਤੇ ਪਏ ਸਾਡੇ ਥੈਲਿਆਂ ਵਿੱਚੋਂ ਨਿਕਲ ਕੇ ਸੁੱਕੀਆਂ ਰੋਟੀਆਂ ਵਿਲਕਦੀਆਂ ਰਹੀਆਂ ਰੇਲਵੇ ਲਾਈਨਾਂ ਦੇ ਵਿਚਕਾਰ। ਅਸੀਂ ਸਿਰਜਕ ਸਾਂ ਇਸ ਦੇਸ਼ ਦੇ, ਅਸੀਂ ਸਿਰਜਕ ਸਾਂ ਇਸ ਦੇਸ਼ ਦੇ, ਪਰ ਅਸੀਂ ਜਾਨਵਰਾਂ ਵਾਂਗ ਰੁਲਦੇ ਫਿਰਦੇ ਵਿਖਾਏ ਗਏ। ਅਸੀਂ ਸਿਰਜਕ ਸਾਂ ਇਸ ਦੇਸ਼ ਦੇ, ਪਰ ਅਸੀਂ ਜਾਨਵਰਾਂ ਵਾਂਗ ਰੁਲਦੇ ਫਿਰਦੇ ਦਿਖਾਏ ਗਏ। ਇਸ ਮੁਲਕ ਦੇ ਵਿਕਾਊ ਟੀਵੀ ਚੈਨਲਾਂ ਤੇ ਕਿਹੜੇ ਮਾਸਕ, ਕਿਹੜੇ ਸੋਸ਼ਲ ਡਿਸਟੈਂਸ ਦੀ ਗੱਲ ਕਰਦੇ ਹੋ? ਸਾਡੇ ਨਾਲ ਹਮਦਰਦੀ ਕਰਨ ਦੀ ਥਾਂ, ਸਾਨੂੰ ਸਾਡੇ ਘਰਾਂ ਵਿੱਚ ਪਹੁੰਚਾਉਣ ਦੀ ਥਾਂ ਸਾਡਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਗਿਆ। ਰੱਜ ਕੇ ਕੋਸਿਆ ਗਿਆ ਸਾਨੂੰ, ਰੱਜ ਕੇ ਨਿੰਦਿਆ ਗਿਆ, ਰੱਜ ਕੇ ਮਜ਼ਾਕ ਉਡਾਇਆ ਗਿਆ। ਪਰ ਅਸੀਂ ਅਜੇ ਵੀ ਤੁਰੇ ਜਾ ਰਹੇ ਹਾਂ, ਪਰ ਅਸੀਂ ਅਜੇ ਵੀ ਤੁਰੇ ਜਾ ਰਹੇ ਹਾਂ। ਅਣਗਿਣਤ ਦਿਨਾਂ ਤੋਂ, ਅਣਗਿਣਤ ਮਹੀਨਿਆਂ, ਅਣਗਿਣਤ ਸਦੀਆਂ ਤੋਂ ਅਸੀਂ ਤੁਰਦੇ ਰਹਾਂਗੇ। ਅਸੀਂ ਤੁਰਦੇ ਰਹਾਂਗੇ ਜਦੋਂ ਤੱਕ ਸਾਡੇ ਸੀਨੇ ਵਿੱਚ ਸਾਹ ਬਾਕੀ ਨੇ, ਸਾਡੀਆਂ ਅੱਖਾਂ ਵਿੱਚ ਰੌਸ਼ਨੀ ਹੈ। ਅਸੀਂ ਤੁਰਦੇ ਰਹਾਂਗੇ ਜਦੋਂ ਤੱਕ ਸਾਡੇ ਸੀਨੇ ਵਿੱਚ ਸਾਹ ਬਾਕੀ ਨੇ, ਜਦੋਂ ਤੱਕ ਸਾਡੀਆਂ ਅੱਖਾਂ ਵਿੱਚ ਰੌਸ਼ਨੀ ਹੈ, ਸਾਡੇ ਪੈਰਾਂ ਥੱਲੇ ਜ਼ਮੀਨ ਹੈ। ਅਸੀਂ ਤੁਰਦੇ ਰਹਾਂਗੇ। ਯਾਦ ਰੱਖਾਂਗੇ ਅਸੀਂ ਤੁਹਾਨੂੰ, ਤੁਸੀਂ ਜਿਨ੍ਹਾਂ ਨੇ ਸਾਡੇ ਨਾਲ ਭੇਡ ਬੱਕਰੀਆਂ ਵਾਂਗੂ ਵਿਹਾਰ ਕੀਤਾ ਹੈ। ਪਰ ਇਨਸਾਨ ਹਾਂ ਅਸੀਂ ਵੀ, ਇਸ ਮੁਲਕ ਦੇ ਬਸ਼ਿੰਦੇ। ਭੇਡ ਬੱਕਰੀਆਂ ਨਹੀਂ ਸਾਂ, ਭੇਡ ਬੱਕਰੀਆਂ ਹਰਗਿਜ਼ ਨਹੀਂ ਸਾਂ। ਬਹੁਤ ਅੱਛਾ। ਛੋਟੀ ਜਿਹੀ ਕਵਿਤਾ ਹੋਰ, ਇਹ ਵੀ ਇਸੇ ਨਾਲ ਸੰਬੰਧਿਤ। ਕਵਿਤਾ ਦਾ ਨਾਮ ਹੈ ਜੋਤੀ ਜੀ। ਉਹ ਕੋਈ ਪੇਸ਼ਾਵਰ ਐਥਲੀਟ ਨਹੀਂ ਸੀ ਜੀ, ਉਹ ਕੋਈ ਪੇਸ਼ਾਵਰ ਐਥਲੀਟ ਨਹੀਂ ਸੀ। ਟੁੱਟੀਆਂ ਭੱਜੀਆਂ ਚੱਪਲਾਂ, ਗੰਦੇ ਮੰਦੇ ਕੱਪੜਿਆਂ ਨਾਲ
ਬਿਨਾਂ ਟਰੈਕ ਸੂਟ ਤੋਂ ਕਿਸੇ ਨੇ ਭੱਜਣ ਦੇਣਾ ਸੀ ਉਸ ਨੂੰ ਰੇਸ ਵਿੱਚ। ਕੋਈ ਸਾਈਕਲਿਸਟ ਵੀ ਨਹੀਂ ਸੀ ਉਹ ਪੇਸ਼ਾਵਰ, ਪਰ ਫਿਰ ਵੀ ਆਪਣੀਆਂ ਬਾਹਾਂ ਵਿੱਚ, ਕੋਈ ਸਾਈਕਲਿਸਟ ਨਹੀਂ ਸੀ ਉਹ ਪੇਸ਼ਾਵਰ, ਪਰ ਫਿਰ ਵੀ ਆਪਣੀਆਂ ਬਾਹਾਂ ਵਿੱਚ ਬਲ ਭਰ ਕੇ, ਅੱਖਾਂ ਵਿੱਚ ਜ਼ਿੱਦ ਤੇ ਲੱਤਾਂ ਦੇ ਜ਼ੋਰ ਨਾਲ ਉਹ ਆਪਣੇ ਬਿਮਾਰ ਪਿਤਾ ਨੂੰ ਸਾਈਕਲ ਤੇ ਬਿਠਾ ਕੇ 1200 ਕਿਲੋਮੀਟਰ ਦੂਰ ਆਪਣੇ ਗਾਂव ਲੈ ਗਈ। ਉਹ ਕੋਈ ਐਥਲੀਟ ਨਹੀਂ ਸੀ, ਕੋਈ ਸਾਈਕਲਿਸਟ ਵੀ ਨਹੀਂ ਸੀ ਪੇਸ਼ਾਵਰ, ਪਰ ਟੁੱਟੀਆਂ ਜਿਹੀਆਂ ਚੱਪਲਾਂ ਤੇ ਟੁੱਟੇ ਜਿਹੇ ਸਾਈਕਲ ਨਾਲ ਉਹ ਜ਼ਿੰਦਗੀ ਦੀ ਸਭ ਤੋਂ ਵੱਡੀ ਦੌੜ ਵਿੱਚ ਪਹਿਲੇ ਨੰਬਰ ਤੇ ਆਈ। ਉਹ ਜ਼ਿੰਦਗੀ ਦੀ ਸਭ ਤੋਂ ਵੱਡੀ ਦੌੜ ਵਿੱਚ ਪਹਿਲੇ ਨੰਬਰ ਤੇ ਆਈ। ਵਾਹ, ਧੰਨਵਾਦ। ਬਹੁਤ ਵਧੀਆ, ਬਹੁਤ ਵਧੀਆ। ਸੱਚਮੁੱਚ ਉਸ ਦੌਰ ਦਾ ਸੱਚ ਤੁਹਾਡੀਆਂ ਕਵਿਤਾਵਾਂ ਦੇ ਵਿੱਚ ਬੋਲਿਆ। ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ। ਇਸੇ ਤਰ੍ਹਾਂ ਲਿਖਦੇ ਰਹੋ। ਤੇ ਹੁਣ ਬਲਜੀਤ ਸਰ ਤੁਹਾਡੇ ਨਾਲ ਅਸੀਂ ਗੱਲਾਂ ਬਾਤਾਂ ਕਰ ਰਹੀਆਂ ਨੇ, ਤੁਸੀਂ ਆ ਜਾਓ ਹੌਟ ਸੀਟ ਤੇ ਸਾਡੇ ਸਾਹਮਣੇ। ਮੈਂ ਤੁਹਾਡੇ ਸਾਹਮਣੇ ਹੀ ਹਾਂ ਜੀ ਸਰ। ਇਹ ਤੁਸੀਂ ਹੌਟ ਸੀਟ ਬੜੀ ਡਿਕਲੇਅਰ ਕਰਤੀ ਹੈ। ਕੌਣ ਬਣੇਗਾ ਕਰੋੜਪਤੀ ਤੋਂ ਬਾਅਦ ਇਹ ਦੂਜਾ ਸ਼ੋਅ ਹੈ। ਤੁਸੀਂ ਬਹੁਤ ਪਰਫੈਕਟ ਹੋ ਗਏ ਡਾਕਟਰ ਸਾਹਿਬ, ਬਹੁਤ ਵਧੀਆ ਹੋਸਟ ਕਰਨ ਲੱਗੇ ਤੁਸੀਂ। ਤੁਹਾਨੂੰ ਕਿਤੇ ਉਹ ਲੈ ਨਾ ਜਾਣ ਅਮਰੀਕਾ ਵਾਲੇ ਵੀ ਆ ਜਾਓ ਸਾਡੇ ਕੋਲੇ। ਹਾਂਜੀ ਬਲਜੀਤ ਸਿੰਘ ਜੀ, ਅਸੀਂ ਤੁਹਾਡੇ ਬਹਾਨੇ ਯਾਦ ਕਰਦੇ ਹਾਂ ਦੂਰਦਰਸ਼ਨ ਦਾ ਉਹ ਦੌਰ, ਜਦੋਂ ਦੂਰਦਰਸ਼ਨ ਵੀ ਤੁਹਾਡੇ ਪ੍ਰੋਗਰਾਮ ਵਾਂਗ ਤੇ ਤੁਹਾਡੀ ਆਵਾਜ਼ ਵਾਂਗ ਰੇਤੇ ਉੱਤੇ ਸੰਦਲੀ ਪੈੜਾਂ ਦੇ ਨਿਸ਼ਾਨ ਵਰਗੇ ਹੀ ਹੁੰਦਾ ਸੀ। ਲੋਕਾਂ ਨੇ ਜਦੋਂ ਪਹਿਲੀ ਵਾਰ ਐਂਟੀਨੇ ਦੀਆਂ ਤਾਰਾਂ ਰਾਹੀਂ ਤੇ ਸ਼ਟਰ ਵਾਲੀ ਸਕਰੀਨ ਦੇ ਉੱਤੇ ਮੂਰਤੀਆਂ ਉਤਰਦੀਆਂ ਦੇਖੀਆਂ ਸੀਗੀਆਂ ਤਾਂ ਲੋਕ ਬਹੁਤ ਅਚੰਭਤ ਵੀ ਹੋਏ ਸੀ ਕਿ ਇਹ ਸਕਰੀਨ ਤੇ ਮੂਰਤੀਆਂ ਕਿੱਥੋਂ ਆ ਗਈਆਂ। ਉਸ ਯੁੱਗ ਦੀਆਂ ਯਾਦਾਂ ਕੁਝ ਸਾਡੇ ਨਾਲ ਸਾਂਝਾ ਕਰੋ, ਕਿਉਂਕਿ ਤੁਸੀਂ ਉਹਨਾਂ ਯਾਦਾਂ ਨੂੰ ਸਿਰਜਿਆ ਸੀ, ਅਸੀਂ ਉਹਨਾਂ ਨੂੰ ਦੇਖਿਆ ਸੀ ਸਿਰਫ। ਬਹੁਤ ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਔਰ ਡਾਕਟਰ ਸਰਬਜੀਤ ਸੋਹਲ। ਮੈਨੂੰ ਖੁਸ਼ੀ ਹੈ ਕਿ ਤੁਹਾਡੇ ਦੀਦਾਰ ਕਰਨ ਦਾ ਮੈਨੂੰ ਵੀ ਅੱਜ ਮੌਕਾ ਫਰਾਹਮ ਹੋਇਆ ਔਰ ਬੜਾ ਅੱਛਾ ਲੱਗ ਰਿਹਾ, ਕਿਉਂਕਿ ਮੈਂ ਇਸ ਤਰ੍ਹਾਂ ਸ਼ਾਇਦ ਪਹਿਲੀ ਵਾਰੀ ਆਪਣੇ ਜਿਹੜੇ ਸੂਝਵਾਨ ਦਰਸ਼ਕ ਨੇ ਉਹਨਾਂ ਨੂੰ ਮੁਖਾਤਬ ਹੋ ਰਿਹਾ ਔਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਇੱਕ ਸਾਹਿਤਕ ਸਾਂਝ ਪੈ ਰਹੀ ਹੈ। ਗੱਲ ਇਹ ਹੈ ਕਿ ਉਹ ਵਕਤ ਸੀ ਜਿਹੜਾ ਉਸ ਵੇਲੇ ਇੰਨਾ ਮਤਲਬ ਹਾਲਾਤ ਦੇ ਵਿੱਚ ਕਹਿ ਲਓ ਤੀਰਗੀ ਸੀ, ਹਨੇਰਾ ਸੀ। ਉਸ ਵੇਲੇ ਦੂਰਦਰਸ਼ਨ ਆਪਣੇ ਉਰੂਜ ਤੇ ਸੀ, ਕਿਉਂਕਿ ਹੋਰ ਕੋਈ ਚੈਨਲ ਨਹੀਂ ਸੀ। ਅਜੇ ਮੰਡੀ ਦਾ ਯੁੱਗ ਬਹੁਤ ਦੂਰ ਸੀ, ਅਜੇ ਵਿਕਣ ਵਾਲੇ ਲੋਕ ਬੜੀ ਦੂਰ ਖੜੇ ਸਨ। ਉਸ ਕਰਕੇ ਉਹਨਾਂ ਲੋਕਾਂ ਨੂੰ ਮੌਕਾ ਮਿਲਦਾ ਗਿਆ ਜਿਹੜੇ ਜ਼ਹੀਨ ਸੀ, ਜਿਹੜੇ ਸੁਹਿਰਦ ਸੀ, ਜਿਹੜੇ ਸੰਵੇਦਨਸ਼ੀਲ ਸੀ। ਸੋ ਜਿਹੜੀਆਂ ਸੰਸਥਾਵਾਂ ਸੀ ਉਹ ਉੱਥੇ ਵੀ ਬਾਵਕਾਰ ਲੋਕ ਸਨ ਔਰ ਉਹ ਉਹਨਾਂ ਲੋਕਾਂ ਨੂੰ ਜ਼ਰੂਰ ਉਤਸ਼ਾਹਿਤ ਕਰਦੇ ਸੀ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਸੀ। ਤਾਂ ਮੇਰਾ ਸਫ਼ਰ ਦੂਰਦਰਸ਼ਨ ਤੇ ਉਦੋਂ ਸ਼ੁਰੂ ਹੋਇਆ ਜਦੋਂ ਦੂਰਦਰਸ਼ਨ ਤੇ ਇੱਕ ਪ੍ਰੋਗਰਾਮ ਦਾ ਆਗਾਜ਼ ਹੋਇਆ। ਉਹਦਾ ਨਾਂ ਸੀ ਦਰਦ ਭਿੱਜੇ ਬੋਲ। ਉਹ ਪ੍ਰੋਗਰਾਮ ਸੀ ਜਿਹੜਾ ਉਹ ਸਿਰਫ ਖਤਾਂ ਤੇ ਆਧਾਰਿਤ ਸੀ, ਮਤਲਬ ਅਸੀਂ ਖਤ ਹੀ ਪੜ੍ਹਨੇ ਹੁੰਦੇ ਸੀ, ਜਵਾਬ ਨਹੀਂ ਦੇਣੇ ਹੁੰਦੇ ਸੀ। ਔਰ ਉਹਨਾਂ ਦਿਨਾਂ ਦੇ ਵਿੱਚ ਬਸ਼ੀਰ ਅਹਿਮਦ ਬੱਟ ਦੂਰਦਰਸ਼ਨ ਦੇ ਡਾਇਰੈਕਟਰ ਸੀ, ਉਰਦੂ ਨੋਇੰਗ ਸੀਗੇ। ਤਾਂ ਮੈਂ ਆਪਣੇ ਵੱਡੇ ਭਾਈ ਸਾਹਿਬ ਦੇ ਘਰ ਬੈਠਾ ਸੀ ਤੇ ਦੂਰਦਰਸ਼ਨ ਤੇ ਇੱਕ ਅਨਾਉਂਸਮੈਂਟ ਹੋਈ ਕਿ ਇੱਕ ਸਰਦਾਰ ਐਂਕਰ ਚਾਹੀਦਾ ਹੈ ਔਰ ਜੇ ਕੋਈ ਆਪਣੇ ਆਪ ਨੂੰ ਯੋਗ ਸਮਝਦਾ ਹੋਵੇ ਤਾਂ ਉਹ ਅਰਜ਼ੀ ਦੇ ਕੇ ਜਾਵੇ ਇੱਥੇ ਆ ਕੇ ਜਾਂ ਡਾਕ ਰਾਹੀਂ ਭੇਜੇ। ਤਾਂ ਮੈਂ ਸਿੱਧਾ ਜਾ ਕੇ ਬਸ਼ੀਰ ਅਹਿਮਦ ਬੱਟ ਹੋਰਾਂ ਨੂੰ ਉਰਦੂ ਦੇ ਵਿੱਚ ਲਿਖ ਕੇ ਆਪਣਾ ਨਾਮ ਤੇ ਭੇਜਤਾ ਤੇ ਉਹਨਾਂ ਨੇ ਮੈਨੂੰ ਫੌਰਨ ਬੁਲਾ ਲਿਆ। ਜਦੋਂ ਮੈਨੂੰ ਬੁਲਾਇਆ ਉਹਨਾਂ ਨਾਲ ਮੈਂ ਗੱਲਬਾਤ ਹੋਈ, ਉਹਨਾਂ ਮੈਨੂੰ ਪੁੱਛਿਆ ਤੁਸੀਂ ਕੀ ਕਰਦੇ ਹੋ? ਮੈਂ ਕਿਹਾ ਜੀ ਮੈਂ ਕੁਛ ਨਹੀਂ ਕਰਦਾ, ਮੈਂ ਤਾਂ ਬਿਲਕੁਲ ਵਿਹਲਾ ਹੀ ਹਾਂ। ਕਹਿੰਦੇ ਸ਼ਾਦੀशुदा ਹੋ? ਮੈਂ ਕਿਹਾ ਹਾਂਜੀ, ਸਟਰਗਲ ਕਰ ਰਿਹਾ, ਕਸ਼ਮਕਸ਼ ਕਰ ਰਿਹਾ ਜ਼ਿੰਦਗੀ ਦੇ ਵਿੱਚ। ਤਾਂ ਕਹਿੰਦੇ ਕੋਈ ਗੱਲ ਨਹੀਂ, ਤੁਹਾਡੀ ਜੇ ਜ਼ਰੂਰਤ ਹੋਵੇਗੀ ਤੇ ਤੁਹਾਨੂੰ ਅਸੀਂ ਬੁਲਾਵਾਂਗੇ। ਔਰ ਉਹਨਾਂ ਦੇ ਦਿਮਾਗ 'ਚੋਂ ਇਹ ਗੱਲ ਨਿਕਲ ਗਈ ਸੀ ਕਿ ਅਨਾਉਂਸਮੈਂਟ ਹੋ ਰਹੀ ਆ ਔਰ ਉਹਨਾਂ ਦੀ ਇਜਾਜ਼ਤ ਨਾਲ ਹੀ ਹੋ ਰਹੀ ਹੋਵੇਗੀ। ਤਾਂ ਜਦੋਂ ਮੈਂ ਚਲਾ ਗਿਆ ਤਾਂ ਮੈਨੂੰ ਉਹਨਾਂ ਦਾ ਜਿਹੜਾ PNC ਬੁਲਾ ਕੇ ਲੈ ਕੇ ਗਿਆ, ਉਹ ਕਹਿੰਦੇ ਵੀ ਤੁਹਾਨੂੰ ਬੁਲਾ ਰਹੇ ਨੇ। ਤਾਂ ਮੈਨੂੰ ਉਹਨਾਂ ਨੇ ਉਸ ਵੇਲੇ ਇੱਕ ਖਤ ਦਿੱਤਾ ਉਰਦੂ ਦੇ ਵਿੱਚ। ਜਿਹੜੀ ਉਰਦੂ ਹੈ ਇਸ ਜ਼ਬਾਨ ਦੀ ਖੂਬਸੂਰਤੀ ਹੈ ਕਿ ਜੇ ਤੁਸੀਂ ਮਤਲਬ ਪੜ੍ਹ ਸਕਦੇ ਹੋ ਤਾਂ ਬਹੁਤ ਵਾਰੀ ਹੁੰਦਾ ਕਿ ਤੁਸੀਂ ਲਿਖ ਨਹੀਂ ਸਕਦੇ ਤੇ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਦਾ ਲਿਖਿਆ ਪੜ੍ਹ ਸਕੋ। ਉਹਨਾਂ ਨੇ ਮੈਨੂੰ ਇੱਕ ਖਤ ਦਿੱਤਾ, RD ਸ਼ਰਮਾ ਤਾਸੀਰ ਦਾ ਖਤ ਸੀ, ਬੜਾ ਖੁਸ਼ ਖਤ ਸੀਗਾ, ਇਸ ਤਰ੍ਹਾਂ ਸੀ ਜਿਵੇਂ ਕਿਸੇ ਨੇ ਪ੍ਰਿੰਟ ਕੀਤਾ ਹੋਵੇ। ਜਦੋਂ ਉਹਨੇ ਮੈਨੂੰ ਕਿਹਾ ਖਤ ਪੜ੍ਹੋ ਤਾਂ ਮੈਂ ਉਹ ਖਤ ਪੜ੍ਹਿਆ। वो इत्थों शुरू होता सी कि बंगाल के कहत की हौलनाकियों के बाद एक बार मिर्जा गालिब ने कहा था शायर नहीं है वो जो गजल खां है आजकल। तो मैं जो ये पढ़िया तो मैनू कहंदे भी तू जिहड़ा शब्द हैगा कहत
ਇਹ ਤੂੰ ਬੋਲਿਆ ਤੇ ਇੱਥੋਂ ਪਤਾ ਲੱਗਦਾ ਕਿ ਤੈਨੂੰ ਇਹ ਜ਼ਬਾਨ ਦੀ ਥੋੜੀ ਬਹੁਤ ਵਾਕਫੀ ਹੈ। तो प्रोग्राम शुरू होया और वो प्रोग्राम दे विच असीं सिर्फ खत पढ़ते सी, बड़ा मकबूल होया। और फिर सानू एक थ्रैटनिंग लैटर आया संत जरनैल सिंह पिंडां वालियां दे जिहड़े सहायक सी भाई अमरीक सिंह। वो खत पहला तो मैं दबा ले, 2-3 खत आए मैं दबा ले, क्योंकि मैनू ये सी कि मेरी रोजी रोटी बंद हो जाएगी। तो और मैं अपनी पत्नी नाल और छोटे बेटे नाल उत्थे सी जद्दोजहद कर रहा। तो उस वेले की होया कि जदों खत सीधा डायरैक्टर नूं पहुंच गया तो यकदम प्रोग्राम बंद हो गया और जिंदगी का फिर उस तरह ही जो सफर सी वो शुरू हो गया, कशमकश वाला। काफ़ी देर जद्दोजहद करने तो बाद मैं ऑल इंडिया रेडियो च अनाउंसर लग गया। उस वेले प्रोग्राम देश पंजाब मैनूं दिता गया जो पाकिस्तान वास्ते सीगा कि उत्ते गुडविल क्रिएट की जाए और जिहड़ी कशीदगी है माहौल दे विच घटे। तो मैनूं वो मौका मिलिया प्रोग्राम करने का, बहुत मकबूल होया। यूपीएससी च मेरी सिलेक्शन हो गई और मैं इधर आ गया तो मैं प्रोग्राम 1990 ਦੇ ਵਿੱਚ ਸ਼ੁਰੂ ਕੀਤਾ ਸੰਦਲੀ ਪੈਣਾ। ਇੱਥੇ ਇੱਕ ਸਾਡੇ ਡਾਇਰੈਕਟਰ ਸਾਹਿਬ ਆਏ ਜਿਨ੍ਹਾਂ ਦਾ ਨਾਂ ਸੀ ਪੰਡਤ ਜੀ, ਅਸੀਂ ਉਹਨਾਂ ਨੂੰ ਕਹਿੰਦੇ ਸੀ। ਤਾਂ ਉਹ ਕਹਿੰਦੇ ਵੀ ਮੈਨੂੰ ਕਹਿੰਦੇ ਤੂੰ ਕੋਈ ਪ੍ਰੋਗਰਾਮ ਸ਼ੁਰੂ ਕਰ, ਵੀ ਤੂੰ ਬਠਿੰਡੇ ਦਾ ਰਹਿਣ ਵਾਲਾ ਹੈ, ਉਸ ਇਲਾਕੇ 'ਚ ਕਿਤੇ ਕੈਮਰਾ ਨਹੀਂ ਗਿਆ। ਹਾਲਾਤ ਇੰਨੇ ਬੱਤਰ ਸੀ ਉਸ ਵੇਲੇ ਕਿ ਜਾਨ ਦਾ ਖਤਰਾ ਸੀ। 3:30 ਵਜੇ ਰਾਤ ਪੈ ਜਾਂਦੀ ਸੀ ਔਰ इस तरह का माहौल सी कि तुसीं उहदे च बाहर जाण बारे सोच ही नहीं सकते सी। जदों असीं ये प्रोग्राम कीता संदली पैना शुरू, ये पहला प्रोग्राम ही जिहदे च बारात जांदी है ऊंटां ते और घोड़े ने ते गाना, पुराने गाने चलदे बैकग्राउंड दे विच, ते वो गाना वो सारा प्रोग्राम बड़ा मकबूल होया। और उस तो बाद तां फिर ये हो गया कि लोग छेती रोटियां बना के बैठ जांदे सीगे ते ये प्रोग्राम नूं देखदे सी। मैं उसदी कंपेयरिंग करदा सीगा तां पर गल ये सी कि लोकां ने इन्नी मुहब्बत ਕੀਤੀ। ਸਾਨੂੰ ਲੋਕ ਆ ਕੇ ਮਿਲਦੇ ਕਿ ਸਾਡੇ ਪਿੰਡ ਕਰੋ, ਸਾਡੇ ਪਿੰਡ ਕਰੋ। ਇੱਧਰ ਸਾਨੂੰ ਜਾਣ ਦਾ ਖਤਰਾ ਹੁੰਦਾ। ਜਦੋਂ ਅਸੀਂ ਜਾਂਦੇ ਸ਼ੂਟਿੰਗ ਤੇ ਅਸੀਂ ਲਿਖ ਕੇ ਦੇ ਕੇ ਜਾਂਦੇ ਸੀ ਕਿ ਅਸੀਂ ਆਪਣੀ ਜ਼ਿੰਦਗੀ ਮੌਤ ਦੇ ਖੁਦ ਜ਼ਿੰਮੇਦਾਰ ਹੋਵਾਂਗੇ। ਇਹ ਸਾਡੇ ਤੇ ਲਿਖਵਾ ਲਿਆ ਜਾਂਦਾ। ਬਹੁਤ ਅੱਛੇ, ਬਹੁਤ ਅੱਛੇ। ਕੀ ਬਾਤ ਜੀ। ਦਲਜੀਤ ਸਿੰਘ ਜੀ, ਉਸ ਵਕਤ ਜਿਹੜੇ ਦੌਰ ਦੀ ਤੁਸੀਂ ਗੱਲ ਕਰਦੇ ਹੋ, ਉਦੋਂ ਮੀਡੀਆ ਜਾਂ ਟੀਵੀ, ਸਾਹਿਤ ਤੇ ਸੱਭਿਆਚਾਰ ਸਾਰੇ ਇੱਕਮਿਕ ਹੁੰਦੇ ਸੀ। ਟੀਵੀ ਦਾ ਮਤਲਬ ਹੀ ਸਾਹਿਤ ਤੇ ਸੱਭਿਆਚਾਰ ਦੀ ਪੇਸ਼ਕਾਰੀ ਹੁੰਦਾ ਸੀ। ਉਹਦੇ ਵਿੱਚ ਤੁਹਾਡੇ ਪ੍ਰੋਗਰਾਮ ਸੀ ਸੰਦਲੀ ਪੈੜਾ, ਲੋਕ ਰੰਗ, ਵਗਦੀ ਸੀ ਰਾਵੀ ਵਰਗੇ, ਤੇ ਸੁਖਨਸਾਰ ਵਰਗੇ ਸਾਹਿਤਕ ਪ੍ਰੋਗਰਾਮ ਸੀ, ਤੇ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਬਹੁਤ ਹੀ ਉਡੀਕੇ ਜਾਂਦੇ ਪ੍ਰੋਗਰਾਮ ਸੀ, ਲਾਰੇ ਲੱਪੇ ਵਰਗੇ ਪ੍ਰੋਗਰਾਮ। ਇਹ ਉਸ ਦੌਰ ਦੀ ਵਕਤ ਦਾ ਕੋਈ ਤਕਾਜ਼ਾ ਸੀ ਜਾਂ ਇਹਦੇ ਪਿੱਛੇ ਕੋਈ ਕੰਮ ਕਰਨ ਵਾਲੇ ਦਾਨੇ ਬੰਦੇ ਸੀ ਜਿਨ੍ਹਾਂ ਕਰਕੇ ਇਹ ਸਾਰਾ ਕੁਝ ਇੰਨਾ ਸਹਿਜ ਤੇ ਇੰਨਾ ਇੱਕਮਿਕ ਸੀ? ਦੇਖੋ ਕੁਲਦੀਪ ਜੀ, ਗੱਲ ਇਹ ਸੀਗੀ ਕਿ मैं तुहानूं जिवें दस्सिया कि उस वेले जिहड़ा ये मंडी दा युग सी, ये नहीं आया सी अजे जी। मतलब तुहाडी ज़हनीयत, तुहाडा ज़मीर, तुहाडा किरदार, ये किसी भी सूरत कोई व्यक्ति खरीद नहीं सकदा सी। और इस तरह दे लोग बहुत सन जिहड़े कि चाहुंदे सन कि जीवन दे विच कोई ना कोई रोशनी पैदा कीती जावे। और जदों भी कोई गल करदा सी, भावें अखबार दे विच कोई आर्टिकल हुंदा सी, या किसी दी किताब दे विच कोई कविता हुंदी सी, या किसी दा कोई लेख हुंदा सी, या कोई प्रोग्राम हुंदा सी, वो इह सोच के लिखिया जांदा सीगा कि जे साडे प्रोग्राम नाल किते माड़े मोटा चानण नहीं हुंदा ते फिर इस प्रोग्राम करन दा कोई फायदा नहीं। मैं तुहानूं दसदा कि जदों ये प्रोग्राम असीं करदे सी तां बहुत सारे खत लिखण वाले लोग वो सन जिहड़े यूनीवर्सिटीज़ दे विच लैक्चरर सन। एक गुरु नानक देव यूनीवर्सिटी तो एक प्रोफैसर दा सानूं खत आया, मैनूं हुण तक याद है कि ਜਿਹੜਾ ਅੱਜ ਦੇ ਸਮੇਂ ਤੇ ਬੜਾ ਟੁਕਦਾ। ਉਹਨਾਂ ਨੇ ਇੱਕ ਸ਼ੇਰ ਨਾਲ ਦਾ ਆਗਾਜ਼ ਕੀਤਾ ਸੀ, हर तरफ दीवार उधर और उनमें आंखों के हुजूम, हर तरफ दीवार उधर और उनमें आंखों के हुजूम, कह सके जो दिल की हालत वो लबे गोया नहीं, जानता हूं एक ऐसे शख्स को मैं भी मुनीर, गम से पत्थर हो गया लेकिन कभी रोया नहीं। क्या बात, क्या बात है। मतलब इन्नी संजीदगी नाल प्रोग्राम सुनना ਤੇ ਔਰ ਉਸ ਦਾ ਇੰਨਾ ਸੰਜੀਦਾ ਪ੍ਰਤੀਕਰਮ ਕਰਨਾ, ਔਰ ਫਿਰ ਤੁਹਾਡੇ ਤੱਕ ਜਿਹੜੇ ਆਪਣੇ ਅਹਿਸਾਸਾਤ ਸੀ ਉਹ ਖਤੂਤ ਦੇ ਜ਼ਰੀਏ ਪਹੁੰਚਾਉਣਾ ਔਰ ਤੁਹਾਨੂੰ ਹੱਲਾਸ਼ੇਰੀ ਦੇਣੀ, ਹੌਸਲਾ ਦੇਣਾ, ਤੇ ਫਿਰ ਕਿਉਂ ਨਾ ਅੱਛੇ ਪ੍ਰੋਗਰਾਮ ਪੈਦਾ ਹੁੰਦੇ। ਹੁਣ ਕੀ ਹੋ ਗਿਆ, ਹੁਣ ਸਮਾਂ ਬਦਲ ਗਿਆ। ਹੁਣ ਇਹ ਹੈ ਕਿ ਜਿਹੜੀ ਚੀਜ਼ ਵਿਕਦੀ ਨਹੀਂ ਹੈ, ਜਾਂ ਤੁਸੀਂ ਖੁਦ ਵਿਕਾਊ ਨਹੀਂ ਹੋ, ਜਾਂ ਤੁਸੀਂ ਬੇਬਾਕ ਨਹੀਂ ਹੋ, ਤੁਸੀਂ ਸੱਚ ਬੋਲਣ ਤੋਂ ਜੇ ਡਰਦੇ ਹੋ ਤਾਂ ਇਸ ਦੌਰ 'ਚ ਸ਼ਾਮਿਲ ਹੋ। ਜੇ ਤੁਹਾਡੀ ਆਵਾਜ਼ ਬੇਬਾਕ ਹੈ ਤਾਂ ਫਿਰ ਤੁਸੀਂ ਦੇਸ਼ ਧਰੋਹ ਦੇ ਇਲਜ਼ਾਮ ਦੇ ਵਿੱਚ ਅੰਦਰ ਸੁੱਟੇ ਜਾਓਗੇ। ਬਿਲਕੁਲ ਕੀ ਬਾਤ, ਕੀ ਬਾਤ। ਜੀ 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 ਜੀ। ਬਲਜੀਤ ਸਿੰਘ ਜੀ,
ਕੇਬਲ ਟੀਵੀ ਆਇਆ, ਉਸ ਤੋਂ ਬਾਅਦ ਫਿਰ ਸੈਟੇਲਾਈਟ ਟੀਵੀ ਆਇਆ। ਇਹਦੀ ਆਮਦ ਨਾਲ ਦੂਰਦਰਸ਼ਨ ਤੇ ਹੁਣ ਕੀ ਫਰਕ ਪਏ ਨੇ, ਕੀ ਚੇਂਜਸ ਆਈਆਂ ਤੁਹਾਡੇ ਹਿਸਾਬ ਨਾਲ, ਨੈਗੇਟਿਵ ਪੋਜ਼ਿਟਿਵ, ਕਿਹੜੀ ਤਬਦੀਲੀਆਂ ਤੁਸੀਂ ਮਹਿਸੂਸ ਕਰਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਚੈਨਲ ਨਹੀਂ ਆਇਆ, ਸੋਸ਼ਲ ਮੀਡੀਆ ਤੇ ਵੀ ਬੜੇ ਚੈਨਲ ਆ ਗਏ, YouTube ਚੈਨਲ ਆ ਗਿਆ, ਠੀਕ ਹੈ, ਹਜ਼ਾਰ ਕਿਸਮ ਦੇ ਚੈਨਲ ਤੁਹਾਨੂੰ ਟੀਵੀ ਦੇ ਉਪਲਬਧ ਨੇ। ਗੱਲ ਇਹ ਹੈਗੀ ਹੈ ਕਿ ਹੁਣ ਇਹ ਸੋਚ ਕੇ ਕੋਈ ਪ੍ਰੋਗਰਾਮ ਨਹੀਂ ਬਣਾਇਆ ਜਾਂਦਾ ਕਿ ਇਸ ਪ੍ਰੋਗਰਾਮ ਨਾਲ ਲੋਕਾਂ ਤੱਕ ਕੋਈ ਅੱਛਾ ਪੈਗਾਮ ਜਾਵੇ ਜਾਂ ਬੱਚਿਆਂ ਦੀ ਜਿਹੜੀ ਮਾਨਸਿਕਤਾ ਹੈ ਉਹਦੇ 'ਚ ਕੋਈ ਸਾਰਥਕ ਤਬਦੀਲੀ ਆਵੇ ਜਾਂ ਕੋਈ ਇਸ ਤਰ੍ਹਾਂ ਦਾ ਇਨਕਲਾਬ ਆਵੇ ਕਿ ਤੁਸੀਂ ਉਹ ਸਾਰੀਆਂ ਬੇਇਨਸਾਫੀਆਂ ਜੋ ਆਸੇ-ਪਾਸੇ ਵੇਖ ਰਹੇ ਹੋ ਉਹਦੇ ਖਿਲਾਫ ਬਾਆਵਾਜ਼ ਬੁਲੰਦ ਤੁਸੀਂ ਖੜੇ ਹੋ। ਪਰ ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਕਿਹਾ ਜਾ ਰਿਹਾ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਬਹੁ ਗਿਣਤੀ ਹੈ ਜੋ ਉਹਦੇ ਮੁਤਾਬਕ ਤੁਹਾਡੀ ਸੋਚ ਹੋਣੀ ਚਾਹੀਦੀ ਹੈ ਔਰ ਹਰ ਸੰਸਥਾ ਜਿਹੜੀ ਹੈ ਉਹ ਇਹ ਸਮਝ ਲੈਣਾ ਚਾਹੀਦਾ ਕਿ ਉਹ ਹੁਣ ਬਹੁ ਗਿਣਤੀ ਦੇ ਗੁਲਾਮ ਹੈ। ਜੇ ਤੁਹਾਡੀ ਸੋਚ ਇਸ ਤਰ੍ਹਾਂ ਦੀ ਨਹੀਂ ਹੈ, ਇਹ ਸਾਰਾ ਕੁਝ ਜੋ ਮੈਂ ਤੁਹਾਨੂੰ ਦੱਸ ਰਿਹਾ ਇਹੀ ਹੀ ਪ੍ਰਚਾਰਿਆ ਜਾ ਰਿਹਾ। ਜਦੋਂ ਤੁਸੀਂ ਗੋਦੀ ਮੀਡੀਆ ਦੀ ਗੱਲ ਕਰਦੇ ਹੋ, ਜਿਵੇਂ ਮੈਡਮ ਕਹਿੰਦੇ ਸੀ ਕਿ ਮੈਨੂੰ ਇਹ ਬਹੁਤ ਦੇਰ ਤੱਕ ਸਮਝ ਨਹੀਂ ਆਈ, ਇਹ ਗੱਲ ਸਾਨੂੰ ਬਹੁਤ ਪਹਿਲਾਂ ਸਮਝ ਆ ਗਈ ਸੀ ਕਿ ਹੁਣ ਇਹ ਜਿਹੜੀਆਂ ਮਤਲਬ ਜਿਹੜੇ ਇੰਟਰੂਡਰਸ ਨੇ, ਜਿਹੜੇ ਤੁਹਾਡੇ ਪਿਛਲੇ ਦਰਵਾਜ਼ੇ ਵਿੱਚੋਂ ਆ ਕੇ ਤੁਹਾਡੀ ਆਜ਼ਾਦੀ 'ਚ ਖਲਲ ਪਾ ਰਹੇ ਨੇ, ਜਿਹੜੇ ਹੁਣ ਤੁਹਾਡੇ ਹੱਥ ਬੰਨ ਦੇਣਗੇ, ਤੁਹਾਡੇ ਪੈਰਾਂ 'ਚ ਜ਼ੰਜੀਰ ਪਾ ਦੇਣਗੇ। ਕੁਝ ਲੋਕ ਤਾਂ ਸੀ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਪਰ ਉਹਨਾਂ ਨੂੰ ਉਸਦਾ ਖਮਿਆਜ਼ਾ ਵੀ ਭੁਗਤਣਾ ਪਿਆ। ਉਹ ਭਾਵੇਂ ਕੋਈ ਮੁਨਸਿਫ ਸੀਗਾ, ਉਹ ਭਾਵੇਂ ਕੋਈ ਸਹਾਫੀ ਸੀਗਾ, ਜਾਂ ਕੋਈ ਉਹ ਪੱਤਰਕਾਰ ਸੀ, ਮਤਲਬ ਠੀਕ, ਜਾਂ ਉਹ ਵਿਦਿਆਰਥੀ ਸੀ, ਉਹ ਸਫੂਰਾ ਜ਼ਰਗਰ ਸੀ, ਕੌਣ ਸੀ, ਮਤਲਬ ਕਿਸੇ ਦਾ ਕੋਈ ਲਿਹਾਜ਼ ਨਹੀਂ ਕੀਤਾ ਗਿਆ। ਇਹ ਦੌਰ ਉਹ ਹੈ ਜਿਸ ਦੌਰ ਦੇ ਵਿੱਚ ਹਰ ਚੀਜ਼ ਵੇਚੀ ਜਾ ਰਹੀ ਹੈ ਔਰ ਹਰ ਵਿਅਕਤੀ ਦਾ ਇੱਕ ਮੁੱਲ ਹੈ। ਜੇ ਤੁਸੀਂ ਵਿਕ ਨਹੀਂ ਸਕਦੇ ਜਾਂ ਕੁਝ ਵੇਚ ਨਹੀਂ ਸਕਦੇ ਤਾਂ ਇਸ ਦੌਰ ਦੇ ਕਾਬਿਲ ਨਹੀਂ ਹੋ ਤੁਸੀਂ। ਤੇ ਸਾਰਾ ਕੁਝ ਜੋ ਹੈ ਮੈਂ ਤੁਹਾਨੂੰ ਦੱਸ ਰਿਹਾ, ਇਹੀ ਕੁਝ ਦਾ ਪਾਸਾਰਾ ਹੈ ਹਰ ਪਾਸੇ। ਕੋਈ ਮਰਜ਼ੀ ਤੁਸੀਂ ਚੈਨਲ ਦੇਖ ਲਓ, ਖਬਰਾਂ ਤੁਹਾਨੂੰ ਇਸ ਤਰ੍ਹਾਂ ਸੁਣਾਈਆਂ ਜਾਂਦੀਆਂ ਨੇ ਜਿਵੇਂ ਬਹੁਤ ਵੱਡੀ ਕੋਈ ਹੌਰਰ ਫਿਲਮ ਦਿਖਾਈ ਜਾ ਰਹੀ ਹੋਵੇ। ਮਤਲਬ ਹਰ ਚੀਜ਼ ਨੂੰ ਸਨਸਨੀਖੇਜ਼ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਔਰ ਹਰ ਗੱਲ ਦੇ ਵਿੱਚ ਸਟੈਟਿਸਟਿਕ ਪਲੇਅਰ ਲਈ ਜਾ ਰਹੀ। ਜੀ ਇਹ ਸਾਰਾ ਕੁਝ ਜਿਹੜਾ ਹੈ ਇਹਦੇ ਖਿਲਾਫ ਅਸੀਂ ਮਤਲਬ ਜੇ ਇਸ ਤਰ੍ਹਾਂ ਦੀ ਕੋਈ ਲਹਿਰ ਪੈਦਾ ਨਹੀਂ ਕਰਾਂਗੇ, ਮੈਨੂੰ ਲੱਗਦਾ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਇਨਸਾਫ ਨਹੀਂ ਕਰਾਂਗੇ ਔਰ ਜਦੋਂ ਕੱਲ ਨੂੰ ਤਵਾਰੀਖ ਲਿਖੀ ਜਾਵੇਗੀ ਸਾਨੂੰ ਬੁਜ਼ਦਲਾਂ 'ਚ ਸ਼ੁਮਾਰ ਕੀਤਾ ਜਾਵੇਗਾ। ਕੀ ਬਾਤ ਹੈ, ਕੀ ਬਾਤ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਰ ਇਹ ਵੀ ਦੱਸੋ ਕਿ ਜਦੋਂ ਹੁਣ ਅਸੀਂ ਟੀਵੀ ਦੇਖਦੇ ਹਾਂ ਤੇ ਜਦੋਂ ਪਹਿਲਾਂ ਟੀਵੀ ਦੇਖਦੇ ਸੀ ਉਹਦੇ ਵਿੱਚ ਕੋਈ ਬ੍ਰੇਕ ਕੋਈ ਨਹੀਂ ਹੁੰਦੀ ਸੀ, ਅਸੀਂ ਲਗਾਤਾਰ ਪ੍ਰੋਗਰਾਮ ਦੇਖਦੇ ਸੀ, ਵੱਡੇ ਵੱਡੇ ਸੀਰੀਅਲ ਵੀ ਲਗਾਤਾਰ ਦੇਖਦੇ ਸੀ। ਪਰ ਹੁਣ ਫਿਰ ਸ਼ੁਰੂ ਹੋਇਆ ਕਿ ਇੱਕ ਬ੍ਰੇਕ ਆਉਣ ਲੱਗੀ। ਹੁਣ ਐਂ ਲੱਗਦਾ ਜਿਵੇਂ ਐਡ ਵੱਧ ਦੇਖ ਰਹੇ ਹੁੰਦੇ ਆ, ਪ੍ਰੋਗਰਾਮ ਘੱਟ ਦੇਖ ਰਹੇ ਹੁੰਦੇ ਆ। ਇਹ ਜਿਹੜਾ ਬਾਜ਼ਾਰ ਹੈ ਇਹ ਸਾਡੀ ਮਾਨਸਿਕਤਾ ਤੇ ਇਸ ਕਦਰ ਹਾਵੀ ਕਿਉਂ ਹੋ ਰਿਹਾ ਇਸ ਮੀਡੀਆ ਰਾਹੀਂ? ਇਹਦੇ ਪਿੱਛੇ ਕੋਈ ਖਾਸ ਕਾਰਨ ਨੇ? ਦੇਖੋ, ਗੱਲ ਇਹ ਹੈ ਕਿ ਜਦੋਂ ਤੁਸੀਂ ਕੋਈ ਪ੍ਰੋਗਰਾਮ ਬਣਾਉਂਦੇ ਹੋ, ਪਹਿਲੀ ਗੱਲ ਤਾਂ ਇਹ ਹਕੀਕਤ ਇਹ ਹੈ, ਮਤਲਬ ਮੈਂ ਮੰਨ ਲਓ ਇੱਕ ਚੈਨਲ ਸ਼ੁਰੂ ਕੀਤਾ, ਮੈਂ ਪ੍ਰੋਗਰਾਮ ਬਣਾਉਣਾ, ਪ੍ਰੋਗਰਾਮ ਦੇ ਉੱਤੇ ਸਰਮਾਇਆ ਖਰਚ ਹੁੰਦਾ, ਪੈਸਾ ਖਰਚ ਹੁੰਦਾ, ਤੁਸੀਂ ਆਰਟਿਸਟ ਲੈਣੇ ਹੋ। ਅੱਜ ਉਹ ਯੁੱਗ ਤਾਂ ਹੈ ਨੀ ਗਾ। ਅਸੀਂ ਜਦੋਂ ਪਹਿਲਾਂ ਸੰਦਲੀ ਬੜਾ ਪ੍ਰੋਗਰਾਮ ਕਰਦੇ ਹੁੰਦੇ ਸੀ ਤੇ ਇੱਕ ਪਿੰਡ ਵਾਲੇ ਸਾਨੂੰ ਹਫਤਾ ਰੱਖਦੇ, ਠੀਕ ਹੈ। ਪਹਿਲਾਂ ਤਾਂ 40 ਬੋਤੇ ਇਕੱਠੇ ਕਰਦੇ, ਉੱਤੇ 3-3 ਬੰਦੇ ਬੈਠਦੇ, ਠੀਕ, ਔਰ ਫਿਰ ਉਹਨਾਂ ਦੇ ਨਾਲ ਹੋਰ ਹੁੰਦੇ। ਇੰਨੇ ਲੰਗਰ ਲੱਗੇ ਹੁੰਦੇ ਕਿ ਪਿੰਡ ਵਾਲੇ ਵੀ ਵਿੱਚ ਰੋਟੀ ਖਾਈ ਜਾਂਦੇ, ਵਿੱਚ ਅਸੀਂ ਵੀ ਖਾਈ ਜਾਂਦੇ, ਵਿੱਚ ਬਾਕੀ ਜਿਹੜੇ ਬਾਹਰੋਂ ਆਏ ਹੁੰਦੇ ਉਹ ਵੀ ਖਾਈ ਜਾਂਦੇ, ਜਾਂ ਆਸੇ ਪਾਸੇ ਪਿੰਡ ਵਾਲੇ ਵੀ ਖਾਈ ਜਾਂਦੇ, ਠੀਕ। ਉਦੋਂ ਅਸੀਂ ਮਤਲਬ ਬਹੁਤ ਘੱਟ ਪੈਸੇ, ਜਿਵੇਂ ਕਹ ਲਓ 5000 ਜੇ ਸਰਪੰਚ ਸਾਹਿਬ ਨੂੰ ਅਸੀਂ ਭੇਜਤਾ ਤਾਂ ਕੋਈ ਬਹੁਤਾ, ਤੇ ਉਹਨਾਂ ਦੇ ਤਾਂ ਖਰਚ ਹੋ ਜਾਂਦੇ ਸੀ ਲੱਖਾਂ। ਉਦੋਂ ਕੋਈ ਇਸ ਤਰ੍ਹਾਂ ਦਾ ਨਹੀਂ ਸੀ, ਆਰਟਿਸਟਾਂ ਨੂੰ ਮਾਮੂਲੀ ਫੀਸ ਮਿਲਦੀ ਸੀਗੀ। ਹੁਣ ਕੀ ਹੋ ਗਿਆ, ਤੁਸੀਂ ਕਿਸੇ ਵੀ ਆਰਟਿਸਟ ਨੂੰ ਜੇ ਬੁੱਕ ਕਰਨਾ ਹੈ ਜਿਹੜਾ ਕਦੇ ਕਿਸੇ ਮਾੜੇ ਮੋਟੇ ਡਰਾਮੇ 'ਚ ਆਇਆ ਤਾਂ ਉਹਦੀ ਘੱਟੋ ਘੱਟ ਜਿਹੜੀ ਮਤਲਬ ਉਹ ਚਾਹੇਗਾ ਫੀ, ਉਹ 2000 ਰੁਪਏ ਤਾਂ ਚਾਹੇਗਾ ਹੀ ਚਾਹੇਗਾ। ਵੀ ਅੱਜ ਕੱਲ 2000 ਰੁਪਏ ਕੁਛ ਨਹੀਂ ਹੁੰਦਾ। ਇੱਕ ਤਾਂ ਇਹ ਮਤਲਬ ਕਨਸਟ੍ਰੇਂਟ ਹੈਗਾ ਕਿ ਤੁਸੀਂ ਪ੍ਰੋਗਰਾਮ ਜਦੋਂ ਕਰਦੇ ਹੋ ਤਾਂ ਕਾਫੀ ਪੈਸਾ ਖਰਚ ਹੁੰਦਾ, ਔਰ ਉਹ ਪੈਸਾ ਤੁਸੀਂ ਕਿੱਥੋਂ ਲੈਣਾ ਹੁੰਦਾ? ਉਹ ਪੈਸਾ ਤੁਹਾਨੂੰ ਇਸ਼ਤਿਹਾਰਬਾਜ਼ੀ 'ਚੋਂ ਆਉਣਾ, ਔਰ ਇਸ਼ਤਿਹਾਰਬਾਜ਼ੀ ਕਰਕੇ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਲਿਖਦੇ ਹੋ ਜਿਹਨੂੰ ਲੋਕ ਵੇਖਣ ਦਾ ਕ੍ਰਾਈਟੇਰੀਆ ਇਹ ਹੈ ਕਿ ਜੇ ਮੈਂ ਕੋਈ ਸੰਜੀਦਾ ਗੱਲ ਕਰੂੰਗਾ 2 ਮਿੰਟ ਨਹੀਂ ਕੋਈ ਸੁਣੇਗਾ, ਠੀਕ ਹੈ। ਮੈਂ 1999 ਦੇ ਵਿੱਚ 1995 ਦੇ ਵਿੱਚ 10ਵੇਂ ਪਾਤਸ਼ਾਹ ਦਾ ਜ਼ਫਰਨਾਮਾ ਔਰ ਫਤਿਹਨਾਮਾ ਰਿਕਾਰਡ ਕਰਵਾਇਆ, ਜਿਹੜਾ ਆਸਟ੍ਰੇਲੀਆ ਦੇ ਇੱਕ ਸਿੰਘ ਨੇ ਰਿਕਾਰਡ ਕਰਾਇਆ। ਮੈਂ ਆਪਣੀ ਆਵਾਜ਼ ਦੇ ਵਿੱਚ ਰਿਸਾਈਟ ਕੀਤਾ ਉਸ ਨੂੰ ਜੀ।
ਉਸ ਦੇ ਹੁਣ ਤੱਕ ਇੰਨੇ ਸਾਲ ਹੋ ਗਏ YouTube ਤੇ ਪਾਏ ਨੂੰ, ਸਿਰਫ 1400 ਦੇ ਜਿਹੜੇ ਵਿਊਜ਼ ਨੇ, ਮਤਲਬ ਸੁਣਿਆ ਵੇਖਿਆ ਗਿਆ। ਠੀਕ, ਇੱਕ ਹੋਰ ਜ਼ਫਰਨਾਮਾ ਆਇਆ ਹੁਣ ਪਿੱਛੇ, ਜਿਹਦੇ 'ਚ ਦਾਅਵਾ ਕੀਤਾ ਗਿਆ ਕਿ ਵੀ ਉਹ ਬਹੁਤ ਮਤਲਬ ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲੇ ਵਾਰੀ ਹੋਇਆ ਹੈ ਨਾ, ਔਰ ਉਹਦੇ 'ਚ ਜੋ ਜੜ ਵੱਢੀ ਗਈ ਹੈ ਅਲਫਾਜ਼ ਦੀ, ਜੋ ਤਲਫੁਜ਼ ਨੂੰ ਵਿਗਾੜਿਆ ਗਿਆ ਹੈ, ਔਰ ਇਹ ਨਹੀਂ ਪਤਾ ਲੱਗਦਾ ਕਿ ਯਾਰ ਇਹ ਬੰਦੇ ਦੀ ਤੇ ਵਿਊ ਉਹਦੇ ਮਤਲਬ ਮਿਲੀਅਨਸ ਤੋਂ ਟੱਪ ਗਏ ਨੇ। ਗੱਲ ਇਹ ਹੈ ਵੀ ਜਦੋਂ ਵੇਖਣ ਵਾਲੇ ਇਹੋ ਜਿਹੇ ਨੇ, ਠੀਕ, ਤੇ ਅੱਗੇ ਪੇਸ਼ ਕਰਨ ਵਾਲੇ ਇਹੋ ਜਿਹੇ ਨੇ, ਤਾਂ ਉੱਥੇ ਕੀ ਹੋਵੇਗਾ? ਉੱਥੇ ਇਹ ਹੋਵੇਗਾ ਕਿ ਨਾ ਮਿਆਰੀ ਸੁਣਨ ਵਾਲੇ ਨੇ, ਨਾ ਮਿਆਰੀ ਪੇਸ਼ਕਾਰ ਨੇ। ਸੰਜੀਦਾ ਗੱਲ ਤੁਹਾਡੀ ਕੋਈ ਨਹੀਂ ਸੁਣੇਗਾ। ਜੇ ਤੁਸੀਂ ਕੋਈ ਲੱਚਰ ਗੱਲ ਕਰ ਰਹੇ ਹੋ, ਬੇਹੂਦਾ ਵਾਹਿਯਾਤ ਗੱਲ ਕਰ ਰਹੇ ਹੋ, ਉਹਦੇ ਤੇ ਬੜੇ ਲੋਕ ਤੁਹਾਨੂੰ ਮਤਲਬ ਕਮੈਂਟ ਦੇਣਗੇ, ਨਹੀਂ ਤੁਸੀਂ ਰੁਲ ਕੇ ਰਹਿ ਜਾਓਗੇ। ਇਹਦੇ 'ਚ ਇਹ ਹੈ ਕਿ ਹੁਣ ਸਾਰਾ ਕੁਝ ਇਹੀ ਹੋ ਰਿਹਾ ਹੈ। ਇਸ਼ਤਿਹਾਰਬਾਜ਼ੀ ਜਿਸ ਚੀਜ਼ ਦੀ ਕਰਨ ਦੀ ਜ਼ਰੂਰਤ ਪੈ ਜੇ, ਠੀਕ, ਉਹ ਭਾਵੇਂ ਕਿਸੇ ਚੀਜ਼ ਦੀ ਇਸ਼ਤਿਹਾਰਬਾਜ਼ੀ ਹੋਵੇ, ਉਹ ਤੁਹਾਡੀ ਦੌਲਤ ਦੀ ਇਸ਼ਤਿਹਾਰਬਾਜ਼ੀ, ਤੁਹਾਡੇ ਰੁਤਬੇ ਦੀ ਇਸ਼ਤਿਹਾਰਬਾਜ਼ੀ ਹੋਵੇ, ਤੁਹਾਡੇ ਲਿਬਾਸ ਦੀ ਇਸ਼ਤਿਹਾਰਬਾਜ਼ੀ ਹੋਵੇ, ਜਾਂ ਤੁਹਾਡੀ ਕਲਮ ਦੀ ਇਸ਼ਤਿਹਾਰਬਾਜ਼ੀ ਹੋਵੇ। ਜਦੋਂ ਗੱਲ ਇਸ਼ਤਿਹਾਰਬਾਜ਼ੀ ਤੇ ਮੁੱਕਦੀ ਹੈ, ਇਹਦਾ ਮਤਲਬ ਉਹਦੇ 'ਚ ਦੇਖਣ ਵਾਲਾ ਸੁਣਨ ਵਾਲਾ ਕੁਝ ਨਹੀਂ ਹੁੰਦਾ। ਕੀ ਬਾਤ। ਕਿਉਂਕਿ ਜਿਹੜੀ ਚੀਜ਼ ਇਸ਼ਤਿਹਾਰਬਾਜ਼ੀ ਨੂੰ ਮੁਹਤਾਜ ਹੋ ਜਾਂਦੀ ਹੈ, ਉਹ ਬੇਅਰਥ ਹੋ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ, ਇੱਕ ਮੇਰਾ ਵੀ ਨਿੱਕਾ ਜਿਹਾ ਸਵਾਲ ਇਸ ਗੱਲ ਦਾ, ਕੌਂਕੇ ਸਾਹਿਬ ਸਵਾਲ ਅਜੇ ਬਾਅਦ ਚ ਲਵਾਂਗੇ ਪਲੀਜ਼। ਓਕੇ ਜੀ ਜੀ ਸਰ। ਤੁਸੀਂ ਵੇਖੋ ਕਿ ਦੁਨੀਆ ਦੇ ਵਿੱਚ ਇੰਨੇ ਦਾਨਿਸ਼ਵਰ ਹੋਏ, ਇੰਨੇ ਫਲਸਫੀ ਹੋਏ, ਉਹਨਾਂ ਨੂੰ ਕਿਸੇ ਚੀਜ਼ ਦੀ ਇਸ਼ਤਿਹਾਰਬਾਜ਼ੀ ਕਰਨ ਦੀ ਜ਼ਰੂਰਤ ਪਈ? ਮਤਲਬ ਮਨਸੂਰ ਨੂੰ ਕੁਝ ਇਸ਼ਤਿਹਾਰਬਾਜ਼ੀ ਕਰਨ ਦੀ ਜ਼ਰੂਰਤ ਪਈ? ਸੁਕਰਾਤ ਨੂੰ ਕਰਨ ਦੀ ਪਈ? ਗੁਰੂ ਨਾਨਕ ਪਾਤਸ਼ਾਹ ਨੂੰ ਜਾਂ ਜਿੰਨੇ ਵੀ ਪੈਗੰਬਰ ਹੋਏ ਨੇ, ਉਹਨਾਂ ਨੇ ਕੋਈ ਇਸ਼ਤਿਹਾਰਬਾਜ਼ੀ ਨਹੀਂ ਕੀਤੀ। ਉਹਨਾਂ ਨੇ ਆਪਣੀ ਜੀਵਨ ਜਾਂਚ ਹੀ ਇਸ ਤਰ੍ਹਾਂ ਦੀ ਸੀ, ਉਹਨਾਂ ਦੀ ਮਤਲਬ ਇੰਨੀ ਸੱਚੀ ਸੀ, ਹਨਾ, ਜੋ ਉਹ ਜੀਵਨ ਦੇ ਵਿੱਚ ਸੀ, ਜੋ ਅਮਲ ਦੇ ਵਿੱਚ ਸੀ, ਉਹਨਾਂ ਦਾ ਹੋਰ ਕੋਈ ਚਿਹਰਾ ਨਹੀਂ ਸੀਗਾ। ਹੁਣ ਇੱਥੇ ਹੈ ਵੀ ਸਾਡੇ ਚਿਹਰੇ ਬਹੁਤ ਨੇ, ਅਸੀਂ ਬਹੁਤ ਨਕਾਬਾਂ ਪਾ ਕੇ ਲਿਖਦੇ ਹਾਂ, ਨਕਾਬਾਂ ਪਾ ਕੇ ਗੱਲ ਕਰਦੇ ਹਾਂ, ਇੱਕ ਮਖੌਟਾ ਉਤਰਦਾ ਹੈ, ਘਰੇ ਹੋਰ ਚੜਾ ਲੈਂਦੇ ਹਾਂ, ਘਰੋਂ ਬਾਹਰ ਨਿਕਲਦੇ ਹੋਰ ਚੜਾ ਲੈਂਦੇ ਹਾਂ। ਮਤਲਬ ਜਦੋਂ ਸਾਡੀ ਸ਼ੈਲੀ, ਜੀਵਨ ਸ਼ੈਲੀ ਇਸ ਤਰ੍ਹਾਂ ਦੀ ਹੋ ਗਈ ਹੈ, ਤਾਂ ਫਿਰ ਦੁਨੀਆ ਵੀ ਉਸ ਤਰ੍ਹਾਂ ਦੀ ਹੋ ਗਈ ਹੈ ਕਿ ਉਹ ਵੀ ਇਹ ਚਾਹੁੰਦੇ ਨੇ ਕਿ ਕੋਈ ਸਾਨੂੰ ਮਿਲੇ ਤਾਂ ਮਖੌਟਾ ਪਾ ਕੇ ਮਿਲੇ, ਤੇ ਜੇ ਸਾਬਤ ਸੂਰਤ ਉਸ ਤਰ੍ਹਾਂ ਮਿਲੇਗਾ ਜਿਵੇਂ ਉਹ ਹੈ, ਤਾਂ ਸਾਨੂੰ ਕੋਈ ਪਸੰਦ ਨਹੀਂ ਕਰੇਗਾ। ਜੇ ਮੈਂ ਸੱਚ ਬੋਲ ਕੇ ਗੱਲ ਕਰੂੰਗਾ ਤਾਂ ਕੋਈ ਨਹੀਂ ਕਰੇਗਾ ਜੀ। ਔਰ ਇਸ ਸਰ ਇਹ ਗੱਲ ਦੱਸੋ ਕਿ ਜਿਹੜੀ ਤੁਹਾਡੀ ਭਾਸ਼ਾ ਉਰਦੂ, ਫਾਰਸੀ ਤੇ ਹੋਰ ਬਹੁਤ ਸਾਰਾ ਕੁਝ ਉਹਦੇ ਵਿੱਚ ਇੱਕ ਸਾਡੀ ਪੂਰੀ ਵਿਰਾਸਤ ਤੁਹਾਡੀ ਭਾਸ਼ਾ ਦੇ ਵਿੱਚ ਝਲਕਦੀ ਹੈ, ਪਰ ਅੱਜ ਸਾਡੀ ਭਾਸ਼ਾ ਦੀ ਡਾਇਰੈਕਸ਼ਨ ਹੋਰ ਹੈ। ਕਿਤੇ ਇਹ ਤਾਂ ਨਹੀਂ ਹੈਗਾ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਸਾਡੀਆਂ ਤੁਹਾਡੀ ਇਸ ਭਾਸ਼ਾ ਨੂੰ ਸਮਝ ਹੀ ਨਾ ਸਕਣ, ਅਸੀਂ ਇਹਦੇ ਨਾਲ ਇੰਨਾ ਟੁੱਟ ਜਾਈਏ ਕਿ ਇਹ ਚੀਜ਼ਾਂ ਦਾ ਗੈਪ ਇੰਨਾ ਪੈ ਜਾਏ ਸਾਡੀ ਹੁਣ ਵਾਲੀ ਭਾਸ਼ਾ ਦਾ ਤੇ ਤੁਹਾਡੇ ਵਾਲੀ ਭਾਸ਼ਾ ਦਾ? ਤੁਹਾਨੂੰ ਕੀ ਲੱਗਦਾ ਭਾਸ਼ਾ ਦੀ ਕਿਹੋ ਜਿਹੀ ਡਿਵੈਲਪਮੈਂਟ ਹੈ? ਦੇਖੋ, ਮੈਂ ਸਮਝਦਾ ਕਿ ਜੇ ਮੈਨੂੰ ਕੋਈ ਸਮਝ ਨਹੀਂ ਰਿਹਾ, ਤਾਂ ਮੈਨੂੰ ਲੱਗਦਾ ਮੇਰੀ ਸਮੱਸਿਆ ਨਹੀਂ, ਉਹਦੀ ਅਕਲ ਦੀ ਸਮੱਸਿਆ ਕਿ ਉਹਨੂੰ ਮੇਰੀ ਗੱਲ ਸਮਝ ਨਹੀਂ ਆ ਰਹੀ। ਬਿਲਕੁਲ ਠੀਕ। ਜੇ ਮੈਂ ਉਹਨੂੰ ਉਰਦੂ ਨਹੀਂ ਆਉਂਦੀ ਤਾਂ ਮੇਰਾ ਕਸੂਰ ਥੋੜੀ ਹੈ, ਜੋ ਪੰਜਾਬੀ ਨਹੀਂ ਸਮਝਦਾ ਤਾਂ ਮੇਰਾ ਕਸੂਰ ਥੋੜੀ ਹੈ। ਇਹ ਤਾਂ ਉਹਦੀ ਮਤਲਬ ਪਰਵਰਿਸ਼ ਦੇ ਵਿੱਚ ਕੋਈ ਨਾ ਕੋਈ ਕਮੀ ਹੈ ਕਿ ਉਹ ਮੇਰੀ ਗੱਲ ਨਹੀਂ ਸਮਝ ਰਿਹਾ। ਹੁਣ ਜਿਹੜੇ ਦੌਰ ਚ ਗੁਜ਼ਰ ਰਹੇ ਆ, ਜਿਵੇਂ ਤੁਸੀਂ ਕਹਿੰਦੇ, ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜੀ, ਕਿ ਮੇਰੇ ਬੇਟੇ ਨੂੰ, ਮੈਂ ਘਰੇ ਸ਼ੁੱਧ ਪੰਜਾਬੀ ਬੋਲਦਾ, ਮੇਰੀ ਬੇਟੀ ਵੀ ਸ਼ੁੱਧ ਪੰਜਾਬੀ ਬੋਲਦੀ ਹੈ, ਮੇਰਾ ਬੇਟਾ ਵੀ ਸ਼ੁੱਧ ਪੰਜਾਬੀ ਬੋਲਦਾ। ਕਾਨਵੈਂਟ ਸਕੂਲ ਦੇ ਪੜ੍ਹੇ ਨੇ, ਇਹ ਉਸ ਦੌਰ ਦੇ ਹੀ ਪੜ੍ਹੇ ਨੇ ਜਿਸ ਦੌਰ ਦੇ ਵਿੱਚ ਅਸੀਂ ਘਰੇ ਆ ਕੇ ਹਿੰਦੀ ਬੋਲਣੀ, ਤੇ ਮੈਂ ਬੜੀ ਠੇਠ ਪੰਜਾਬੀ ਇਹਨਾਂ ਨੂੰ ਬੋਲਣਾ। ਮੈਂ ਇੱਕ ਦਿਨ ਆਪਣੇ ਬੇਟੇ ਨੂੰ ਉਹ ਫਿਲਮ ਦੇਖ ਰਿਹਾ ਸੀਗਾ, ਤੇ ਉਹਦੇ ਵਿੱਚ ਇੱਕ ਹਵਾਈ ਜਹਾਜ਼ ਉਡਾ ਰਿਹਾ ਪਾਇਲਟ, ਤੇ ਮੈਨੂੰ ਪੁੱਛਦਾ ਕਿ ਪਾਪਾ ਮੈਂ ਬਣ ਜਾਊਂਗਾ, ਪਾਇਲਟ ਬਣ ਜਾਊਂਗਾ? ਮੈਂ ਕਿਹਾ ਯਾਰ ਬਣ ਜਾਏਗਾ ਤੂੰ, ਮੈਂ ਪੜ੍ਹੀ ਜਾਂਦਾ ਸੀ, ਮੈਂ ਕਿਹਾ ਦੱਬ ਕੇ ਪੜ੍ਹਿਆ ਕਰ, ਤੂੰ ਚਿੰਤਾ ਨਾ ਲਾਇਆ ਕਰ। ਉਹ ਹੁਣ ਥੋੜੀ ਦੇਰ ਬਾਅਦ ਫਿਰ ਉਹ ਫਿਲਮ ਰਿਪੀਟ ਹੋ ਗਈ, ਤੇ ਮੈਨੂੰ ਪੁੱਛਦਾ, ਕਹਿੰਦਾ ਮੈਂ ਪਾਪਾ ਪਾਇਲਟ ਬਣ ਜਾਊਂਗਾ? ਮੈਂ ਕਿਹਾ ਯਾਰ ਤੂੰ ਬਣ ਜਾਏਗਾ, ਦੱਬ ਕੇ ਪੜ੍ਹਿਆ ਕਰ। ਤੀਜੇ ਵਾਰੀ ਜਦੋਂ ਫੇਰ ਫਿਲਮ ਆਈ, ਫਿਰ ਮੈਨੂੰ ਉਹ ਪੁੱਛਦਾ, ਕਹਿੰਦਾ ਮੈਂ ਪਾਇਲਟ, ਮੈਂ ਕਿਹਾ ਯਾਰ ਤੂੰ ਬਣ ਜਾਏਗਾ, ਤੈਨੂੰ ਮੈਂ ਕਿਹਾ ਤੇ ਤੂੰ ਦੱਬ ਕੇ ਪੜ੍ਹਿਆ ਕਰ। ਕਹਿੰਦਾ ਪਾਪਾ ਜਦੋਂ ਮੈਂ ਦੱਬ ਕੇ ਪੜ੍ਹਦਾ ਨਾ, ਮੇਰੀ ਪੈਨਸਲ ਦਾ ਸਿੱਕਾ ਟੁੱਟ ਜਾਂਦਾ। ਤੂੰ ਗੱਲ ਇਹ ਹੈ ਜਿਹੜਾ ਪੰਜਾਬੀ ਦਾ ਮੁਹਾਵਰਾ ਹੈ, ਜਦ ਤੱਕ ਬੱਚਿਆਂ ਨੂੰ ਅਸੀਂ ਇਹਦੇ ਨਾਲ ਨਹੀਂ ਜੋੜਦੇ,
ਮੈਨੂੰ ਐ ਲੱਗਦਾ ਹੁੰਦਾ ਕਿ ਮੈਂ ਦੇਖੋ ਕਿੰਨੇ ਡਾਇਰੈਕਟਰ ਆਏ, ਮੈਂ ਕਿੱਡੀਆਂ ਮੀਟਿੰਗਸ 'ਚ ਵੀ ਜਾਂਦਾ ਰਿਹਾ, ਬੜੇ ਲੋਕਾਂ ਨਾਲ ਵਾਹ ਪਿਆ, ਪਰ ਮੈਂ ਕਦੇ ਅੰਗਰੇਜ਼ੀ ਨਹੀਂ ਬੋਲੀ, ਮੈਂ ਪੰਜਾਬੀ 'ਚ ਸ਼ੁੱਧ ਗੱਲ ਕਰਦਾ ਰਿਹਾ। ਮੇਰੇ ਡਾਇਰੈਕਟਰ ਕੀ ਵੀ ਇਸ ਗੱਲੋਂ ਖੁਸ਼ ਹੁੰਦੇ ਸੀਗੇ, ਮੈਂ ਕੋਈ ਹੋਰ ਭਾਸ਼ਾ ਬੋਲਦਾ ਹੀ ਨਹੀਂ ਸੀ। ਇਹ ਨਹੀਂ ਕਹਾ ਕਿ ਮੈਂ ਐਵੇਂ ਇੰਗਲਿਸ਼ ਆ, ਮੈਨੂੰ ਪਤਾ ਵੀ ਮੈਂ ਐਕਸਪ੍ਰੈਸ ਕਰ ਸਕਦਾ, ਮੈਨੂੰ ਕੋਈ ਪ੍ਰੋਬਲਮ ਨਹੀਂ ਗੀ, ਪਰ ਗੱਲ ਇਹ ਹੈ ਮੈਂ ਕਿਉਂ ਬੋਲਾਂ। ਠੀਕ, ਹੁਣ ਇਹ ਹੈ ਕਿ ਹੁਣ ਜਿਸ ਤਰ੍ਹਾਂ ਦਾ ਦੌਰ ਚੱਲ ਰਿਹਾ, ਇਹਦੇ ਵਿੱਚ ਤੁਹਾਡੀ ਲਿਆਕਤ ਨੂੰ ਤੁਹਾਡੀ ਭਾਸ਼ਾ ਨਾਲ ਜੋੜ ਲਿਆ ਗਿਆ ਕਿ ਤੁਸੀਂ ਜੋ ਬੋਲਦੇ ਹੋ, ਜੇ ਤੁਸੀਂ ਹਿੰਦੀ ਬੋਲਦੇ ਹੋ ਤਾਂ ਮਤਲਬ ਸਿਵਲਾਈਜ਼ਡ ਹੋ, ਜੇ ਅਸੀਂ ਅੰਗਰੇਜ਼ੀ ਬੋਲਦੇ ਹੋ ਤਾਂ ਹੋਰ ਸੱਭਿਅਕ ਹੋ, ਜੇ ਤੁਸੀਂ ਪੰਜਾਬੀ ਬੋਲਦੇ ਹੋ ਤਾਂ ਤੁਸੀਂ ਫੂਡ ਹੋ। ਗੱਲ ਇਹ ਹੈ ਕਿ ਤੁਸੀਂ ਕਿਸ ਪੰਜਾਬੀ ਨੂੰ ਪੇਸ਼ ਕਰ ਰਹੇ ਹੋ, ਇਹ ਸਮਝਿਆ ਜਾ ਰਿਹਾ। ਜੇ ਟਰੱਕਾਂ ਵਾਲਿਆਂ ਦੀ ਭਾਸ਼ਾ ਹੈ, ਫੂਡ ਭਾਸ਼ਾ ਜਾਏ, ਪਰ ਤੁਸੀਂ ਜਦ ਤੱਕ ਇਸ ਨੂੰ ਮੁਹੱਬਤ ਨਹੀਂ ਕਰਦੇ, ਇਹਦੇ ਤਹਿ ਤੱਕ ਨਹੀਂ ਜਾਂਦੇ, ਇਹਦੇ ਕਰੀਬ ਨਹੀਂ ਹੁੰਦੇ, ਇਹਨੂੰ ਆਪਣੀ ਆਗੋਸ਼ ਚ ਲੈਣ ਦੀ ਕੋਸ਼ਿਸ਼ ਨਹੀਂ ਕਰਦੇ, ਇਹਦੇ ਨਾਲ ਮੁਹੱਬਤ ਨਹੀਂ ਕਰਦੇ, ਉਨੀ ਦੇਰ ਤੱਕ ਇਹ ਸਮਝ ਨਹੀਂ ਆ ਸਕਦੀ ਜੀ। ਤੁਸੀਂ ਗੁਰੂ ਨਾਨਕ ਦੀ ਬਾਣੀ ਨੂੰ ਸਮਝਣ ਵਾਸਤੇ ਉਸ ਅਵਸਥਾ ਚ ਜਾਓਗੇ ਤੇ ਸਮਝ ਆਏਗੀ। ਮੈਂ ਐਵੇਂ ਬਾਣੀ ਦਾ ਤਰਜਮਾ ਕਰੀ ਜਾਵਾਂ, ਮੈਂ ਕਿਵੇਂ ਬਣ ਜਾਊਗਾ। ਦੇਖੋ ਕਿਤਾਬਾਂ ਬਹੁਤ ਲਿਖੀਆਂ ਜਾਂਦੀਆਂ ਨੇ, ਠੀਕ, ਗੱਲ ਇਹ ਹੈਗੀ ਹੈ ਕਿ ਮੈਂ ਇਹ ਸਮਝਦਾ ਹੁੰਦਾ ਉਪਲਬਧੀ ਸਾਡੀ ਤਾਂ ਹੈ, ਅਸੀਂ ਕੀ ਮਤਲਬ ਬੱਚਿਆਂ ਨੂੰ ਦੇ ਸਕਦੇ ਹਾਂ। ਜੇ ਤਾਂ ਮੈਂ ਬਿਲਕੁਲ ਉਹੀ ਕੁਛ ਲਿਖ ਰਿਹਾ ਜੋ ਮੈਂ ਦੇਖ ਰਿਹਾ, ਮੇਰੇ ਚ ਕੋਈ ਵਲਛਲ ਨਹੀਂ ਗਾ, ਤਾਂ ਜਿਹੜੀਆਂ ਐਸੀਆਂ ਕਿਤਾਬਾਂ ਨੇ ਜਿਨ੍ਹਾਂ ਨੇ ਜੀਵਨ ਦੇ ਸੱਚ ਨੂੰ ਜਿਉਇਆ ਤੇ ਸੱਚ ਨੂੰ ਹੀ ਪ੍ਰਚਾਰਿਆ, ਉਹ ਕਿਤਾਬਾਂ ਨਹੀਂ ਰਹੀਆਂ, ਉਹ ਗ੍ਰੰਥ ਬਣ ਗਏ। ਇੱਕ ਕਿਤਾਬ ਦੇ ਉੱਪਰ ਗ੍ਰੰਥ ਨਹੀਂ ਲਿਖਿਆ ਜਾ ਸਕਦਾ, ਗ੍ਰੰਥ ਦੇ ਉੱਪਰ ਹਜ਼ਾਰਾਂ ਕਿਤਾਬਾਂ ਲਿਖੀਆਂ ਜਾ ਸਕਦੀਆਂ। ਬਿਲਕੁਲ ਠੀਕ। ਸਾਡੀ ਸਮੱਸਿਆ ਇਹ ਹੈ ਕਿ ਅਸੀਂ ਕੁਝ ਐਸਾ ਨਹੀਂ ਲਿਖਦੇ, ਅਸੀਂ ਕੁਝ ਐਸਾ ਨਹੀਂ ਆਉਣ ਵਾਲੇ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਕੁਝ ਦੇ ਰਹੇ, ਜਿਹੜੀਆਂ ਮੌਜੂਦਾ ਪੀੜ੍ਹੀਆਂ ਨੇ ਉਹਨਾਂ ਨੂੰ ਅਸੀਂ ਜ਼ੁਬਾਨ ਨਾਲ ਤੋੜੀ ਜਾਂਦੇ ਹਾਂ। ਘਰ ਦੇ ਵਿੱਚ ਹਿੰਦੀ ਬੋਲ ਕੇ ਅਸੀਂ ਇਹ ਦੱਸਦੇ ਹਾਂ ਕਿ ਜੇ ਬੱਚੇ ਅੰਗਰੇਜ਼ੀ ਬੋਲਣ, ਸਾਨੂੰ ਲੱਗਦਾ ਕਿ ਸਾਡੇ ਬੱਚੇ ਅੰਗਰੇਜ਼ੀ ਬੋਲਣ ਲੱਗ ਗਏ, ਹਨਾ। ਪਰ ਗੱਲ ਇਹ ਹੈ ਕਿ ਜੇ ਤੁਸੀਂ ਆਪਣੇ ਆਪ ਨਾਲ ਹੀ ਵਫਾ ਨਹੀਂ ਕਰ ਰਹੇ, ਆਪਣੀ ਜ਼ੁਬਾਨ ਨਾਲ ਹੀ ਵਫਾ ਨਹੀਂ ਕਰ ਰਹੇ, ਜਿਹੜੀ ਤੁਹਾਡੀ ਮਾਂ ਨੇ ਤੁਹਾਨੂੰ ਲੋਰੀਆਂ ਰਾਹੀਂ ਦਿੱਤੀ ਹੈ, ਤੁਹਾਡੇ ਪੋਤੜਿਆਂ 'ਚ ਤੁਹਾਨੂੰ ਮਿਲੀ ਹੈ, ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਸੱਭਿਆਚਾਰ ਨਾਲ ਵੀ ਬਹੁਤ ਵੱਡੀ ਬੇਇਨਸਾਫੀ ਕਰ ਰਹੇ ਹੋ, ਜੋ ਬਖਸ਼ਣਯੋਗ ਨਹੀਂ। ਜੀ ਬਲਜੀਤ ਸਿੰਘ ਜੀ, ਤੁਸੀਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਤੇ ਉਹਨਾਂ ਦੇ ਟਾਈਟਲ ਵੀ ਬਹੁਤ ਕਮਾਲ ਦੇ ਨੇ, ਤਨਹਾ ਤਾਰੇ, ਪਹਿਲਾ ਖਤ ਆਖਰੀ, ਤੇ ਇਸ ਤਰ੍ਹਾਂ ਗੁਫ਼ਤਗੂ ਗਰਦਿਸ਼ ਗੁਬਾਰ। ਇਹ ਜਿਹੜੀ ਲੈ ਹੈ, ਇਹ ਤੁਹਾਡੀ ਪਰਸਨੈਲਿਟੀ ਦੇ ਅੰਦਰੋਂ ਹੀ ਪੈਦਾ ਹੋਈ ਹੈ ਜਾਂ ਤਾਂ ਸੋਮਾ ਕਿਤੇ ਹੋਰ ਸੀ? ਦੇਖੋ, ਮੈਂ ਤੁਹਾਨੂੰ ਹੋਇਆ ਇਹ ਕਿ ਡਾਕਟਰ ਸਤੀਸ਼ ਵਰਮਾ, ਜਦੋਂ ਮੈਂ ਇਹਨਾਂ ਨੂੰ ਲੈ ਕੇ ਆਇਆ ਲੋਕ ਰੰਗ ਪ੍ਰੋਗਰਾਮ ਕਰਨ ਵਾਸਤੇ, ਉਦੋਂ ਸਾਡੇ ਤੇ ਇਹ ਅੰਕੁਸ਼ ਲਾਤਾ ਸੀਗਾ ਕਿ ਤੁਸੀਂ ਪ੍ਰੋਡਿਊਸਰ ਕੋਈ ਖੁਦ ਪ੍ਰੈਜ਼ੈਂਟ ਨਹੀਂ ਕਰੇਗਾ ਪ੍ਰੋਗਰਾਮ। ਇੱਕ ਨਵੇਂ ਡਾਇਰੈਕਟਰ ਆਏ ਸੀ, ਤਾਂ ਉਹਨਾਂ ਦਿਨਾਂ 'ਚ ਮੁਲਾਕਾਤ, ਮੈਂ ਫਿਰ ਲੱਭਦਾ ਮੈਂ ਕਿਹਾ ਵੀ ਕੌਣ ਇਹ ਬੰਦਾ ਇੰਨਾ ਜ਼ਹੀਨ ਹੋ ਸਕਦਾ ਹੈ ਔਰ ਲਫ਼ਜ਼ਾਂ ਦਾ ਜਾਦੂਗਰ ਹੋ ਸਕਦਾ ਹੈ ਜਿਹੜਾ ਮੈਨੂੰ ਵੀ ਮਾਤ ਦੇਵੇ। ਔਰ ਮੈਂ ਬਹੁਤ ਦੇਰ ਤੱਕ ਮਤਲਬ ਕਹਿ ਲਓ ਵੀ ਇਹ ਸਾਰਾ ਕੁਝ ਕਰਕੇ ਵੇਖ ਲਿਆ, ਔਰ ਮੈਨੂੰ ਹੁਣ ਇਸ ਤੋਂ ਪਾਸੇ ਹੋ ਜਾਣਾ ਚਾਹੀਦਾ ਕਿਉਂਕਿ ਫਿਰ ਖੜੋਤ ਆ ਜਾਂਦੀ ਹੈ। ਮਤਲਬ ਮੈਂ ਉਹ ਜਮੂਦੀਆ ਨਹੀਂ ਚਾਹੁੰਦਾ ਸੀਗਾ, ਇਸ ਕਰਕੇ ਮੈਂ ਇਹਨਾਂ ਨੂੰ ਲੱਭਿਆ ਤੇ ਮੈਂ ਆ ਕੇ ਜਦੋਂ ਇਹ ਪ੍ਰੋਗਰਾਮ ਕਰਨ ਲੱਗ ਗਏ ਤਾਂ ਪ੍ਰੋਗਰਾਮ ਇਹ ਯਕਦਮ ਅਰੂਜ ਤੇ ਚਲਾ ਗਿਆ ਔਰ ਬੜੇ ਲੋਕ ਸੀ ਜਿਹੜੇ ਸਾਡੇ ਨਾਲ ਜੁੜ ਗਏ। ਮੈਂ ਇੱਕ ਕਿਤਾਬ ਲਿਖੀ ਸੀਗੀ, ਉਹ ਮੈਂ ਉਹਦਾ ਕੁਛ ਬੈਕਗਰਾਊਂਡ ਐਸੀ ਸੀ ਕਿ ਕਿਸੇ ਨੇ ਮੈਨੂੰ ਕੋਈ ਖਤ ਲਿਖੇ ਪਾਕਿਸਤਾਨ ਤੋਂ ਜਦੋਂ ਮੈਂ ਦੇਸ਼ ਪੰਜਾਬ ਪ੍ਰੋਗਰਾਮ ਕਰਦਾ ਸੀ, ਪਰ ਮੈਂ ਉਹਨਾਂ ਦਾ ਜਵਾਬ ਨਹੀਂ ਦਿੱਤਾ ਕਿਉਂਕਿ ਮੈਂ ਜਵਾਬ ਦੇ ਨਹੀਂ ਸਕਦਾ ਸੀ, ਉਸ ਵੇਲੇ ਮਾਹੌਲ ਐਸਾ ਸੀ। ਪਰ ਵਾਅਦਾ ਕੀਤਾ ਕਿ ਜਦੋਂ ਕਿਤੇ ਵਕਤ ਬਣਿਆ ਤਾਂ ਇਹ ਸਾਰੇ ਖਤਾਂ ਦਾ ਮੈਂ ਜਵਾਬ ਦਊਂਗਾ। ਤਾਂ ਉਹ ਮੈਂ ਲਿਖ ਕੇ ਰੱਖਿਆ ਹੋਇਆ ਸੀ ਰੈਂਡਮ ਜਿਹਾ। ਡਾਕਟਰ ਵਰਮਾ ਨੂੰ ਜਦੋਂ ਮੈਂ ਉਹ ਕਿਤਾਬ ਦਾ ਖਰੜਾ ਦਿੱਤਾ ਤੇ ਇਹਨਾਂ ਨੇ ਮੈਨੂੰ ਰਾਤ ਨੂੰ ਜਾ ਕੇ ਫੋਨ ਕੀਤਾ, ਕਹਿੰਦੇ ਯਾਰ ਤੂੰ ਤਾਂ ਬਹੁਤ ਵਧੀਆ ਲਿਖਦਾ। ਮੈਂ ਸੋਚਿਆ ਕਿਤੇ ਸ਼ਾਇਦ ਲੋਕ ਰੰਗ ਕਰਕੇ ਨਾ ਕਹਿ ਰਹੇ ਹੋਣ ਵੀ ਮੈਂ ਪ੍ਰੋਗਰਾਮ ਕਰਨ ਲੱਗ ਗਿਆ ਤੇ ਬਲਜੀਤ ਮੈਂ ਤੈਨੂੰ ਸ਼ਾਬਾਸ਼ ਦਿਆਂ, ਕੋਈ ਕਈ ਵਾਰੀ ਇਸ ਤਰ੍ਹਾਂ ਦੀ ਵੀ ਗੱਲ ਹੋ ਜਾਂਦੀ ਹੈ। ਤੇ ਮੈਨੂੰ ਉਹ ਕਿਤਾਬ ਦਾ ਜਦੋਂ ਮੈਂ ਟਾਈਟਲ ਰੱਖਿਆ ਉਹ ਸੀਗਾ ਪਹਿਲਾ ਖਤ ਆਖਰੀ। ਤਾਂ ਉਸ ਤੋਂ ਬਾਅਦ ਲਿਖਣ ਦੀ ਮੈਨੂੰ ਚੇਟਕ ਲੱਗ ਗਈ। ਫਿਰ ਦੂਸਰਾ ਮੈਂ ਲਿਖਿਆ ਜਿਹੜਾ ਵਾਰਤਕ ਦੀ ਕਿਤਾਬ ਵਰਕਾ ਵਰਕਾ ਵਜੂਦ, ਤਨਹਾ ਤਾਰੇ, ਗੁਫ਼ਤਗੂ ਗਰਦਿਸ਼ ਗੁਬਾਰ। ਉਹ ਗੱਲ ਇਹ ਹੁੰਦੀ ਹੈ ਕਿ ਤੁਹਾਡੇ ਅੰਦਰੋਂ ਹੀ ਕੁਛ ਨਾ ਕੁਛ ਬੋਲਦਾ ਹੁੰਦਾ ਜੀ, ਔਰ ਉਹੀ ਜ਼ਾਹਿਰ ਕਰਦੇ ਹੋ ਤੁਸੀਂ। ਉਹ ਤੁਹਾਨੂੰ ਉਹਦਾ ਸੋਰਸ ਨਹੀਂ ਪਤਾ ਲੱਗਦਾ, ਉਹ ਕਿੱਥੋਂ ਆਉਂਦਾ। ਆਤੇ ਹੈ ਗਾਇਬ ਸੇ ਮਜ਼ਾਮੀ ਖਿਆਲ ਮੇਂ, ਗਾਲਿਬ ਸਰੀਰੇ ਖਾਮਾ ਨਵਾਏ ਸਰੋਸ਼ ਹੈ। ਤੋ ਗਾਇਬ ਤੋਂ ਹੀ ਆਉਂਦੇ ਨੇ।
ਔਰ ਤੁਸੀਂ ਪਤਾ ਨਹੀਂ ਲੱਗਦਾ ਤੁਹਾਨੂੰ ਕਿ ਤੁਹਾਨੂੰ ਕੋਈ ਕੀ ਕਹਿ ਰਿਹਾ, ਜਾਂ ਇਹ ਜੇ ਕੋਈ ਅੱਖਰ ਆਇਆ ਤੁਹਾਡੀ ਜ਼ੁਬਾਨ ਦੇ ਉੱਤੇ ਉਹ ਗਾਇਬ ਚੋਂ ਆਉਂਦਾ, ਤੁਸੀਂ ਉਹਨੂੰ ਦੱਸ ਨਹੀਂ ਸਕਦੇ, ਉਹਦੀ ਕੋਈ ਵਜ਼ਾਹਤ ਨਹੀਂ ਕਰ ਸਕਦੇ ਕਿ ਮੈਂ ਐਵੇਂ ਲਿਖਿਆ। ਹੁਣ ਮੈਂ ਐਵੇਂ ਕਹਿ ਦਾਂ ਕਿ ਮੈਨੂੰ ਮੇਰੇ ਅੰਦਰ ਕੋਈ ਇਸ ਤਰ੍ਹਾਂ ਦੀ ਲਹਿ ਪੈਦਾ ਹੁੰਦੀ, ਪਤਾ ਨਹੀਂ ਕੀ ਪੈਦਾ ਹੁੰਦਾ ਸੀ, ਪਰ ਮੈਨੂੰ ਚੰਗਾ ਲੱਗਦਾ ਸੀ ਇਸ ਤਰ੍ਹਾਂ ਲਿਖਣਾ। ਤੁਹਾਡੀ ਇੱਕ ਕਿਤਾਬ ਹੈ ਸਰ, ਉਹਦਾ ਨਾਂ ਕਿਤਾਬ ਹੈ, ਤੇ ਬਹੁਤ ਖੂਬਸੂਰਤ ਕਿਤਾਬ ਹੈ, ਕੋਈ ਸ਼ੱਕ ਨਹੀਂ। ਉਹਦੇ ਵਿੱਚ ਤੁਸੀਂ ਡਾਕਟਰ ਸਤੀਸ਼ ਕੁਮਾਰ ਵਰਮਾ ਹੋਰਾਂ ਦੇ ਖੱਤਾਂ ਦਾ ਜਵਾਬ ਦਿੱਤਾ ਹੈ। ਇੱਕ ਖੱਤ ਉਹਨਾਂ ਦਾ, ਇੱਕ ਖੱਤ ਤੁਹਾਡਾ ਉਹਦੇ ਜਵਾਬ ਦੇ ਵਿੱਚ ਹੁੰਦਾ ਸੀ। ਇਹ ਬਹੁਤ ਖੂਬਸੂਰਤ ਸ਼ੈਲੀ ਹੈ ਜਿਹੜੀ ਖੱਤਾਂ ਰਾਹੀਂ ਤੁਸੀਂ ਪੇਸ਼ ਕਰਦੇ ਰਹੇ। ਇਹਦਾ ਪਿਛੋਕੜ ਕੀ ਹੈ ਕਿ ਇੱਕਦਮ ਸਾਰਾ ਕੁਝ ਲਿਖਿਆ ਗਿਆ ਜਾਂ ਕੋਈ ਸਿਲਸਿਲਾ ਸੀ ਕੋਈ? ਇਹ ਬੜਾ ਦਿਲਚਸਪ ਹੈ ਜੀ। ਡਾਕਟਰ ਸਰਬਜੀਤ ਸੋਹਲ ਨੂੰ ਮੈਂ ਦੱਸਣਾ ਚਾਹਾਂਗਾ ਕਿ ਜੀ ਸਰ, ਇਹ ਡਾਕਟਰ ਸਾਹਿਬ ਇਹ ਮੈਨੂੰ ਰੋਜ਼ ਇੱਕ ਖੱਤ ਲਿਖਣ ਲੱਗ ਗਏ ਡਾਕਟਰ ਵਰਮਾ ਜੀ। ਸਾਡੀ ਮੁਹੱਬਤ ਬੜੀ ਹੈ, ਬੜਾ ਪਿਆਰ ਹੈ, ਕਿਉਂਕਿ ਇਹਨਾਂ ਨੇ ਮੈਨੂੰ ਇਸ ਪਾਸੇ ਵੱਲ ਲਾਇਆ ਲਿਖਣ ਵਾਸਤੇ। ਮੈਂ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ। ਹੁਣ ਤਾਂ ਸਾਡੇ ਦੇ ਵਿੱਚ ਕੋਈ, ਸਾਡੇ ਦਰਮਿਆਨ ਕੋਈ ਵਿੱਤ ਨਹੀਂ ਹੈ, ਕੋਈ ਫਾਸਲਾ ਨਹੀਂ। तो ਇਹ ਮੈਨੂੰ ਰੋਜ਼ ਇੱਕ ਖੱਤ ਲਿਖਦੇ। ਇਹ ਮੈਨੂੰ ਲਗਾਤਾਰ 7 ਸਾਲ ਖੱਤ ਲਿਖਦੇ ਰਹੇ, ਡੇਲੀ ਮੈਨੂੰ ਖੱਤ ਹੁੰਦਾ। ਇਹ ਮੈਨੂੰ ਇੱਕ ਦਿਨ ਕਹਿੰਦੇ, ਬਲਜੀਤ ਮੇਰੇ ਖਤਾਂ ਦਾ ਤੂੰ ਜਵਾਬ ਨਹੀਂ ਦਿੰਦਾ। ਮੈਂ ਕਿਹਾ ਜੀ ਤੁਸੀਂ ਇੰਨੇ ਖੱਤ ਲਿਖੇ, ਮੈਂ ਕਦੇ ਫੁਰਸਤ ਮਿਲੇ ਤਾਂ ਮੈਂ ਤੁਹਾਨੂੰ ਜਵਾਬ ਦੇਵਾਂ। ਤਾਂ ਉਹਦੇ ਵਿੱਚ ਕੀ ਹੋਇਆ ਕਿ ਇੱਕ ਦਿਨ ਮੈਨੂੰ ਆ ਕੇ ਕਹਿਣ ਲੱਗੇ ਮੈਂ ਤੇਰੇ ਤੇ ਕੇਸ ਕਰ ਦੇਣਾ, ਕਿਉਂਕਿ ਜਿਹੜਾ ਉਹ ਸਰਮਾਇਆ ਉਸ ਦਾ ਹੁੰਦਾ ਜਿਹੜਾ ਖੱਤ ਲਿਖਦਾ। ਤਾਂ ਮੈਂ ਕਿਹਾ ਵੀ ਚਲੋ ਕਿਤੇ ਫੁਰਸਤ ਮਿਲੀ ਤਾਂ ਮੈਂ ਜ਼ਰੂਰ ਲਿਖੂੰਗਾ। ਜਦੋਂ ਇਹ ਮੈਨੂੰ ਖੱਤ ਲਿਖਦੇ ਰਹੇ ਤੇ ਇਹਨਾਂ ਦੇ ਖੱਤ ਨੇ ਜਿਹੜੇ ਉਹ ਸੰਪੂਰਨ ਹੋਏ, ਮਤਲਬ ਜਾ ਕੇ ਸਨ 2003 ਦੇ ਵਿੱਚ, 3-4 ਦੇ ਮੈਂ ਸ਼ਿਲੌਂਗ ਤੋਂ ਵਾਪਸ ਆਇਆ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਫਿਰ ਮੈਂ ਸੋਚਿਆ ਵੀ ਕਿਤੇ ਮੈਂ ਇਹਨਾਂ ਦੇ ਉਹ ਮੈਂ ਇਕੱਠੇ ਕਰ ਲਏ ਸਾਰੇ ਖੱਤ ਇਹਨਾਂ ਦੇ। ਹੁਣ ਇੰਨਾ ਪਲੰਦਾ ਖਤਾਂ ਦਾ, ਉਹਨੂੰ ਦੁਬਾਰਾ ਪੜ੍ਹਨੇ ਪੈਣੇ ਸੀ। ਤੋਂ ਖੱਤ 4-4 ਲਾਈਨਾਂ ਦੇ, 5-5 ਲਾਈਨਾਂ ਦੇ, 6-6 ਲਾਈਨਾਂ ਦੇ ਕਾਰਡ ਤੇ ਲਿਖੇ ਹੁੰਦੇ ਸੀ ਜੀ। ਤਾਂ ਹੋਇਆ ਇਸ ਤਰ੍ਹਾਂ ਕਿ ਉਹ ਮੈਂ ਸਾਰੇ ਖੱਤ ਚੰਡੀਗੜ੍ਹ ਲੈ ਗਿਆ। ਇਹ ਗੱਲ ਸਨ 2008 ਦੀ ਹੈ। ਸਨ 2008 ਤੋਂ ਲੈ ਕੇ ਸਨ 2012 ਤੱਕ ਮੈਂ ਇਹ ਖੱਤ ਜਿਹੜੇ ਇਹਨਾਂ ਦਾ ਜਵਾਬ ਦੇਣਾ ਸ਼ੁਰੂ ਕੀਤਾ। ਔਰ ਇਹ ਜਾ ਕੇ ਸਨ 2018 ਦੇ ਵਿੱਚ ਇਹ ਕਿਤਾਬ ਚ, ਇਹਨੂੰ ਇੰਨੇ ਸਾਲ ਲੱਗ ਗਏ। ਜਿਹੜਾ ਇਹ ਖੱਤ ਲਿਖਦੇ ਸੀਗੇ, ਹੁਣ ਜਿਹੜਾ ਜਵਾਬ ਹੁੰਦਾ ਹੈ, ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਖੱਤ ਦੇ ਵਿੱਚ ਤੁਸੀਂ ਉਹ ਕੁਝ ਲੱਭਣਾ ਹੁੰਦਾ ਜਿਹੜਾ ਉਹਨਾਂ ਨੇ ਲਿਖਿਆ ਨਹੀਂ ਹੁੰਦਾ। ਕੀ ਬਾਤ। ਜਦੋਂ ਤੁਹਾਡੀ ਮਾਂ ਤੁਹਾਨੂੰ ਖੱਤ ਲਿਖਦੀ ਹੈ, ਜਾਂ ਤੁਸੀਂ, ਬੱਚਾ ਬਹੁਤ ਦੂਰੋਂ ਬੈਠਾ ਆਪਣੀ ਮਾਂ ਨੂੰ ਖੱਤ ਲਿਖਦਾ ਹੈ ਕਿ ਮਾਂ ਮੈਂ ਠੀਕ ਠਾਕ ਆ, ਤਾਂ ਪੁੱਛ ਲੈਂਦੀ ਹੈ ਕਿ ਠੀਕ ਠਾਕ ਨਹੀਂ। ਬਿਲਕੁਲ ਠੀਕ ਹੈ। ਪਤਾ ਲੱਗ ਜਾਂਦਾ ਹੈ ਉਹਦੀ ਮਨੋਦਸ਼ਾ ਦਾ ਕਿ ਉਹ ਕਿਸ ਹਾਲਤ 'ਚ ਹੋਵੇਗਾ। ਸੋ ਅੱਖਰ ਜਿਹੜੇ ਸਾਨੂੰ ਕੋਈ ਖੱਤ ਲਿਖਦਾ ਹੈ ਤਾਂ ਉਹਦੇ 'ਚ ਜਿਹੜੇ ਸਭ, ਮਤਲਬ ਉਹਦੀ ਜਿਵੇਂ ਕਹਿ ਲਓ ਰੂਹ ਹੁੰਦੀ ਆ ਉਹਦੀ, ਜਿਹੜੀ ਪੋਸ਼ੀਦਾ ਹੁੰਦੀ ਹੈ ਅਲਫਾਜ਼ ਦੇ ਵਿੱਚ, ਤਾਂ ਉਹਨੂੰ ਲੱਭਣਾ ਹੁੰਦਾ। ਤਾਂ ਉਹ ਬੜਾ ਜੋਖਮ ਵਾਲਾ ਕੰਮ ਸੀਗਾ। ਇੱਕ ਤਰ੍ਹਾਂ ਦਾ ਇਬਾਦਤ ਦਾ ਆਲਮ ਹੀ ਹੁੰਦਾ ਕਿ ਤੁਸੀਂ ਕਿਸੇ ਦੇ ਖੱਤ ਨੂੰ ਜਦੋਂ ਪੜ੍ਹਦੇ ਹੋ ਤਾਂ ਫਿਰ ਤੁਸੀਂ ਉਹਦੀ ਗਹਿਰਾਈ ਤੱਕ ਜਾਂਦੇ ਹੋ। ਜੋ ਸ਼ਬਦਾਂ 'ਚ ਨਹੀਂ ਲਿਖਿਆ ਹੁੰਦਾ ਉਹ ਤੁਹਾਨੂੰ ਉਠਾਉਣਾ ਪੈਂਦਾ। ਤੋਂ ਮੈਂ ਖੱਤਾਂ ਦਾ ਜਵਾਬ ਦੇਣ ਲੱਗਿਆ ਤੇ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਫਿਰ ਮੈਂ ਜਵਾਬ ਦਊਂਗਾ ਤੇਰੇ ਖੱਤਾਂ ਦੇ ਉੱਤੇ। ਪਰ ਜਦੋਂ ਮੇਰੇ ਖੱਤਾਂ ਵਾਲੀ ਇਹ ਕਿਤਾਬ ਆ ਗਈ ਤਾਂ ਉਸ ਤੋਂ ਬਾਅਦ ਫਿਰ ਵਰਮਾ ਜੀ ਨੇ ਮੈਨੂੰ ਕਿਹਾ ਕਿ ਮੈਨੂੰ ਹੁਣ ਕੁਝ ਲਿਖਣ ਦੀ ਜ਼ਰੂਰਤ ਨਹੀਂ, ਇਹ ਆਪਣੇ ਆਪ ਦੇ ਵਿੱਚ ਕੰਪਲੀਟ ਹੈ। ਤੋਂ ਮੈਨੂੰ ਉਹ ਕਿਤਾਬ ਵੀ ਬੜੀ ਚੰਗੀ ਲੱਗਦੀ ਆ। ਤੇ ਮੈਂ ਕਿ ਜਦੋਂ ਕਈ ਵਾਰੀ ਪੜ੍ਹਦਾ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਹੀ ਲਿਖਿਆ ਹੈ। ਅੱਛਾ, ਆਪਣੀ ਕਿਤਾਬਾਂ ਦਾ ਮੈਂ ਆਪ ਹੀ ਬਹੁਤ ਵਧੀਆ ਪਾਠਕ ਹਾਂ। ਮੈਂ ਆਪਣੀਆਂ ਕਿਤਾਬਾਂ ਹੀ ਕਈ ਵਾਰੀ ਪੜ੍ਹ ਲੈਂਦਾ, ਮੈਨੂੰ ਅੱਛਾ ਲੱਗਦਾ ਹੈ ਕਿ ਮੈਂ ਇਹ ਲਿਖੀਆਂ ਨੇ। ਬਹੁਤ ਵਾਰੀ ਇਸ ਤਰ੍ਹਾਂ ਦਾ ਮੈਨੂੰ ਭੁਲੇਖਾ ਜਿਹਾ ਪੈਂਦਾ ਤੇ ਵੀ ਇਹ ਸ਼ਬਦ ਕਈ ਵਾਰੀ ਕਿੱਥੋਂ ਆ ਜਾਂਦੇ ਨੇ, ਇਸ ਤਰ੍ਹਾਂ ਮੈਂ ਕਿਵੇਂ ਲਿਖ ਦਿੰਦਾ। ਬਾਕੀ ਇਹ ਹੁੰਦਾ ਕਿ ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਂ ਮਗਰ ਰੱਖਤੀ ਹੈ। ਕਿਆ ਬਾਤ, ਕਿਆ ਬਾਤ। ਬਲਜੀਤ ਸਿੰਘ ਜੀ, ਆਪਾਂ ਹੁਣ ਸੰਕਟ ਕਾਲ ਦੇ ਇੱਕ ਲੰਮੇ ਦੌਰ ਦੇ ਵਿੱਚੋਂ ਲੰਘ ਰਹੇ ਹਾਂ। ਤੁਸੀਂ ਇੱਕ ਸੰਵੇਦਨਸ਼ੀਲ ਇਨਸਾਨ ਦੇ ਤੌਰ ਤੇ, ਇੱਕ ਲੇਖਕ ਦੇ ਤੌਰ ਤੇ, ਇੱਕ ਮੀਡੀਆ ਪਰਸਨੈਲਿਟੀ ਦੇ ਤੌਰ ਤੇ ਇਸ ਸੰਕਟ ਨੂੰ ਜੀਵਿਆ, ਮਹਿਸੂਸ ਕੀਤਾ ਹੋਣਾ। ਤੇ ਮੈਨੂੰ ਇਹ ਦੱਸੋ ਕਿ ਮੀਡੀਆ ਇਸ ਸੰਕਟ ਨੂੰ ਕਿੰਨਾ ਠੀਕ ਤਰੀਕੇ ਨਾਲ ਪੇਸ਼ ਕਰ ਸਕਿਆ ਹੈ, ਜਾਂ ਇਹ ਸੰਕਟ ਨੇ ਮੀਡੀਆ ਰਾਹੀਂ ਕੋਈ ਫੋਬੀਆ ਕ੍ਰੀਏਟ ਕੀਤਾ ਜਾਂ ਰਾਹਤ ਪੈਦਾ ਕੀਤੀ? ਕੀ ਮਹਿਸੂਸ ਕਰਦੇ, ਮੀਡੀਆ ਦਾ ਰੋਲ ਕੀ ਹੈ? ਦੇਖੋ, ਗੱਲ ਇਹ ਹੈਗੀ ਹੈ ਕਿ ਜੇ ਮੈਂ ਤੁਹਾਨੂੰ ਕਹਾਂ ਕਿ ਉਹ ਦੌਰ ਹੈ ਜਿਹਦੇ ਤੇ ਇਹ ਗੱਲ ਬੜੀ ਢੁਕਦੀ ਹੈ ਕਿ ਸਾਹਿਲ ਨੇ ਨਾ ਖੁਦਾ ਨੇ, ਸਮੰਦਰ ਨੇ ਮौज ने। साहिल ने ना खुदा ने, समंदर ने मौज ने, जिसका भी बस चला है सफीने डबोए। ਇਹ ਦੌਰ ਹੈ ਕਿ ਇੱਥੇ ਜਿਹੜੀਆਂ ਬੇਇਨਸਾਫੀਆਂ ਮੈਂ ਵੇਖੀਆਂ ਨੇ,
ਜਿਵੇਂ ਅਮਰਜੀਤ ਕੌਂਕੇ ਨੇ ਜਿਹੜੀ ਇਹ 2 ਪੋਇਮਸ ਪੜ੍ਹੀਆਂ ਮੈਨੂੰ ਬੜੀਆਂ ਮਤਲਬ ਦਿਲ ਨੂੰ ਲੱਗੀਆਂ ਨੇ। ਉਹ ਹਾਲਾਤ ਜੋ ਇਹਨਾਂ ਨੇ ਆਪਣੀ ਕਵਿਤਾ 'ਚ ਬਿਆਨ ਕੀਤੇ ਨੇ ਉਹ ਕਿਸੇ ਕਲਪਨਾ ਦੇ ਪਰਾਂ ਨਾਲ ਨਹੀਂ ਉਤਰੇ, ਬਲਕਿ ਉਹ ਜ਼ਾਹਰਾ ਹਕੀਕਤ ਹੈ ਔਰ ਉਹ ਸਾਰਾ ਕੁਝ ਅਸੀਂ ਸਭ ਨੇ ਵੇਖਿਆ। ਪਰ ਤਰਾਸਦੀ ਇਹ ਹੈ ਕਿ ਅਸੀਂ ਸਾਰਾ ਕੁਝ ਵੇਖ ਕੇ ਵੀ ਖਾਮੋਸ਼ ਰਹੇ ਹਾਂ ਜਿੱਥੋਂ ਤੱਕ ਮੀਡੀਆ ਦਾ ਸਵਾਲ ਹੈ, ਔਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਹਕੀਕਤ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਠੀਕ, ਔਰ ਤੁਸੀਂ ਕਹਿ ਲਓ ਨਿਜ਼ਾਮੇ ਇਨਸਾਫ ਨੇ ਵੀ ਅੱਖਾਂ ਬੰਦ ਕਰਕੇ ਰੱਖੀਆਂ। ਸਹੀ ਹੈ। ਔਰ ਕਿਸੇ ਨੇ ਆਵਾਜ਼ ਬੁਲੰਦ ਨਹੀਂ ਕੀਤੀ, ਕਿਸੇ ਨੇ ਹਾਲ ਦਾ ਨਾਰਾ ਨਹੀਂ ਮਾਰਿਆ। ਜਦੋਂ ਲੋਕ ਹਾਲ ਪਾਰਿਆ ਕਰਦੇ, ਉਹ ਆਹੋ ਬਕਾ ਜਿਹੜੀ ਅਸਮਾਨਾਂ ਦੇ ਵਿੱਚ ਗੂੰਜ ਰਹੀ ਸੀ, ਉਹ ਕਿਸੇ ਨੂੰ ਸੁਣਾਈ ਨਹੀਂ ਦਿੱਤੀ। ਔਰ ਮੀਡੀਆ ਇੱਕ ਵਿਅਕਤੀ ਵਿਸ਼ੇਸ਼ ਨੂੰ ਹੀਰੋ ਬਣਾਉਣ 'ਚ ਲੱਗਿਆ ਰਿਹਾ। ਅੱਜ ਵੀ ਉਹੀ ਹਾਲ ਹੈ। ਜੋ ਕੁਝ ਤੁਹਾਡੇ ਆਸੇ-ਪਾਸੇ ਹੋ ਰਿਹਾ ਹੈ, ਬੜੇ ਰਾਜਸਥਾਨ ਕੋਈ ਬਹੁਤੀ ਦੂਰ ਨਹੀਂ ਹੈ ਜੀ। ਠੀਕ, ਗੱਲ ਇਹ ਹੈਗੀ ਹੈ ਕਿ ਯੂਪੀ ਕੋਈ ਬਹੁਤੀ ਦੂਰ ਨਹੀਂ ਹੈ। ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀਆਂ ਬੇਇਨਸਾਫੀਆਂ ਹੋ ਰਹੀਆਂ ਨੇ। ਪਰ ਗੱਲ ਇਹ ਹੈ, ਜਿੱਥੋਂ ਤੱਕ ਗਰੀਬਾਂ ਦਾ ਇਹ ਸਵਾਲ ਹੈ, ਜਿਹੜੇ ਪੈਦਲ ਤੁਰ ਕੇ ਗਏ, ਮੈਨੂੰ ਲੱਗਦਾ ਹੁੰਦਾ ਹੈ ਜਦੋਂ ਮੈਂ ਇਹਨਾਂ ਨੂੰ ਵੇਖਦਾ, ਮੈਨੂੰ ਲੱਗਦਾ ਵੀ ਜੇ ਕਿਤੇ ਇਹਨਾਂ ਦੀ ਦਿਸ਼ਾ ਸਹੀ ਹੋ ਜਾਂਦੀ ਨਾ ਤੇ ਇਹਨਾਂ ਦੀ ਦਿਸ਼ਾ ਬਦਲ ਜਾਂਦੀ। ਕੀ ਬਾਤ ਹੈ। ਇਹਨਾਂ ਨੇ ਠੀਕ ਦਿਸ਼ਾ ਨਹੀਂ ਚੁਣੀ। ਇਹਨਾਂ ਨੂੰ ਘਰਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਜੀ। ਦਾਰੁਲ ਹਕੂਮਤ ਕੋਈ ਬਹੁਤੀ ਦੂਰ ਨਹੀਂ ਜਿੱਥੋਂ ਜੀ ਜੀ ਜੀ। ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ, ਸਾਨੂੰ ਤਰਸ ਤਾਂ ਆਉਂਦਾ ਹੈ, ਪਰ ਕਈ ਵਾਰੀ ਤੁਹਾਨੂੰ ਗੁੱਸਾ ਵੀ ਆਉਂਦਾ। ਦੇਖੋ ਸਰਕਸ ਦੇ ਵਿੱਚ ਸ਼ੇਰ ਹੁੰਦਾ ਨਾ ਜੀ, ਉਹ ਮਾਸਟਰ ਦੇ ਚਾਬੁਕ ਤੋਂ ਡਰਦਾ ਹੈ। ਕੀ ਤੁਸੀਂ ਸਮਝਦੇ ਹੋ ਕਿ ਮਾਸਟਰ ਜਾਂ ਉਹਦਾ ਚਾਬੁਕ ਸ਼ੇਰ ਤੋਂ ਤਾਕਤਵਰ ਹੁੰਦੇ ਆ? ਨਹੀਂ ਹੁੰਦੇ ਨਾ। ਕਾਰਨ ਇਹ ਹੈ ਕਿ ਸ਼ੇਰ ਨੂੰ ਆਪਣੀ ਸਮਰੱਥਾ ਦਾ ਪਤਾ ਨਹੀਂ ਹੁੰਦਾ। ਤੇ ਸ਼ੇਰ ਨੂੰ ਇਹ ਪਤਾ ਲੱਗ ਜਾਏ ਨਾ ਮੈਂ ਸ਼ੇਰ ਹਾਂ, ਉਹ ਸਾਰੀ ਸਰਕਸ ਦੇ ਬਾਕੀ ਹੋ ਗਏ ਡੇਢ। ਰਾਈਟ, ਬਿਲਕੁਲ ਸਹੀ ਕਿਹਾ, ਬਹੁਤ ਸਹੀ ਕਿਹਾ। ਇਹ ਜਿਹੜੇ ਲੋਕ ਜਿਨ੍ਹਾਂ ਤੇ ਹੁਣ ਸਾਨੂੰ ਤਰਸ ਆ ਰਿਹਾ ਨਾ, ਇਹ ਉਹ ਸ਼ੇਰ ਨੇ ਜਿਨ੍ਹਾਂ ਨੂੰ ਆਪਣੀ ਸਮਰੱਥਾ ਦਾ ਨਹੀਂ ਪਤਾ ਜੀ ਜੀ। ਇਹਨਾਂ ਨੂੰ ਅਸੀਂ ਇੱਕ ਇਬਾਦਤਗਾਹ ਦੀ ਪਰਿਕਰਮਾ ਤੇ ਲਾ ਰੱਖਿਆ, ਬਸ ਇਹੋ ਹੀ ਕੁਝ ਸੋਚੀ ਜਾਂਦੇ ਨੇ ਜੀ ਸਰ। ਇਹਨਾਂ ਨੂੰ ਜਗਾਉਣ ਦਾ ਔਰ ਮੀਡੀਆ ਇਹਨਾਂ ਨੂੰ ਸਵਾਉਣ ਦੀ ਕੋਸ਼ਿਸ਼ ਕਰ ਰਿਹਾ, ਔਰ ਮੁੱਦਤ ਤੋਂ ਇਹੀ ਹੁੰਦਾ ਆ ਰਿਹਾ। ਕੀ ਬਾਤ ਜੀ। ਬਲਜੀਤ ਸਿੰਘ ਜੀ, ਮੇਰੇ ਵੱਲੋਂ ਆਖਰੀ ਸਵਾਲ ਹੈ, ਉਸ ਤੋਂ ਬਾਅਦ ਆਪਾਂ 1-2 ਸਵਾਲ ਆਡੀਅנס ਵੱਲੋਂ ਲਵਾਂਗੇ। ਉਹ ਸਵਾਲ ਇਹ ਹੈ ਕਿ ਕੋਈ ਬਹੁਤ ਖੂਬਸੂਰਤ ਯਾਦ ਆਪਣੀ ਜ਼ਿੰਦਗੀ ਦੀ ਜੇ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਲੱਗਦਾ ਹੋਵੇ ਕਿ ਇਹ ਸਾਡੇ ਨਾਲ ਸਾਂਝੀ ਕਰਨੀ ਬਣਦੀ ਹੈ। ਉਹ ਯਾਦ ਇਹ ਹੈ ਕਿ ਚੋਲਾ ਸਾਹਿਬ ਜਦੋਂ ਅੱਤਵਾਦ ਦਾ ਦੌਰ ਸੀ, 1992 ਦੀ ਗੱਲ ਹੈ, ਸੰਦਲੀ ਪੈੜਾ ਉਦੋਂ ਬੜਾ ਮਕਬੂਲ ਹੋ ਚੁੱਕਿਆ ਸੀ। ਅਸੀਂ ਚੋਲਾ ਸਾਹਿਬ ਗਏ, ਉੱਥੇ ਸ਼ੂਟਿੰਗ ਕਰਦੇ ਸੀ ਜੀ। ਤੇ ਸ਼ੂਟਿੰਗ ਕਰਦੇ ਸੀ ਤੇ ਉੱਥੇ ਸ਼ੂਟਿੰਗ ਦੇ ਦੌਰਾਨ ਮੇਰੇ ਇੱਕ ਸਹਾਇਕ ਨੇ ਆ ਕੇ ਮੇਰੇ ਮੋਢੇ ਤੇ ਹੱਥ ਰੱਖਿਆ, ਮੈਨੂੰ ਕਹਿੰਦਾ ਵੀ ਤੁਹਾਡੇ ਸਿੰਘ ਬੁਲਾ ਰਹੇ ਨੇ, ਪਿੱਛੇ ਖੜੋਤੇ ਨੇ ਜੀ। ਔਰ ਉਸ ਵੇਲੇ ਜਿਹੜੇ ਸਿੰਘ ਸੀ ਉਹਨਾਂ ਕੋਲੇ ਸਾਫ਼ ਮੈਨੂੰ ਦਿਸ ਰਿਹਾ ਸੀ AK-47 AK-47 ਰਾਈਫਲਾਂ ਸੀ, ਔਰ ਜਿੱਥੇ ਉਹ ਖਲੋਤੇ ਸੀ ਉਹਦੇ ਨਾਲ CRPF ਦੀ ਪੈਟਰੋਲ ਜਾ ਰਹੀ ਸੀ, ਜਿਨ੍ਹਾਂ ਕੋਲੇ SLR ALR ਰਾਈਫਲਾਂ ਸੀਗੀਆਂ। ਠੀਕ ਹੈ, ਤਾਂ ਜਦੋਂ ਮੈਂ ਉਹਨਾਂ ਕੋਲੇ ਗਿਆ ਤੇ ਜਿਹੜੇ ਮੇਰੇ ਉਹ ਸਾਰਾ ਕੁਛ ਅਸੀਂ ਬੰਦ ਕਰਤਾ, ਸ਼ੂਟਿੰਗ ਬੰਦ ਕਰਤੀ। ਤੇ ਉਹਨਾਂ ਨੂੰ ਮੈਂ ਜਾ ਕੇ ਮੈਂ ਕਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਕਹਿੰਦੇ ਇਹ ਕੀ ਕਰਦੇ ਹੋ? ਮੈਂ ਕਿਹਾ ਜੀ ਅਸੀਂ ਪ੍ਰੋਗਰਾਮ ਕਰਦੇ ਹਾਂ। ਕਹਿੰਦੇ ਕਿਹੜਾ ਪ੍ਰੋਗਰਾਮ? ਮੈਂ ਕਿਹਾ ਜੀ ਸੰਦਲੀ ਪੈੜਾ। ਉਹ ਸਿੰਘ ਨੇ ਜਿਹੜੇ ਬੜੇ ਉੱਚੇ ਲੰਬੇ ਸੀ, ਔਰ ਉਹਨਾਂ ਦੇ ਚੋਲੇ ਟਾਈਪ ਪਾਏ ਸੀ। ਮੈਨੂੰ ਕਹਿੰਦੇ ਤੁਹਾਨੂੰ ਡਰ ਨਹੀਂ ਲੱਗਦਾ? ਮੈਂ ਕਿਹਾ ਜੀ ਗੱਲ ਇਹ ਹੈ ਕਿ ਸਰਕਾਰ ਦੀ ਨੌਕਰੀ ਕਰਦੇ ਆ, ਬੀਵੀ ਬੱਚੇ ਪਾਲਣੇ ਨੇ, ਡਰ ਕੇ ਵੀ ਕੀ ਕਰਾਂਗੇ? ਜੇ ਮਰਨਾ ਹੈ ਤਾਂ ਉਹਨਾਂ ਨੇ ਰਜਾਈ 'ਚ ਵੀ ਮਾਰ ਜਾਣਾ, ਤੇ ਜੇ ਨਹੀਂ ਮਰਨਾ ਤਾਂ ਫਿਰ ਕੋਈ ਮਾਰ ਨਹੀਂ ਸਕਦਾ ਜੀ। ਉਹ ਕਹਿੰਦੇ ਕਿੰਨੇ ਬੰਦੇ ਹੋ ਤੁਸੀਂ? ਮੈਂ ਕਿਹਾ ਜੀ 8 ਬੰਦੇ ਆ। ਉਹ ਜਿਹੜਾ ਢਾਬਾ ਸੀਗਾ ਉਹ ਹਲਵਾਈ ਦਾ ਮਤਲਬ ਢਾਬਾ ਸੀ, ਉਹਦੇ 'ਚ ਮਠਿਆਈਆਂ ਪਈਆਂ ਸੀ, ਰਸਗੁੱਲੇ, ਗੁਲਾਬ ਜਾਮਣਾ, ਲੱਡੂ ਵਗੈਰਾ, ਜੋ ਬਰਫੀ ਵਗੈਰਾ ਪਈਆਂ ਸੀ। ਉਹ ਕਹਿੰਦੇ ਉੱਥੇ ਬੈਠੋ ਅੰਦਰ ਚੱਲ ਕੇ, ਤੁਹਾਨੂੰ ਚਾਹ ਪਿਆਈਏ ਜੀ। ਤਾਂ ਹੁਣ ਬੜਾ ਸ਼ੱਕ ਜਿਹਾ ਦਿਮਾਗ 'ਚ ਪੈਦਾ ਹੋ ਗਿਆ ਕਿ ਬੋਲਣ ਦਾ ਅੰਦਾਜ਼ ਉਹਨਾਂ ਦਾ ਇਹੋ ਜਿਹਾ ਸੀ। ਜਦੋਂ ਅਸੀਂ ਜਾ ਕੇ ਬੈਠੇ ਤਾਂ ਇੱਕ ਬੰਦੇ ਨੂੰ ਕਹਿੰਦੇ, ਜਿਹੜਾ ਉਹਨਾਂ ਦੇ ਨਾਲ ਹੀ ਸੀ ਸਿੰਘ, ਕਹਿੰਦੇ ਵੀ ਜਾ ਕੇ ਰਸਗੁੱਲੇ ਲੈ ਕੇ ਆ। ਮੈਂ ਸੋਚਿਆ ਰਸਗੁੱਲੇ ਤਾਂ ਇੱਥੇ ਪਏ ਆ, ਇਹ ਕਿਹੜੇ ਰਸਗੁੱਲੇ ਮਨਾਉਣ ਲੱਗੇ ਆ ਜੀ। ਉਧਰੋਂ ਉਹਨੂੰ ਕਹਿਤਾ ਵੀ ਹਲਵਾਈ ਨੂੰ ਚਾਹ ਬਣਾ। ਤਾਂ
ਮਨ ਦੇ ਵਿੱਚ ਅਜੀਬ ਕਿਸਮ ਦਾ ਖੌਫ ਪੈਦਾ ਹੋ ਗਿਆ। ਔਰ ਜਿਹੜਾ ਸਾਡਾ ਮਤਲਬ ਕੈਮਰਾਮੈਨ ਸੀ ਉਹ ਸਾਊਥ ਇੰਡੀਅਨ ਸੀ, ਉਹ ਜ਼ਿਆਦਾ ਖੌਫਜ਼ਦਾ ਹੋ ਗਿਆ। ਔਰ ਉਹ ਮੈਨੂੰ ਇਸ਼ਾਰੇ ਨਾਲ ਪੁੱਛਣ ਲੱਗਿਆ ਵੀ ਕੀ, ਮੈਂ ਕਿਹਾ ਵੀ ਤੂੰ ਚੁੱਪ ਹੀ ਕਰ ਜਾ ਤੇ ਮੈਂ ਤੈਨੂੰ ਜਵਾਬ ਹੀ ਨਹੀਂ ਦੇ ਸਕਦਾ। ਠੀਕ, ਚਲੋ ਹੁਣ ਕੀ ਹੋਇਆ ਕਿ ਬੰਦਾ ਰਸਗੁੱਲੇ ਲੈਣ ਗਿਆ, ਥੋੜੀ ਦੇਰ ਬਾਅਦ ਆ ਗਿਆ, ਇਧਰੋਂ ਚਾਹ ਤਿਆਰ ਹੋ ਗਈ, ਉਹਨੇ ਪਲੇਟ ਦੇ ਵਿੱਚ ਰਸਗੁੱਲੇ ਪਾਤੇ। ਹੁਣ ਮੈਨੂੰ ਇੱਕ ਰਸਗੁੱਲਾ ਚੱਕ ਕੇ ਆਪਣੇ ਮੂੰਹ ਤੱਕ ਲਿਆਉਣ, ਕਿਉਂਕਿ ਮੈਂ ਮੀਰੇ ਕਾਰਵਾਂ ਸੀ, ਮੈਨੂੰ ਚੱਕਣਾ ਪੈਣਾ ਸੀ। ਤਾਂ ਮੈਂ ਇੱਕ ਰਸਗੁੱਲਾ ਚੱਕ ਕੇ ਜਦ ਮੂੰਹ ਤੱਕ ਲਿਆ, ਮੈਨੂੰ ਲੱਗਦਾ ਮੈਨੂੰ ਮੁੱਦਤਾਂ ਹੀ ਲੱਗ ਗਈਆਂ ਉਹ ਕੰਮ ਕਰਨ ਚ। ਕਿਆ ਬਾਤ ਹੈ, ਕਿਆ ਬਾਤ ਹੈ। ਔਰ ਜਦੋਂ ਮੈਂ ਖਾਧਾ, ਉਹ ਮਿੱਠਾ ਸੀ, ਉਹ ਮੈਨੂੰ ਦੇਖ ਕੇ ਉਦੋਂ ਬਾਅਦ ਸਾਰਿਆਂ ਨੇ ਚੱਕ ਲਏ, ਸਾਰੇ ਖਾਣ ਲੱਗ ਗਏ। ਬੜੀ ਹੈਰਾਨੀ ਹੋਈ ਜਦੋਂ ਅਸੀਂ ਖਾ ਲਏ, ਚਾਹ ਪੀ ਲਈ, ਤਾਂ ਅਸੀਂ ਬਾਹਰ ਨਿਕਲੇ ਤੇ ਸਿੰਘ ਸਾਹਿਬ ਸਾਡੇ ਨਾਲ ਹੀ ਤੁਰੇ ਆਏ। ਤੇ ਮੈਂ ਕਿਹਾ ਗੁਰਮੁਖੋ ਇੱਕ ਸਵਾਲ ਪੁੱਛਣਾ ਤੁਹਾਨੂੰ। ਕਹਿੰਦੇ ਦੱਸੋ। ਮੈਂ ਕਿਹਾ ਜੀ ਰਸਗੁੱਲੇ ਵਾਲਾ ਕੀ ਚੱਕਰ ਸੀਗਾ, ਸਾਡਾ ਤਾਂ ਡਰ ਨਾਲ ਬੁਰਾ ਹਾਲ ਹੋ ਗਿਆ। ਤੇ ਉਹਨਾਂ ਨੇ ਬੜੀ ਸਿੰਪਲ ਜੀ ਗੱਲ, ਉਹਨੇ ਸਿੰਪਲ ਜੀ ਬੋਲੇ, ਉਹ ਗੱਲ ਤੇ ਇਸ ਤਰ੍ਹਾਂ ਸੀਗੀ, ਉਹ ਚੰਗੀ ਇਹ ਜਿਹੜਾ ਚਾਹ ਵਾਲਾ ਇਹ ਤੇ ਠੀਕ ਹੈ, ਤੇ ਹਲਵਾਈ ਜਿਹੜਾ ਇਹ ਬੀੜੀਆਂ ਬੁੜੀਆਂ ਪੀਂਦਾ, ਅਸੀਂ ਫਿਰ ਦੂਰੋਂ ਮੰਗਾਉਣੇ ਹੁੰਦੇ। ਅੱਛਾ ਅੱਛਾ ਅੱਛਾ। ਹੁਣ ਗੱਲ ਤਾਂ ਨਿੱਕੀ ਜੀ ਸੀ। ਫਿਰ ਉਹਨਾਂ ਨੇ ਸਾਨੂੰ ਇੱਕ ਨੁਕਤਾ ਦੱਸਿਆ ਕਿ ਪੰਜਾਬ 'ਚ ਜਿੱਥੇ ਮਰਜ਼ੀ ਸ਼ੂਟਿੰਗ ਕਰੀ ਜਾਓ, ਤੁਹਾਡਾ ਪ੍ਰੋਗਰਾਮ ਅਸੀਂ ਵੀ ਪਸੰਦ ਕਰਦੇ ਹਾਂ, ਪਰ ਰਾਤ ਨੂੰ ਜੇ ਟਰੈਵਲ ਕਰੋ ਤਾਂ ਇੱਕ ਗੱਲ ਦਾ ਖਿਆਲ ਰੱਖਣਾ ਕਿ ਲਗਾਤਾਰ ਤੁਸੀਂ ਡਿੱਪਰ ਮਾਰਦੇ ਜਾਣਾ, ਅੰਦਰ ਦੀਆਂ ਲਾਈਟਾਂ ਆਨ ਹੋਣੀਆਂ ਚਾਹੀਦੀਆਂ ਤੇ ਤੁਸੀਂ ਰੌਲਾ ਪਾਉਂਦੇ ਜਾਣਾ। ਬਸ ਤੁਹਾਨੂੰ ਕਿਸੇ ਵੀ ਪੰਜਾਬ 'ਚ ਕੋਈ ਤੱਤੀ ਹਵਾ ਤੁਹਾਡੇ ਵੱਲ ਨਹੀਂ ਮਤਲਬ ਝਾਕੇਗਾ, ਸੋ ਤੱਤੀ ਹਵਾ ਵੀ ਤੁਹਾਨੂੰ ਨਹੀਂ ਲੱਗੇਗੀ। ਤੇ ਅਸੀਂ ਉਸ ਗੱਲ ਤੇ ਅਮਲ ਕਰਦੇ ਰਹੇ। ਤੁਸੀਂ ਦੇਖੋ ਵੀ ਕਿੱਥੇ ਤਾਂ ਬਲੇਰ ਪਿੰਡ, ਕਿੱਥੇ ਪੱਟੀ, ਜਿਹੜੇ ਸਭ ਤੋਂ ਅਫੈਕਟਡ ਸੀਗੇ, ਵੈਰੋਵਾਲ, ਪਰ ਲੋਕਾਂ ਦੀ ਜਿਹੜੀ ਮੁਹੱਬਤ ਸੀ, ਜਿਹੜਾ ਪਿਆਰ ਸੀਗਾ, ਉਹ ਨਹੀਂ ਭੁੱਲਦਾ। ਔਰ ਜਦੋਂ ਅਸੀਂ ਕਈ ਵਾਰੀ ਕਰਕੇ ਆਉਂਦੇ ਪ੍ਰੋਗਰਾਮ ਤੇ ਲੇਡੀਜ਼ ਇਕੱਠੀਆਂ ਹੋ ਕੇ ਸਾਨੂੰ ਕਹਿੰਦੀਆਂ ਹੁੰਦੀਆਂ ਸੀ, ਮੇਰਾ ਨਾਂ ਲੈ ਕੇ ਤੂੰ ਬੇਬਲਜੀਤਾ ਤੂੰ ਹਾਰ ਗਿਆ, ਗਿੱਧਾ ਨਹੀਂ ਹਾਰਿਆ, ਉਹ ਬੋਲੀ ਪਾਉਂਦੇ ਹੁੰਦੇ ਸੀ, ਮੈਂ ਨਹੀਂ ਹਾਰੀ, ਗਿੱਧਾ ਹਾਰ ਗਿਆ। ਤਾਂ ਉਸ ਵੇਲੇ ਬੜਾ ਅੱਛਾ ਲੱਗਦਾ ਸੀ। ਔਰ ਲੋਕਾਂ ਨੂੰ ਅਸੀਂ, ਕੋਈ ਸਾਡੇ ਨਾਲ ਆਰਟਿਸਟ ਨਹੀਂ ਹੁੰਦੇ ਸੀਗੇ, ਅਸੀਂ ਲੋਕਾਂ ਨੂੰ ਇਨਵੋਲਵ ਕਰ ਲੈਂਦੇ ਸੀ। ਆਪਣੀਆਂ 4 ਲੜਕੀਆਂ ਨੂੰ ਅਸੀਂ ਭੇਜ ਕੇ, ਲੜਕੀਆਂ ਪਿੰਡਾਂ ਦੀਆਂ ਇਕੱਠੀਆਂ ਕਰ ਲੈਂਦੇ, ਉਹ ਬੜੇ ਚਾਅ ਹੁੰਦਾ ਉਹਨਾਂ ਨੂੰ। ਸੋ ਹੁਣ ਤਾਂ ਕਹਿੰਦੇ ਯਾਦ ਏ ਮਾਜ਼ੀ ਅਜ਼ਾਬ ਹੈ ਯਾ ਰੱਬ ਛੀਨ ਲੈ ਮੁਝਸੇ ਹਾਫਜ਼ਾ ਮੇਰਾ, ਤਾਂ ਉਸ ਤਰ੍ਹਾਂ ਦਾ ਕੈਫੀਅਤ ਹੈ। ਜੀ 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 ਸਰ, ਬਹੁਤ ਕਮਾਲ ਦੀਆਂ ਗੱਲਾਂ ਨੇ, ਜੀ ਕਰਦਾ ਸੁਣੀ ਜਾਈਏ। ਔਰ ਇਹ ਯਾਦਾਂ ਵੀ ਬਹੁਤ ਖੂਬਸੂਰਤ ਨੇ, ਗੱਲਾਂ ਵੀ ਤੁਹਾਡੇ ਕੋਲ ਬਹੁਤ ਕਮਾਲ ਨੇ, ਭਾਸ਼ਾ ਵੀ ਤੁਹਾਡੇ ਕੋਲ, ਤੁਹਾਡੀ ਪਰਸਨੈਲਿਟੀ ਦੇ ਵਿੱਚ ਵੀ ਬਹੁਤ ਖੂਬਸੂਰਤਾ ਤੇ ਸੰਗੀਤ ਹੈ। ਪਰ ਸਾਡਾ ਵਕਤ ਹੈ ਜਿਹੜਾ, ਇਹ ਸਾਨੂੰ ਇਜਾਜ਼ਤ ਨਹੀਂ ਦਿੰਦਾ। ਪਰ ਫਿਰ ਵੀ ਮੈਂ ਚਾਹੂੰਗਾ ਕੋਈ ਸਵਾਲ ਇੱਕ ਦੋ ਦੋਸਤ ਜੇ ਕੋਈ ਪੁੱਛਣਾ ਚਾਹੁੰਦੇ ਨੇ ਤਾਂ ਜ਼ਰੂਰ ਪੁੱਛਣ। ਹਾਂਜੀ ਕੌਂਕੇ ਸਾਹਿਬ, ਹੁਣ ਪੁੱਛੋ। ਆਪਣਾ ਮਾਈਕ ਖੋਲ ਲਓ ਪਹਿਲਾਂ, ਮਾਈਕ ਜੀ। ਹਾਂਜੀ ਡਾਕਟਰ ਬਲਜੀਤ ਹੋਣਾ ਨੂੰ ਸਵਾਲ ਸੀ ਮੇਰਾ ਕਿ ਡਾਕਟਰ ਸਾਹਿਬ, ਜਿਵੇਂ ਜੇ ਮੰਨ ਲਓ ਤੁਸੀਂ ਵੀ ਅੱਜ ਫੇਰ ਤੁਸੀਂ ਜਿਹੜਾ ਕੱਚ ਦੀਆਂ ਮੁੰਦਰਾਂ ਵਾਲਾ ਵੇਲਾ ਜਾਂ ਸੰਦਲੀ ਪੈੜਾਂ ਵਾਲਾ ਵੇਲਾ ਵਾਪਸ ਆ ਜਾਏ, ਜਾਂ ਤੁਸੀਂ ਉਹ ਫੇਰ ਦੂਰਦਰਸ਼ਨ ਤੇ ਉਹ ਪ੍ਰੋਗਰਾਮ ਸ਼ੁਰੂ ਹੋਣ, ਤਾਂ ਤੁਸੀਂ ਕੀ ਸਮਝਦੇ ਕਿ ਸਰੋਤੇ ਜਿਹੜੇ ਜਾਂ ਪਾਠਕ ਜਿਹੜੇ ਦਰਸ਼ਕ ਨੇ ਜਿਹੜੇ, ਉਹਨਾਂ ਦਾ ਕੀ ਰਿਸਪੌਂਸ ਹੋਊਗਾ? ਉਹਨਾਂ ਦਾ ਜ਼ੀਰੋ ਰਿਸਪੌਂਸ ਹੋਏਗਾ। ਉਹਦਾ ਕਾਰਨ ਇਹ ਹੈ, ਹਾਂਜੀ, ਦੇਖੋ ਗੱਲ ਇਹ ਹੁੰਦੀ ਹੈ ਕਿ ਮੈਨੂੰ ਹੁਣ ਵੀ ਮਤਲਬ ਸੇਵਾ ਮੁਕਤੀ ਤੋਂ ਬਾਅਦ ਬਹੁਤ ਵਾਰੀ ਸੁਨੇਹੇ ਆਉਂਦੇ ਨੇ ਉੱਥੇ ਜਾਣ ਵਾਸਤੇ, ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਸਫ਼ਰ ਦਾ ਇੱਕ ਮੁਕਾਮ ਜਿਹੜਾ, ਇੱਕ ਮਰਹਲਾ ਖਤਮ ਹੋ ਗਿਆ, ਇੱਕ ਚੈਪਟਰ ਖਤਮ ਹੋ ਗਿਆ, ਤਾਂ ਦੂਸਰੇ ਦਾ ਆਗਾਜ਼ ਕਰਨਾ ਚਾਹੀਦਾ, ਤੇ ਪਿੱਛੇ ਨੂੰ ਨਹੀਂ ਮੁੜਨਾ ਚਾਹੀਦਾ। ਤੇ ਮੈਨੂੰ ਯਾਦਾਂ ਆਉਂਦੀਆਂ ਨੇ, ਮੈਂ ਇਕੱਲਾ ਇੰਜੋਏ ਕਰਦਾ, ਕਦੇ ਕਦੇ ਜ਼ਿਹਨ ਚ ਆਉਂਦੀਆਂ ਨੇ, ਕਿਤਾਬਾਂ ਚ ਵੀ ਆਉਂਦੀਆਂ ਨੇ, ਉਸ ਤਰ੍ਹਾਂ ਦੀ ਗੱਲ। ਉਹ ਬੜੇ ਅਹਿਸਾਸ ਉਵੇਂ ਮਤਲਬ ਜ਼ਿੰਦਾ ਨੇ, ਠੀਕ ਹੈ। ਔਰ ਪਰ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਜੇ ਮੈਨੂੰ ਲੱਗਦਾ ਕਿ ਅੱਜ ਮੈਂ ਜੇ ਕੋਈ ਗੱਲ ਕਰੂੰਗਾ, ਹਨਾ, ਹਰ ਦੌਰ ਦੇ ਵਿੱਚ ਸੁਣਨ ਵਾਲਿਆਂ ਵਾਸਤੇ, ਸੁਣਾਉਣ ਵਾਲਿਆਂ ਦੀ ਵੀ ਇੱਕ ਸ਼ੈਲੀ ਹੁੰਦੀ ਹੈ, ਸੁਣਨ ਵਾਲਿਆਂ ਦੀ ਮਨ ਦੀ ਕੈਫੀਅਤ ਹੁੰਦੀ ਹੈ। ਜੇ ਉਹ ਤੋਲ ਤੁਕਾਂਤ ਵਿਗੜ ਜੇ, ਹਨਾ, ਕਹਿੰਦੇ ਨਾ ਅਲਫਾਜ਼ ਉਹ ਮਾਨੀ ਮੈਂ ਤਵਾਫਤ ਨਹੀਂ ਲੇਕਿਨ ਮੁੱਲਾ ਕੀ ਅਜ਼ਾਂ ਔਰ ਹੈ, ਹਨਾ ਜੀ। ਹੋਰ ਕੋਈ ਦੋਸਤ ਜੇ ਸਵਾਲ ਕਰਨਾ ਚਾਹੁੰਦਾ ਪਲੀਜ਼? ਹਾਂਜੀ ਹਾਂਜੀ ਬੋਲੋ ਜੀ, ਬੋਲੋ ਸਰ। ਮੈਂ ਇੱਕ ਗੱਲ ਪੁੱਛਣਾ ਚਾਹ ਰਿਹਾ ਸੀ ਸਰ ਜੀ ਤੋਂ ਕਿ ਵਰਲਡ ਇੰਡੈਕਸ ਦੇ ਵਿੱਚ ਇੰਡੀਆ ਦੀ ਮੀਡੀਆ ਦਾ 142ਵਾਂ ਨੰਬਰ ਹੈ ਸਰ। ਇਹਨੂੰ
ਇਹਦੇ ਵਾਸਤੇ ਆਪਾਂ ਕਿਹਨੂੰ ਕਸੂਰਵਾਰ ਮੰਨਾਂਗੇ ਕਿ ਆਪਣੇ ਦੇਸ਼ ਦਾ ਮੀਡੀਆ ਤੰਤਰ ਜਿਹੜਾ ਇੰਨਾ ਕਮਜ਼ੋਰ ਹੈ, ਉਹਦੇ ਵਾਸਤੇ ਇੰਸਟੀਟਿਊਸ਼ਨ ਨਹੀਂ ਹੈ ਜਾਂ ਕੋਈ ਹੋਰ ਕਾਰਨ ਹੈ ਇਹਦੇ? ਦੇਖੋ, ਗੱਲ ਇਹ ਹੁੰਦੀ ਹੈ ਕਿ ਦੁਨੀਆ ਦੇ ਵਿੱਚ ਨਾ ਜਿਹੜੇ ਕਮਜ਼ੋਰ ਤਰੀਨ ਮੁਲਕ ਨੇ, ਜਿੱਥੇ ਤਾਲੀਮ ਦੀ ਕਮੀ ਹੈ, ਜਿੱਥੇ ਅੰਧ ਵਿਸ਼ਵਾਸ ਜ਼ਿਆਦਾ ਹੈ, ਠੀਕ, ਜਿੱਥੇ ਸਮਝ ਲਿਆ ਜਾਂਦਾ ਹੈ ਕਿ ਇਬਾਦਤ ਗਾਹਾਂ ਚੋਂ ਚਮਤਕਾਰ ਹੋਣਗੇ, ਇਸ ਤਰ੍ਹਾਂ ਦੀ ਜ਼ਿਹਨੀ ਜਿੱਥੇ ਲੋਕਾਂ ਦੀ, ਉੱਥੇ ਨਾ ਬਹੁਤ ਸਾਰੇ ਲੋਕਾਂ ਨੂੰ ਸਮਝਾਇਆ ਨਹੀਂ ਜਾ ਸਕਦਾ। ਜੇ ਮੈਂ ਕਿਸੇ ਨੂੰ ਇਹ ਕਹਾਂ ਕਿ ਤੈਨੂੰ ਵਰਗਲਾਇਆ ਜਾ ਰਿਹਾ, ਤੇਰੇ ਨਾਲ ਬੇਇਨਸਾਫੀ ਹੋ ਰਹੀ ਹੈ, ਉਹ ਗੱਲ ਮੰਨਣ ਨੂੰ ਤਿਆਰ ਨਹੀਂ। ਔਰ ਜਿਹੜਾ ਜ਼ਾਲਿਮ ਹੈ ਉਹ ਫਿਰ ਜਾ ਕੇ ਉਸ ਜ਼ਾਲਿਮ ਦਾ ਹੀ ਦਾਮਨ ਪਕੜੇਗਾ। ਇਹ ਪਤਾ ਹੋਣ ਦੇ ਬਾਵਜੂਦ ਕਿ ਇੱਕ ਹੁਕਮਰਾਨ ਨੇ ਤੁਹਾਡੇ ਨਾਲ ਬੇਇਨਸਾਫੀ ਕੀਤੀ ਹੈ, ਕੱਲ ਨੂੰ ਉਹ ਫਿਰ ਕਹੇਗਾ ਕਿ ਆ ਜਾ, ਕੋਈ ਗੱਲ ਨਹੀਂ, ਮੈਂ ਤੇਰੇ ਸਾਰੇ ਦੁੱਖ ਦਰਦ ਦੂਰ ਕਰ ਦਿੰਨਾ, ਠੀਕ, ਤੇ ਉਹ ਫਿਰ ਉਸ ਦੀ ਗੱਲ ਤੇ ਵਿਸ਼ਵਾਸ ਕਰੇਗਾ। ਪਰ ਜਦੋਂ ਇਹ ਕਹੇਗਾ ਕਿ ਇਹੀ ਧਰਮ ਹੈ, ਇਸ ਤੋਂ ਬਿਨਾਂ ਕੋਈ ਧਰਮ ਨਹੀਂ, ਠੀਕ, ਤਾਂ ਉਹ ਉਸ ਵਹਾਅ 'ਚ ਆ ਜਾਂਦਾ ਹੈ। ਹੁਣ ਕੀ ਹੋ ਰਿਹਾ ਹੈ? ਬਹੁ ਗਿਣਤੀ ਦੀ ਜਿਹੜੀ ਮਾਨਸਿਕਤਾ ਹੈ, ਉਹ ਤੋਪਣ ਵਾਸਤੇ ਹਰ ਚੀਜ਼ ਦਾ ਸਹਾਰਾ ਲਿਆ ਜਾ, ਪੈਸੇ ਦਾ। ਔਰ ਜਿਹੜੀ ਹੁਕੂਮਤ ਹੁੰਦੀ ਹੈ, ਜੋ ਸਾਨੂੰ ਨਜ਼ਰ ਆਉਂਦੀ ਹੈ, ਉਹ ਨਹੀਂ ਹੁੰਦੀ। ਜਿਹੜੀ ਪਸੇ ਪਰਦਾ ਮਤਲਬ ਲੋਕ ਜਿਹੜੇ ਇਹਨਾਂ ਨੂੰ ਕਠਪੁਤਲੀਆਂ ਨੂੰ ਨਚਾਉਂਦੇ ਨੇ, ਉਹ ਤਾਂ ਸਰਮਾਏਦਾਰ ਨੇ। ਔਰ ਉਹਨਾਂ ਦਾ ਇੱਕੋ ਹੀ ਮਤਲਬ ਕਹਿ ਲਓ ਨਿਸ਼ਾਨਾ ਹੁੰਦਾ, ਜੋ ਤੁਹਾਨੂੰ ਤੁਸੀਂ ਖਰੀਦ ਸਕਦੇ ਹੋ ਖਰੀਦੋ। ਬਿਲਕੁਲ ਬਿਲਕੁਲ ਠੀਕ ਹੈ ਜੀ। ਔਰ ਬਹੁ ਗਿਣਤੀ ਦੀ ਜਿਹੜੀ ਸੋਚ ਆ ਉਹਦਾ ਪ੍ਰਚਾਰ ਕਰੋ, ਇਹੀ ਕੁਝ ਹੋ ਰਿਹਾ ਜੀ ਜੀ। ਔਰ ਜਦ ਤੱਕ ਕੋਈ ਭਗਤ ਸਿੰਘ ਨਹੀਂ ਆਉਂਦਾ, ਸਿਰਫ ਖਟਕੜ ਕਲਾਂ ਜਾ ਕੇ ਮੱਥਾ ਟੇਕਣ ਨਾਲ ਤੇ ਫਿਰ ਦੂਜੀ ਪਾਰਟੀ ਬਦਲਣ ਨਾਲ, ਫਿਰ ਤੀਜੀ ਪਾਰਟੀ ਜਾਣ ਨਾਲ, ਇਸ ਤਰ੍ਹਾਂ ਦੀ ਡਰਾਮੇਬਾਜ਼ੀ ਨਾਲ ਤਾਂ ਕੁਝ ਹਾਸਲ ਨਹੀਂ ਹੋਣਾ। ਵਿਹਾਰਿਕ ਤੌਰ ਤੇ ਤੁਸੀਂ ਕੀ ਹੋ? ਸੱਚ ਬੋਲਣ ਦਾ ਜੇਰਾ ਹੈ, ਹਿੰਮਤ ਹੈ ਤੁਹਾਡੇ 'ਚ। ਬਸ ਜਦੋਂ ਇਹ ਆ ਗਈ, ਜਦੋਂ ਭੇਡਾਂ ਨੂੰ ਇਹ ਪਤਾ ਲੱਗ ਗਿਆ ਕਿ ਉਹ ਭੇਡਾਂ ਹੀ ਨਹੀਂ ਸ਼ੇਰ ਨੇ, ਫਿਰ ਕੋਈ ਬਗਿਆੜ ਹਿੰਮਤ ਨਹੀਂ ਕਰੇਗਾ ਵੇਖਣ ਦੀ। ਜੀ ਜੀ, ਜੋ ਦੌਰ ਹੀ ਨਹੀਂ ਆਇਆ ਜੀ। ਹੋਰ ਕੋਈ ਸਵਾਲ ਦੋਸਤ? ਕੋਈ ਇੱਕ ਸਵਾਲ ਆਪਾਂ ਹੋਰ? ਦੀਪ ਸਾਹਿਬ, ਮੇਰੀ ਆਵਾਜ਼ ਪਹੁੰਚ ਰਹੀ ਹੈ? ਹਾਂਜੀ ਹਾਂਜੀ, ਹਾਂ ਬਿਲਕੁਲ ਪਹੁੰਚ ਰਹੀ ਹੈ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੇ ਸ਼ੁਕਰੀਆ ਦੀਪ ਸਾਹਿਬ ਤੇ ਸਾਰੀ ਪ੍ਰਬੰਧਕਾਂ ਦਾ, ਇਦਾਂ ਇੰਨੇ ਸੋਹਣੇ ਪ੍ਰੋਗਰਾਮ ਜਿਹੜੇ ਹੈਗੇ ਆ ਸੁਣਨ ਨੂੰ ਮਿਲ ਰਹੇ ਆ। ਤੇ ਇਸੇ ਬਹਾਨੇ ਸਾਨੂੰ ਨਵੇਂ ਮੀਡੀਆ ਵਾਲਿਆਂ ਨੂੰ, ਪੁਰਾਣੇ ਮੀਡੀਆ ਵਾਲੇ ਸੱਜਣਾਂ ਨੂੰ ਵੀ ਮਿਲਣ ਦਾ ਜਿਹੜਾ ਆ ਮੌਕਾ ਮਿਲ ਰਿਹਾ ਆ। ਮੈਂ ਬਲਜੀਤ ਜੀ ਹੁਣਾਂ ਨੂੰ, ਮੈਨੂੰ ਨਾਮ ਨਹੀਂ ਸੀ ਚੇਤੇ, ਆਵਾਜ਼ ਦੇ ਨਾਲ ਪਛਾਣਿਆ ਆ। ਤੇ ਕਾਫੀ ਛੋਟਾ ਸੀ ਮੈਂ ਸ਼ਾਇਦ ਜਦੋਂ ਮੈਂ ਉਹਨਾਂ ਦੇ ਪ੍ਰੋਗਰਾਮ ਸੁਣਦਾ ਰਿਹਾ। ਤੇ ਮੇਰਾ ਸਰ ਸਵਾਲ ਟਿੱਪਣੀ ਦੇ ਉੱਤੇ ਆਧਾਰਿਤ ਆ। ਇੱਕ ਤਾਂ ਪਿਛਲੇ ਸਵਾਲ ਦੇ ਜਵਾਬ 'ਚ ਹੀ ਕਾਫੀ ਕਹਿ ਹੀ ਦਿੱਤਾ ਇਹਨਾਂ ਨੇ ਵੀ ਜਿਹੜੇ ਲੋਕਾਂ ਦਾ ਹੀ ਜਿਹੜਾ ਸਿਸਟਮ ਹੈਗਾ, ਜਾਂ ਕੌਂਕੇ ਸਾਹਿਬ ਦਾ ਜਿਹੜਾ ਇਹਨਾਂ ਨੇ ਸਵਾਲ ਸੀਗਾ, ਉਹਦੇ ਜਵਾਬ 'ਚ ਇਹਨਾਂ ਨੇ ਕਹਿਤਾ ਵੀ ਲੋਕ ਨਹੀਂ ਸੁਣਨਗੇ ਉਹ ਪ੍ਰੋਗਰਾਮ। ਤੇ ਮੇਰਾ ਸਵਾਲ ਅਸਲ 'ਚ ਇਹ ਹੈਗਾ ਕਿ ਕਿਤੇ ਅਸੀਂ ਅੱਤ ਆਦਰਸ਼ਵਾਦ ਦੇ ਚੱਕਰ 'ਚ ਵੀ ਉਹ ਜਿਹੜੀ ਇੱਕ ਲੀਹ ਅਸੀਂ ਉਸਾਰਨੀ ਸੀਗੀ, ਉਹਦੇ ਤੋਂ ਥਿੜਕ ਤਾਂ ਨਹੀਂ ਗਏ? ਜਿਸ ਤਰ੍ਹਾਂ ਕਿ ਠੀਕ ਹੈ, ਉਹ ਇੱਕ ਆਦਰਸ਼ਵਾਦ ਦੇ ਹਿਸਾਬ ਨਾਲ ਗੱਲ ਠੀਕ ਹੈਗੀ ਆ ਕਿ ਵੀ ਜਿਹੜੀ ਚੀਜ਼ ਦਾ ਇਹ ਇਸ਼ਤਿਹਾਰ ਆਉਣ ਲੱਗ ਜਾਵੇ ਤੇ ਉਹ ਮਤਲਬ ਕਿ ਉਹ ਵਿਕਾਊ ਵਾਲੀ ਆਪਾਂ ਨੂੰ ਇੱਕ ਤਬਸ਼ੀਰ ਦੇ ਦਿੰਦੇ ਆ, ਠੱਪਾ ਲਾ ਦਿੰਦੇ ਆ, ਜਾਂ ਇਸ ਤਰ੍ਹਾਂ ਦੀਆਂ ਹੋਰ ਗੱਲਾਂ। ਪਰ ਅਸੀਂ ਜਿਸ ਦੌਰ 'ਚ ਗੁਜ਼ਰ ਰਹੇ ਆ, ਜਿਹਨੂੰ ਪੂੰਜੀਵਾਦ ਦਾ ਦੌਰ ਕਹਿ ਦਿੰਦੇ ਆ, ਬਾਜ਼ਾਰ ਦਾ ਦੌਰ ਕਹਿ ਦਿੰਦੇ ਆ, ਮੇਰੇ ਖਿਆਲ 'ਚ ਕੀ ਉਹਦੇ 'ਚ ਪੈਰਲਰ ਉਸਾਰਨ ਦਾ ਵੀ ਇੱਕ ਸੋਚ ਨਹੀਂ ਸੀ ਸਾਨੂੰ ਨਾਲ ਰੱਖਣੀ ਚਾਹੀਦੀ? ਵੀ ਜੇ ਇੱਕ ਮਾੜੀ ਚੀਜ਼ ਦਾ ਇਸ਼ਤਿਹਾਰ ਆ ਰਿਹਾ ਤਾਂ ਕੀ ਇੱਕ ਚੰਗੀ ਚੀਜ਼ ਦਾ ਇਸ਼ਤਿਹਾਰ ਨਹੀਂ ਸੀ ਹੋਣਾ ਚਾਹੀਦਾ? ਜੀ। ਤੇ ਇਹਦੇ ਨਾਲ ਹੀ ਕਿ ਅਸੀਂ ਜਿਹੜੀ ਉਸ ਆਡੀਅנס ਦੀ ਕਿਉਂਕਿ ਅਸੀਂ ਆਪਣੀ ਮਾਨਸਿਕਤਾ ਨਹੀਂ ਤਿਆਰ ਕਰ ਸਕੇ, ਜਿਹੜੇ ਮੀਡੀਆ ਦੇ ਉੱਤੇ ਜਿਨ੍ਹਾਂ ਦੇ ਹੱਥ 'ਚ ਪਾਵਰ ਸੀ ਮੀਡੀਆ ਦੀ, ਜਿਹੜੇ ਕੁਝ ਚੰਗੇ ਆਦਰਸ਼ਾਂ ਦੇ ਉੱਤੇ ਕੰਮ ਕਰ ਰਹੇ ਸੀ, ਉਹ ਨਹੀਂ ਕਿਉਂਕਿ ਸਮੇਂ ਦੇ ਹਿਸਾਬ ਨਾਲ ਢਲ ਸਕੇ, ਇਸ ਲਈ ਕਿ ਉਹ ਅੱਗੇ ਲਈ ਨਹੀਂ ਉਸਾਰ ਸਕੇ। ਤੇ ਜਿਸ ਤਰ੍ਹਾਂ ਇਹਨਾਂ ਨੇ ਮਜ਼ਦੂਰਾਂ ਦੇ ਲਿਹਾਜ਼ ਨਾਲ ਵੀ ਕਿਹਾ, ਬਿਲਕੁਲ ਵਾਜਬ ਗੱਲ ਹੈ ਕਿ ਉਹਨਾਂ ਨੂੰ ਜਾਣਾ ਨਹੀਂ ਸੀ ਚਾਹੀਦਾ। ਮੈਂ ਵੀ ਜਦੋਂ ਦੇ ਉਹ ਜਾ ਰਹੇ ਨੇ 4 ਮਹੀਨਿਆਂ ਤੋਂ, ਉਦੋਂ ਇਹੀ ਗੱਲ ਕਰ ਰਿਹਾ। ਤੇ ਪਰ ਕੀ ਜਿਹੜੇ ਉਹਨਾਂ ਦੇ ਅੰਦਰ ਇਹ ਭਾਵਨਾ ਪੈਦਾ ਕਰਨ ਦੀ, ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਸੀ, ਜਿਨ੍ਹਾਂ ਨੇ ਇਹਦੇ ਝੰਡੇ ਚੁੱਕੇ ਸੀ, ਬੁਲੰਦ ਕੀਤੇ ਸੀ, ਜਿਨ੍ਹਾਂ ਨੇ ਇਹਦੇ ਸਿਰ ਤੇ ਅਹੁਦੇ ਵੀ ਲਏ, ਸੱਤਾ ਦੇ ਵਿੱਚ ਸਾਂਝ ਭਿਆਲੀਆਂ ਵੀ ਪਾਈਆਂ, ਉਹ ਵੀ ਕਿਤੇ ਨਾ ਕਿਤੇ ਥਿੜਕ ਗਏ ਕਿ ਅਸੀਂ ਸਾਰੀ ਇਹਦੀ ਜ਼ਿੰਮੇਵਾਰੀ ਲੈ ਸਕਦੇ ਹਾਂ ਜਿਨ੍ਹਾਂ ਨੇ ਪਹਿਲਾਂ ਲੀਡ ਕੀਤਾ? ਜੀ ਬਲਜੀਤ ਸਿੰਘ। ਦੇਖੋ, ਗੱਲ ਇਹ ਹੈਗੀ ਹੈ, ਜਿਵੇਂ ਇਹਨਾਂ ਨੇ ਗੱਲ ਕੀਤੀ ਇਸ਼ਤਿਹਾਰਬਾਜ਼ੀ ਵਾਲੀ। ਪਹਿਲੀ ਗੱਲ ਇਹ ਹੁੰਦੀ ਹੈ ਕਿ ਇਸ਼ਤਿਹਾਰਬਾਜ਼ੀ ਦੀ ਜ਼ਰੂਰਤ ਕਦੋਂ ਪੈਂਦੀ ਹੈ?
ਇਸ਼ਤਿਹਾਰਬਾਜ਼ੀ ਦੀ ਜ਼ਰੂਰਤ ਉਦੋਂ ਪੈਂਦੀ ਹੈ ਜਦੋਂ ਮੈਂ ਕੋਈ ਚੀਜ਼ ਕਿਸੇ ਬਾਜ਼ਾਰ ਦੇ ਵਿੱਚ ਵੇਚਣੀ ਚਾਹੁੰਦਾ ਜਾਂ ਕਿਸੇ ਤੱਕ ਪਹੁੰਚਾਉਣੀ ਚਾਹੁੰਦਾ। ਠੀਕ, ਚੰਗੀਆਂ ਚੀਜ਼ਾਂ ਦੀ ਇਸ਼ਤਿਹਾਰਬਾਜ਼ੀ ਵੀ ਹੁੰਦੀ ਹੈ। ਵੈਸੇ ਤਾਂ ਇਹ ਹੁੰਦਾ ਕਿ ਹਕੀਕਤ ਖੁਦ ਕੋ ਮਨਵਾਤੀ ਹੈ, ਇਹ ਮਾਨੀ ਨਹੀਂ ਜਾਤੀ। ਸੱਚਾਈ ਜਿਹੜੀ ਹੈ ਉਹਨੂੰ ਇਸ਼ਤਿਹਾਰਬਾਜ਼ੀ ਦੀ ਜ਼ਰੂਰਤ ਨਹੀਂ ਹੁੰਦੀ। ਇੱਕ ਆਵਾਜ਼ ਕਿਤੇ ਵੀ ਜਿਵੇਂ ਬੋਲੀ ਜਾਵੇਗੀ ਤੇ ਦੂਰ ਤੱਕ ਸੁਣੀ ਜਾਵੇਗੀ, ਔਰ ਜਿਹੜਾ ਕੋਈ ਚੇਤਨ ਬੰਦਾ ਹੈਗਾ ਉਹ ਉਸ ਨੂੰ ਗ੍ਰਹਿਣ ਕਰੇਗਾ, ਉਹਦਾ ਪ੍ਰਤੀਕਰਮ ਵੀ ਕਰੇਗਾ ਔਰ ਉਸ ਲਹਿਰ ਦਾ ਹਿੱਸਾ ਵੀ ਬਣੇਗਾ। ਭਗਤ ਸਿੰਘ ਹੋਰਾਂ ਕੋਲੇ ਕੋਈ ਐਸਾ ਮਾਧਿਅਮ ਨਹੀਂ ਸੀ ਕਿ ਇਸ਼ਤਿਹਾਰਬਾਜ਼ੀ ਵਾਲਾ, ਪਰ ਉਹਨਾਂ ਦੇ ਕਰਮ ਹੀ ਐਸੇ ਨੇ ਜੋ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਅਮਲੀ ਰੂਪ ਵਿੱਚ, ਵਿਹਾਰਕ ਰੂਪ ਵਿੱਚ ਕੀਤਾ। ਉਹ ਤੁਸੀਂ ਦੇਖੋ, ਉਹ ਰੌਸ਼ਨੀ, ਉਹ ਬਿਜਲੀ ਅੱਜ ਤੱਕ ਵੀ ਹਵਾਵਾਂ 'ਚ ਹੈ ਔਰ ਕਦੇ ਖਤਮ ਨਹੀਂ ਹੋਵੇਗੀ। ਔਰ ਜਦੋਂ ਉਸ ਨੂੰ ਗ੍ਰਹਿਣ ਕਰਨ ਵਾਲੇ ਹੂ ਉਸ ਮਤਲਬ ਉਹਨਾਂ ਲਾਈਨਾਂ ਤੇ ਚੱਲਣ ਵਾਲੇ ਪੈਦਾ ਹੋ ਜਾਣਗੇ ਤਾਂ ਫਿਰ ਕਿਸੇ ਕਿਸਮ ਦੀ ਕੋਈ ਤੁਹਾਨੂੰ ਕਿਸੇ ਨੂੰ ਸਿਖਾਉਣ ਦੀ ਜ਼ਰੂਰਤ ਨਹੀਂ ਪਵੇਗੀ, ਆਪ ਮੁਹਾਰੇ ਲਹਿਰ ਤੂਫਾਨ ਬਣੇਗੀ। ਪਰ ਹੁਣ ਜੋ ਜੀ ਸਰ, ਇਹ ਪਰ ਜਗਦੀਪ ਦਾ ਸਵਾਲ ਜਿਹੜਾ ਇਹ ਸੀ ਕਿ ਇਸ ਬਕਾਊ ਮੀਡੀਆ ਤੇ ਪੈਰਲਲ ਕੋਈ ਮੀਡੀਆ ਉਸਰਨਾ ਚਾਹੀਦਾ ਸੀ ਕਿ ਨਹੀਂ ਉਸਰਨਾ ਚਾਹੀਦਾ ਸੀ? ਇਹ ਦੇਖੋ, ਸਵਾਲ ਪੈਰਲਲ ਮੀਡੀਆ ਜਿਹੜਾ ਹੈ ਜੀ, ਅੱਜ ਜੋ ਕੁਝ ਅਸੀਂ ਕਰ ਰਹੇ ਹਾਂ ਇਹ ਉਸੇ ਦਾ ਹੀ ਰੂਪ ਹੈ ਜੀ। ਇਹ ਅਸੀਂ ਪੈਰਲਲ ਮੀਡੀਆ ਦੇ ਰਾਹੀਂ ਤੁਹਾਨੂੰ ਮੁਖਾਤਬ ਹੋ ਰਹੇ ਹਾਂ ਜੀ। ਔਰ ਜੇ ਇਸ ਤਰ੍ਹਾਂ ਹਰ ਵਿਅਕਤੀ ਸੋਚਣ ਲੱਗ ਜੇ ਕਿ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਔਰ ਇਹਨਾਂ ਦੇ ਬਰਾਬਰ ਮੰਚ ਖੜੇ ਕਰਨੇ ਨੇ, ਪਰ ਉਹਦੇ ਵਾਸਤੇ ਕੀ ਹੈ ਕਿ ਤੁਹਾਨੂੰ ਜਗਾਉਣਾ ਪਵੇਗਾ, ਕਿਉਂਕਿ ਜ਼ਿਆਦਾਤਰ ਲੋਕ ਬਹੁ ਗਿਣਤੀ ਸੁੱਤੀ ਹੋਈ ਹੈ। ਜੀ ਜੀ ਜੀ। ਉਹਨਾਂ ਨੂੰ ਜਗਾਉਣ ਵਾਸਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪੁਆਇੰਟ ਮੈਂ ਥੋੜਾ ਜਿਹਾ ਹੋਰ ਜੋੜਨਾ ਚਾਹੁੰਦਾ ਆ। ਇਹ ਕੰਮ ਅਸਲ 'ਚ ਜੇ ਮੈਂ ਇਹਦੇ ਇੱਕ ਉਦਾਹਰਨ ਦੇ ਨਾਲ ਗੱਲ ਕਰਾਂ ਤਾਂ ਹਿੰਦੀ ਮੀਡੀਆ ਤੇ ਅੰਗਰੇਜ਼ੀ ਮੀਡੀਆ 'ਚ ਜੇ ਮੈਂ ਤੁਹਾਨੂੰ ਦੱਸਾਂ ਨਾ, ਤੁਸੀਂ ਗੱਲ ਕੀਤੀ ਕਿ ਜਿਹੜਾ ਮੀਡੀਆ ਦੇ ਵਿੱਚ ਸਰਮਾਇਆ ਆ ਉਹ ਕਿੱਥੋਂ ਲਾਉਣਾ ਹੁੰਦਾ, ਇਸ਼ਤਿਹਾਰ ਤੋਂ ਆਉਣਾ ਹੁੰਦਾ। ਇਸ ਕਰਕੇ ਜਿਹੜਾ ਵਾ ਮੀਡੀਆ ਉਹ ਜ਼ਿਆਦਾ ਇਸ਼ਤਿਹਾਰ ਵੱਲ ਝੁਕ ਜਾਂਦਾ ਜਾਂ ਇੰਸਟੀਟਿਊਸ਼ਨ ਵੱਲ ਝੁਕ ਜਾਂਦਾ। ਲੇਕਿਨ ਪਿਛਲੇ 10 ਸਾਲਾਂ ਤੋਂ ਮੈਂ ਦੇਖ ਰਿਹਾ ਹੈਗਾ ਵਾਇਰ ਵਰਗੇ, ਨਿਊਜ਼ ਲਾਂਡਰੀ ਵਰਗੇ, ਪ੍ਰਿੰਟ ਵਰਗੇ ਇਸ ਤਰ੍ਹਾਂ ਦੇ ਬਹੁਤ ਸਾਰੇ ਅਦਾਰੇ ਆਏ ਆ ਜਿਨ੍ਹਾਂ ਨੇ ਹਿੰਦੀ ਤੇ ਭਾਰਤੀ ਭਾਸ਼ਾਵਾਂ ਦੇ ਵਿੱਚ ਜਿਹੜਾ ਵਾ ਆਪਣੇ ਪਲੇਟਫਾਰਮ ਖੜੇ ਕੀਤੇ ਤੇ ਉਹਨਾਂ ਜ਼ੀਰੋ ਇਸ਼ਤਿਹਾਰ ਦੇ ਨਾਲ ਉਹ ਪਲੇਟਫਾਰਮ ਚੱਲ ਰਹੇ ਆ। ਔਰ ਉਹ ਲੋਕਾਂ ਨੂੰ ਕਹਿ ਰਹੇ ਆ ਵੀ ਤੁਸੀਂ ਜਿੰਨੀ ਖਬਰ ਪੜ੍ਹਨੀ ਆ ਉਨੇ ਪੈਸੇ ਦੇ ਦਿਓ, ਇੱਕ ਖਬਰ ਪੜ੍ਹੋ, ਇੱਕ ਖਬਰ ਦੇ ਪੈਸੇ ਦੇ ਦਿਓ, ਚੰਗੀ ਖਬਰ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਕਰਕੇ ਇੱਕ ਚੰਗੀ ਖਬਰ ਲਿਆ ਕੇ ਦੇਵਾਂਗੇ। ਇਸ ਤਰ੍ਹਾਂ ਦੇ ਉਪਰਾਲੇ ਅਸੀਂ ਵੀ ਕੁਝ ਸ਼ੁਰੂ ਕੀਤੇ ਆ, ਲੇਕਿਨ ਪੰਜਾਬੀ ਕਹਿੰਦੇ ਵੀ ਅਸੀਂ ਖਬਰ ਦੇ ਪੈਸੇ ਕਿਉਂ ਦਈਏ, ਚੰਗੀ ਖਬਰ ਅਸੀਂ ਲੈਣੀ ਹੀ ਨਹੀਂ, ਅਸੀਂ ਕਰੀਏ। ਇਹ ਕਿਤੇ ਨਾ ਕਿਤੇ ਮੇਰਾ ਸਵਾਲ ਇਹ ਆ ਵੀ ਜੇ ਪੈਰਲਰ ਅਸੀਂ ਮਾਨਸਿਕਤਾ ਪੈਦਾ ਕਰਨ 'ਚ ਕਿਤੇ ਥਿੜਕ ਗਏ ਆ, ਜਿਹੜੇ ਲੀਡਰਾਂ ਨੇ ਇਹ ਪਹਿਲਾਂ ਇਹ ਸਾਰਾ ਅਧਿਐਨ ਕੀਤਾ ਸੀ, ਇਹ ਸਿਧਾਂਤ ਪੈਦਾ ਖੜੇ ਕਰਕੇ ਨਾਲ ਲੈ ਕੇ ਆਏ ਸੀਗੇ। ਭਗਤ ਸਿੰਘ ਤੇ ਹਰ ਜਗ੍ਹਾ ਨਹੀਂ ਹੋ ਸਕਦਾ ਨਾ। ਜੀ ਜੀ ਜਗਦੀਪ, ਥੋੜਾ ਜਿਹਾ ਆਪਾਂ ਗੱਲ ਨੂੰ ਬੋਚੀਏ ਆਪਾਂ। ਠੀਕ ਹੈ, ਤੁਹਾਡੀ ਗੱਲ ਕਾਫੀ ਹੱਦ ਤੱਕ। ਸਰ ਬਲਜੀਤ ਸਰ, ਮੇਰੇ ਖਿਆਲ ਦੇ ਵਿੱਚ ਬਲਜੀਤ ਸਰ ਦੇ ਕੋਈ ਨੈਟਵਰਕ ਦੇ ਵਿੱਚ ਕੋਈ ਪ੍ਰੋਬਲਮ ਆ ਗਈ। ਸੋਲ ਮੈਮ, ਤੁਸੀਂ ਇੱਕ ਵਾਰੀ ਜੁੜਦੇ ਦੁਬਾਰਾ ਜੀ ਜੁੜੇ ਤਾਂ ਹੋ, ਤੁਸੀਂ ਇੱਕ ਵਾਰੀ ਧੰਨਵਾਦੀ ਸ਼ਬਦ ਬੋਲੋ ਜੀ। ਹਾਂਜੀ, ਬਲਜੀਤ ਸਰ ਮੇਰਾ ਖਿਆਲ ਆਫਲਾਈਨ ਹੋ ਗਏ ਤੇ ਮੇਰੇ ਖਿਆਲ 'ਚ ਕੋਈ ਕਨੈਕਸ਼ਨ ਦੀ ਪ੍ਰੋਬਲਮ ਜੀ। ਅੱਛਾ, ਤੁਸੀਂ ਦੇਖੋ ਤਾਂ ਤੁਹਾਡੇ ਕੋਲੇ ਉਹ ਕਿਵੇਂ ਆ ਰਹੇ ਨੇ? ਹਾਂ, ਮੈਂ ਦੇਖ ਰਿਹਾ, ਤੁਸੀਂ ਇੱਕ ਵਾਰੀ ਸ਼ੁਰੂ ਕਰੋ ਜੀ। ਜੀ ਜੀ। ਅੱਜ ਮੈਂ ਜਿਹੜੀ ਗੱਲ ਉਹ ਦੇਖ ਰਹੀ ਸੀ, ਇਹਨਾਂ ਦੇ ਸਵਾਲ ਸੀਗੇ ਜਗਦੀਪ ਦੇ ਕਿ ਜਿਹੜਾ ਪੈਰਲਲ ਮੀਡੀਆ ਉਸਾਰਨ ਵਾਲੀ ਗੱਲ ਇਹ ਕਹਿ ਰਹੇ ਸੀ, ਤੇ ਉਹਦੇ ਸੰਦਰਭ ਦੇ ਵਿੱਚ ਜਦੋਂ ਬਲਜੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਕਿ ਜਿਹੜਾ ਇਹ ਉਪਰਾਲਾ ਅਸੀਂ ਅੱਜ ਕਰਦੇ ਪਏ ਆ ਜਾਂ ਜਿਹੜੀਆਂ ਗੱਲਾਂ ਅਸੀਂ ਅੱਜ ਇਸ ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੋਂ ਕਰ ਰਹੇ ਹਾਂ, ਉਹ ਇੱਕ ਤਰ੍ਹਾਂ ਨਾਲ ਪੈਰਲਲ ਮੀਡੀਆ ਹੀ ਆ। ਤੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਬਾਅਦ ਸਾਡੇ ਕੋਲ ਕੋਈ ਲਫ਼ਜ਼ ਨਹੀਂ ਆ। ਜੇਕਰ ਅਸੀਂ ਇੰਨਾ ਕੁ ਕੁਝ ਕਰ ਸਕੇ, ਮੈਂ ਕਹਿੰਦੀ ਹੁੰਦੀ ਵੀ ਕਿਣਕਾ ਵੀ ਛੋਹ ਲਈਏ ਉਹਦੀਆਂ ਦਾਤਾਂ ਚੋਂ, ਕੁਝ ਕੰਮ ਕਰ ਲਈਏ ਤਾਂ ਸਾਡੇ ਲਈ ਬੜੇ ਵਡਭਾਗ ਹੋਣਗੇ। ਸੋ ਇਹ ਸਾਨੂੰ ਅੱਜ ਮੈਨੂੰ ਲੱਗਦਾ ਹੈ ਕਿ ਬੜੀ ਬਹੁਤ ਵੱਡੀ ਦੇਣ ਹੈ। ਬਲਜੀਤ ਸਰ ਨੇ ਇੰਨੀਆਂ ਸੋਹਣੀਆਂ ਜਿਹੜੀਆਂ ਅੱਜ ਗੱਲਾਂ ਕੀਤੀਆਂ ਨੇ, ਔਰ ਬਹੁਤ ਸਾਰੇ ਜਿਹੜੇ ਕਮੈਂਟਸ ਨੇ ਉਹ ਆਏ ਨੇ ਅੱਜ ਦੇ ਪ੍ਰੋਗਰਾਮ ਬਾਰੇ। ਤੇ ਕੋਈ ਕਹਿ ਰਿਹਾ ਹੈ ਕਿ ਅਜੇ ਤਾਂ ਗੱਲਾਂ ਸ਼ੁਰੂ ਹੀ ਨਹੀਂ ਹੋਈਆਂ, ਕਿਸੇ ਦਾ ਇਹ ਹੈ ਕਿ ਅਜੇ ਇੱਕ ਸੈਸ਼ਨ ਹੋਰ ਚਾਹੀਦਾ ਹੈ, ਸਮਾਂ ਖਲੋ ਕਿਉਂ ਨਹੀਂ ਜਾਂਦਾ, ਸਮੇਂ ਦੇ ਪੈਰਾਂ ਨੂੰ ਪਹਾੜ ਬੰਨ ਦਈਏ। ਸੋ ਬਹੁਤ ਸੋਹਣੇ ਸੋਹਣੇ ਕਮੈਂਟਸ ਜਿਹੜੇ ਨੇ ਉਹ ਨਾਲ ਦੇ ਨਾਲ ਆ ਰਹੇ ਨੇ। ਤੇ ਅੱਜ ਸਾਡੇ ਨਾਲ 21 ਗਰੁੱਪਸ ਨੇ ਜਿਹੜੇ
ਜਿਨ੍ਹਾਂ ਨੇ ਲਾਈਵ ਪ੍ਰੋਗਰਾਮ ਕੀਤਾ ਹੈਗਾ, ਔਰ ਉਹਨਾਂ ਗਰੁੱਪਾਂ ਦੇ ਵੀ ਅਸੀਂ ਬਹੁਤ ਧੰਨਵਾਦੀ ਹਾਂ, ਕਿਉਂਕਿ ਸਾਡਾ ਮਕਸਦ ਸਿਰਫ ਇੰਨਾ ਹੀ ਆ ਕਿ ਅਸੀਂ ਆਪਣੀ ਗੱਲ ਜਿਹੜੀ ਹੈ ਉਹ ਸਰਹੱਦਾਂ ਤੋਂ ਪਾਰ ਪਹੁੰਚਾ ਸਕੀਏ, ਕਿ ਅਸੀਂ ਜਿੰਨੀ ਵੀ ਗੱਲ ਕਰੀਏ ਜੇ ਉਹਦੇ 'ਚ ਸੁਚੇਤਤਾ ਪੈਦਾ ਕਰ ਸਕੀਏ, ਮਨਾਂ 'ਚ ਕੋਈ ਚਾਨਣ ਭਰ ਸਕੀਏ, ਕੋਈ ਕਿਸੇ ਰੂਹ ਨੂੰ ਭੋਰਾ ਕੁ ਸਕੂਨ ਦੇ ਸਕੀਏ। ਸੋ ਇਹ ਜਿਹੜਾ ਜਿਵੇਂ ਜਿਵੇਂ ਦਿਨ ਲੰਘਦੇ ਜਾਂਦੇ ਆ, ਪ੍ਰੋਗਰਾਮ ਮੈਨੂੰ ਲੱਗਦਾ ਹੈ ਕਿ ਆਪਣੇ ਜੋਬਨ ਵੱਲ ਤੁਰਿਆ ਹੀ ਜਾਂਦਾ। ਹਰ ਰੋਜ਼ ਲੱਗਦਾ ਸੀ ਕਿ ਅੱਛਾ ਹੁਣ ਇਹ ਤਾਂ ਬਹੁਤ ਸੋਹਣਾ ਹੋ ਗਿਆ, ਅੱਜ ਦਾ ਦਿਨ ਬਹੁਤ ਵਧੀਆ ਹੋਇਆ, ਕੱਲ ਨੂੰ ਕਿਵੇਂ ਹੋਊਗਾ। ਤਾਂ ਉਹ ਇੱਕ ਸਟੈਂਡਰਡ ਬਣ ਜਾਂਦਾ, ਤੇ ਉਦੋਂ ਬਾਅਦ ਫਿਰ ਸਾਨੂੰ ਉੱਪਰ ਵੱਲ ਨੂੰ ਚੱਲਣਾ ਹੀ ਚਾਹੀਦਾ ਆ। ਸੋ ਮੈਨੂੰ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਸਾਰੇ ਮੁਹੱਬਤੀ ਦੋਸਤਾਂ ਦਾ, ਬਲਜੀਤ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਅੱਜ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇੰਨੀ ਵਧੀਆ ਭਾਸ਼ਾ ਦੇ ਵਿੱਚ। ਔਰ ਮੇਰਾ ਤਾਂ ਜੀ ਕਰਦਾ ਸੀ ਹੁਣ, ਕਿਉਂਕਿ ਪ੍ਰੋਗਰਾਮ ਆਨਲਾਈਨ ਆ, ਤਾਂ ਮੈਂ ਉਹ ਕਹਿੰਦੀ ਹੁੰਦੀ ਆ ਕਿ ए बादल इतना ना बरस के वो आ ना सके, जब वो आ जाए तो इतना बरस के वो ना जा ना सके। ਸੋ ਇਹ ਜਿਹੜੀ ਗੱਲ ਹੈ ਉਹ ਮੇਰੇ ਸਾਰੇ ਹੀ ਪਿਆਰੇ ਦਰਸ਼ਕਾਂ ਲਈ ਹੈ, ਸਾਰੇ ਦੋਸਤਾਂ ਲਈ, ਮੁਹੱਬਤੀ ਦੋਸਤਾਂ ਲਈ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਲਗਾਤਾਰ। ਮੈਂ ਨਾਂ ਲੈਣਾ ਚਾਹਾਂਗੀ, ਸਾਡੇ ਨਾਲ ਅੱਜ ਜਿਵੇਂ ਮੈਂ ਦੱਸਿਆ ਹੈਗਾ ਜੀ ਹਾਂ, ਕੋਈ ਗੱਲ ਨਹੀਂ। ਜਸਪਾਲ ਕਈ ਜੀ, ਰਵਿੰਦਰ ਸਿੰਘ ਸਹਿਰਾ, ਨਰਿੰਦਰਪਾਲ ਕੰਗ, ਜਗਦੀਸ਼ ਸਚਦੇਵਾ, ਮੰਜੂ ਵਰਮਾ, ਦੀਪ ਸੰਧੂ, ਬਮਲਜੀਤ ਕੌਰ ਮਾਨ, ਰਘਬੀਰ ਸਿੰਘ ਟਰਕਿਆਣਾ, ਪਵਨਦੀਪ ਢਿੱਲੋਂ, ਪ੍ਰਭਜੋਤ ਸੋਹੀ, ਗੁਰਨੈਬ ਸਿੰਘ ਮੰਗਾਣੀਆਂ, ਦੈਨ ਬਲਜਿੰਦਰ ਜੌੜਕੀਆਂ, ਨਰਿੰਦਰ ਸਿੰਘ ਚੱਕਲ ਯੂਕੇ ਤੋਂ ਨੇ, ਪਰਮਿੰਦਰ ਸੋਢੀ, ਸੁਨੀਲ ਡੋਗਰਾ ਜੀ, ਸੁਨੀਤਾ ਧਾਰੀਵਾਲ, ਪਿਆਰਾ ਸਿੰਘ ਗੁਰਨੇ, ਹਰਜੀਤ ਕੌਰ ਬਮਰਾ, ਬਲਬੀਰ ਕੌਰ ਰੀਹਲ, ਅਨੁਰੀਤ ਗੁਰਾਇਆ ਕੈਨੇਡਾ ਤੋਂ, ਹਰਜਿੰਦਰ ਪਾਲ ਕੌਰ ਪ੍ਰਿੰਸੀਪਲ ਨੇ, ਧਰਮ ਕਮਿਆਣਾ, ਪੁਸ਼ਪਿੰਦਰ ਜੋਸਨ, ਸਤਨਾਮ ਚੌਹਾਨ, ਐਮ ਆਸਿਫ, ਸਰਬਜੀਤ ਬੈਂਸ, ਲਾਜਪਾਲ ਜਾਖੜ, ਤਜਿੰਦਰ ਕੌਰ ਸ਼ਾਹੀ, ਰਾਮਲਾਲ ਭਗਤ, ਅਸ਼ੋਕ ਭੋਰਾ, ਸਤਿੰਦਰ ਕੌਰ ਕਾਲੋ, ਪ੍ਰੇਮ ਸਿੰਘ, ਸਤਪਾਲ ਭੀਖੀ, ਡਾਕਟਰ ਦਲਜੀਤ ਕੌਰ, ਜਸਪ੍ਰੀਤ ਗਿੱਲ। ਮੇਰੀ ਆਵਾਜ਼ ਆ ਰਹੀ ਹੈ ਡਾਕਟਰ ਸਾਹਿਬ? ਹਾਂਜੀ ਹਾਂ, ਬਿਲਕੁਲ ਜੀ, ਬਿਲਕੁਲ ਬਿਲਕੁਲ। ਓਕੇ, ਕਿਉਂਕਿ ਉਹ ਸਕਰੀਨ ਤੇ ਨਹੀਂ ਆ ਰਿਹਾ ਨਾ। ਜਸਪ੍ਰੀਤ ਗਿੱਲ, ਗੁਰਭੇਜ ਨੱਤ ਸੰਧੂ, ਨਰਿੰਦਰਪਾਲ ਕੰਗ, ਗੁਰਪ੍ਰੀਤ, ਤਰਲੋਚਨ ਸਿੰਘ, ਬਲਜੀਤ ਪਾਲ ਸਿੰਘ, ਬਲਵਿੰਦਰ ਸਿੰਘ, ਬੀਬਾ ਬਲਵੰਤ ਗੁਰਦਾਸਪੁਰ ਤੋਂ, ਲਵਲੀਨ ਕੌਰ, ਪ੍ਰੋਫੈਸਰ ਮੁਹੰਮਦ ਰਫੀ ਮਲੇਰਕੋਟਲਾ ਤੋਂ, ਸੁਖਮਨ ਸਿੰਘ, ਹਰਸਿਮਰਨ ਕੌਰ, ਗੁਰਵਿੰਦਰ ਸਿੰਘ ਚਾਹਲ, ਡਾਕਟਰ ਰਵੇਲ ਸਿੰਘ, ਬਲਬੀਰ ਸੰਘੇੜਾ, ਤਲਵਿੰਦਰ ਮੰਡ, ਸੁਨੀਲ ਚੰਦਿਆਨਵੀ, ਪਰਮਜੀਤ ਕੌਰ ਚੀਮਾ, ਕੁਲਵਿੰਦਰ ਕੌਰ, ਗੁਰਚਰਨ ਕੋਚਰ, ਰਣਜੀਤ ਆਜ਼ਾਦ ਕਾਂਝਲਾ, GPS ਬੈਰਮਪੁਰ, ਬਲਵਿੰਦਰ ਕੌਰ, ਪ੍ਰੀਤਮ ਸਿੰਘ ਖੰਗੂੜਾ, ਸੁਖਦਰਸ਼ਨ ਕੌਰ, ਰੂਪ ਢਿੱਲੋਂ, ਕੇਹਰ ਸ਼ਰੀਫ, ਸੁਰਿੰਦਰ ਰਮੇਸ਼ ਸਚਦੇਵਾ, ਸੁਖਵਿੰਦਰ ਕੌਰ ਔਲਖ, ਬਲਵਿੰਦਰ ਚਾਹਲ, ਪਰਮਜੀਤ ਕੌਰ, ਸੁਖੀ ਚਾਹਲ, ਡਾਕਟਰ ਗਗਨਦੀਪ ਕੌਰ ਦਿੱਲੀ ਤੋਂ, ਕੁਲਵਿੰਦਰ ਮਠਾੜੂ, ਪ੍ਰਿੰਸੀਪਲ ਭੁਪਿੰਦਰ ਜਰਨਲਿਸਟ ਨੇ, ਨਾਇਬ ਸਿੰਘ ਮੰਡੇਰ, ਨਵਦੀਪ ਮੁੰਡੇ, ਚਰਨਜੀਤ ਸਿੰਘ ਭਗਤਾ, ਜਗਮੋਹਨ ਸਿੰਘ ਵਿਰਕ, ਪਵਨ ਸ਼ਰਮਾ, ਅਮਰਵੀਰ ਸਿੰਘ, ਹਰਜੀਤ ਕੌਰ ਬਸਰਾ, ਗੋਪਾਲ ਸਿੰਘ ਰਿਆਉਂਦ, ਨਛੱਤਰ ਸਿੰਘ, ਵਿਜੇ ਵਿਵੇਕ, ਸਤਿੰਦਰ ਕੌਰ ਕਾਲੋ, ਗੁਰਚਰਨ ਕੋਚਰ, ਪ੍ਰੀਤਮ ਸਿੰਘ ਖੰਗੂੜਾ, ਪਰਮਾਨੰਦ ਸ਼ਾਸਤਰੀ, ਇੰਦਰਪ੍ਰੀਤ ਸਿੰਘ ਧਾਮੀ, ਦਵਿੰਦਰਪਾਲ ਗੁਰਾਇਆ ਅੰਮ੍ਰਿਤਸਰ ਤੋਂ, ਐਮ ਅਨਵਰ ਅੰਜੁਮ, ਬਲਜੀਤ ਸਿੰਘ, ਰਿਪਨ ਮਰਾੜ ਚੰਡੀਗੜ੍ਹ ਤੋਂ, ਗੁਰਮੀਤ ਸਿੰਘ, ਅਮਰਜੀਤ ਸਿੰਘ ਵੜੈਚ, ਗੁਰਵਿੰਦਰ ਸਿੰਘ ਮਾਣਕ, ਚੰਨਪ੍ਰੀਤ ਕੌਰ, ਜਸਵਿੰਦਰ ਫਗਵਾੜਾ, ਸੁਨੀਲ ਚੰਦਿਆਨਵੀ, ਮੱਖਣ ਸਿੰਘ ਮਾਨ, ਵਰਿੰਦਰ ਕੌਰ, ਸੋਹਣ ਸਿੰਘ, ਇਹ ਲਿਖ ਰਹੇ ਨੇ ਕਿ ਅਜੇ ਮਨ ਨਹੀਂ ਭਰਿਆ, ਮਨਦੀਪ ਸਿੰਘ, ਅਮਨਦੀਪ ਕੌਰ ਸਿੰਘ, ਰਜਿੰਦਰ ਕੌਰ, ਪਾਲ ਕੌਰ, ਰਾਜਵਿੰਦਰ ਕੌਰ ਢਿੱਲੋਂ, ਦੀਪ ਜਗਦੀਪ ਸਿੰਘ, ਪ੍ਰਭਜੋਤ ਢਿੱਲੋਂ, ਹਰਜੀਤ ਸਿੰਘ ਜੋਗਾ। ਸੋ ਅੱਜ ਕਮਲਜੀਤ ਦੋਸਾਂਝ ਵੀ ਨੇ, ਡਾਕਟਰ ਗੁਰਪ੍ਰੀਤ ਸਿੰਘ ਸਿੱਧੂ ਨੇ, ਪੰਮੀ ਹੰਸਪਾਲ, ਦਲਜੀਤ ਸਿੰਘ ਸ਼ਾਹੀ। ਸੋ ਇੰਨੇ ਕੁ ਨਾਮ, ਜੇ ਕੋਈ ਮੇਰੇ ਤੋਂ ਰਹਿ ਗਿਆ ਹੋਵੇ ਤਾਂ ਡਾਕਟਰ ਤੁਹਾਡੇ ਕੋਲੇ ਵੀ ਹੋਣਗੇ,
ਜੀ ਸੋ ਪਹਿਲਾਂ ਆਪਾਂ ਇਹਨਾਂ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਬਲਜੀਤ ਸਾਹਿਬ ਤੁਸੀਂ ਡਿਸਕਨੈਕਟ ਹੋ ਗਏ ਸੀ ਜੋ ਕਿ ਆਖਰੀ ਕਮੈਂਟ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਪਲੀਜ਼। ਦੇਖੋ ਬਹੁਤ ਵਧੀਆ ਲੱਗਿਆ, ਬੜਾ ਮਾਣ ਮਿਲਿਆ ਮੈਨੂੰ। ਔਰ ਦੂਸਰੀ ਗੱਲ ਹੈ, ਗੱਲਾਂ ਬਾਤਾਂ ਕਰਕੇ ਬੜਾ ਮਜ਼ਾ ਆਉਂਦਾ ਹੈ। ਬਹੁਤ ਅੱਛਾ ਲੱਗਿਆ। ਇਹ ਬੜਾ ਖਾਮੋਸ਼ੀ ਵਾਲਾ ਮਾਹੌਲ ਹੈ, ਘਰਾਂ 'ਚ ਬੰਦ ਰਹਿੰਦੇ ਆ, ਤਾਂ ਦਿਲ ਕਰਦਾ ਹੁੰਦਾ ਹੈ ਕਿ ਕਿਸੇ ਨਾਲ ਬਹੁਤ ਸਾਰੀਆਂ ਗੱਲਾਂ ਕਰੀਏ। ਜੀ ਗੱਲਾਂ ਵੀ ਉਹਨਾਂ ਨੂੰ ਕਰੀਏ, ਉਹਨਾਂ ਨਾਲ ਕਰੀਏ ਜਿਹੜੇ ਸਮਝ ਜਾਣ ਛੇਤੀ। ਛੋਟੀ ਜੀ ਗੱਲ ਕਰੀਏ, ਬਹੁਤ ਸਾਰਾ ਸਮਝ ਲੈਣ। ਸੋ ਅੱਜ ਮੈਨੂੰ ਇਸ ਮੰਚ ਤੇ ਇਸ ਤਰ੍ਹਾਂ ਦਾ ਅਹਿਸਾਸ ਹੋਇਆ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਮੈਡਮ, ਤੁਸੀਂ ਯਕੀਨਨ ਮੁਬਾਰਕ ਦੇ ਹੱਕਦਾਰ ਹੋ। ਔਰ ਮੈਂ ਚਾਹਾਂਗਾ ਕਿ ਇਸ ਕਾਫਲੇ ਬਹੁਤ ਦੇ ਮਿਹਰਬਾਨੀ। ਕਦੇ ਕਦੇ ਸ਼ਾਮਿਲ ਕਰ ਲਿਆ ਕਰੋ, ਅੱਛਾ ਲੱਗਦਾ ਹੈ ਅਦੀਬਾਂ ਦੇ ਨਾਲ ਸੰਗਤ ਕਰਕੇ, ਮਨ ਰੌਸ਼ਨ ਹੋ ਜਾਂਦਾ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਹੈਲੋ ਸਰ। ਕਾਂਗਰਸ ਸਾਹਿਬ ਦਾ ਬੜਾ ਬੜਾ ਸ਼ੁਕਰੀਆ। ਹਾਂਜੀ ਗੁਰਨੈਬ। ਹਾਂਜੀ ਸਰ, ਮੇਰੀ ਨਾ ਮਤਲਬ ਸਵਾਲ ਨਹੀਂ ਹੈ, ਬੇਨਤੀ ਹੈ ਕਿ ਬਲਜੀਤ ਸਰ, ਤੁਹਾਡੀਆਂ ਚਲੋ ਪ੍ਰੋਗਰਾਮ ਅਸੀਂ ਬਹੁਤ ਛੋਟੇ ਹੁੰਦੇ ਦੇਖਦੇ ਰਹੇ ਹਾਂ, ਉਹ ਚੀਜ਼ਾਂ ਮੰਨਦੇ ਰਹੇ ਹਾਂ, ਪਰ ਤੁਹਾਡੀਆਂ ਜਿਹੜੀਆਂ ਕਿਤਾਬਾਂ ਹੈ ਇਹਨਾਂ ਨੂੰ ਵੀ ਨਾ ਰੂਪ ਦੇ ਵਿੱਚ ਸਾਡੇ ਪਾਠਕਾਂ ਤੱਕ ਜਾਣਾ ਚਾਹੀਦਾ ਜੀ। ਤੁਹਾਡੀਆਂ ਕਿਤਾਬਾਂ ਸਾਨੂੰ ਉਵੇਂ ਉਪਲਬਧ ਨਹੀਂ ਹੁੰਦੀਆਂ। ਮੈਨੂੰ ਡਾਕਟਰ ਦੀਪ ਸਰ ਨੇ ਪੜ੍ਹਾਈਆਂ ਤੇ ਬੜੀ ਕਮਾਲ ਦੀ ਸ਼ੈਲੀ ਤੇ ਬੜੀ ਕਮਾਲ ਦੀਆਂ ਚੀਜ਼ਾਂ ਉਹ ਮੈਂ ਤਾਂ ਸਵਾਲ ਕਰਨਾ ਸੀਗਾ ਕਿ ਤੁਸੀਂ ਖਬਰਾਂ ਪੜ੍ਹਦੇ ਜਾਂ ਏਦਾਂ ਦੇ ਪ੍ਰੋਗਰਾਮ ਪ੍ਰੋਫੈਸ਼ਨਲ ਪੇਸ਼ ਕਰਦੇ ਏਦਾਂ ਦੀ ਸ਼ੈਲੀ ਕਿਤਾਬਾਂ ਦੇ ਵਿੱਚ ਕਿਵੇਂ ਲਿਖਦੇ ਹੋ ਜਾਂ ਕਿਵੇਂ ਵਰਤਦੇ ਹੋ। ਚਲੋ ਹੁਣ ਸਮਾਂ ਨਹੀਂ ਰਿਹਾ ਆਪਣੇ ਕੋਲੇ, ਪਰ ਤੁਹਾਡੀਆਂ ਕਿਤਾਬਾਂ ਸਾਡੇ ਪਾਠਕਾਂ ਤੱਕ ਜ਼ਰੂਰ ਜਾਣੀਆਂ ਚਾਹੀਦੀਆਂ। ਕਿਰਪਾ ਕਰਕੇ ਇਸ ਚੀਜ਼ ਨੂੰ ਜ਼ਰੂਰ ਵਿਚਾਰਿਓ। ਇਹਦਾ ਤੁਸੀਂ ਗੁਰਨੈਬ, ਮੈਂ ਵਾਅਦਾ ਕਰ ਲਿਆ, ਮੈਂ ਡਾਕਟਰ ਸਾਹਿਬ ਨੇ ਮੈਨੂੰ ਆਪਣਾ ਐਡਰੈਸ ਭੇਜ ਦੇਣਾ ਘਰ 'ਚ, ਮੈਂ ਬਲਕ ਦੇ ਵਿੱਚ ਭੇਜ ਦੂੰਗਾ ਕਿਤਾਬਾਂ, ਕਿਉਂਕਿ ਮੈਂ ਕਿਤਾਬਾਂ ਮਤਲਬ ਛੇਤੀ ਕਿਤੇ ਦਿੰਦਾ ਨਹੀਂਗਾ ਕਿਸੇ ਨੂੰ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਕਿਤਾਬ ਦੀ ਬੇਅਦਬੀ ਹੁੰਦੀ ਹੈ, ਕੋਈ ਪੜ੍ਹ ਕੇ ਨਾ ਉੱਤੇ ਰੱਖ ਜੇ ਇਹਨਾਂ ਦੇ, ਫਿਰ ਚੰਗਾ ਨਹੀਂ ਲੱਗਦਾ। ਮੈਨੂੰ ਯਕੀਨ ਹੋਇਆ ਨਾ ਜਦੋਂ ਕਿਸੇ ਪਾਠਕ ਦੇ ਉੱਤੇ ਕਿ ਪੜ੍ਹੇਗਾ ਤਾਂ ਮੈਂ ਉਸ ਨੂੰ ਦਿੰਦਾ। ਇਹੀ ਕਾਰਨ ਹੈ ਕਿ ਕਿਤਾਬਾਂ ਮੇਰੇ ਕੋਲੇ ਜ਼ਿਆਦਾ ਰਹਿੰਦੀਆਂ, ਪਾਠਕਾਂ ਤੱਕ ਪਹਿਲਾਂ ਵੀ ਸਾਡੇ ਕੋਲੇ ਫੋਟੋ ਕਾਪੀਆਂ ਪਹੁੰਚੀਆਂ ਨੇ ਜੀ। ਨਹੀਂ, ਮੈਂ ਤੁਹਾਡੇ ਕੋਲੇ ਕਿਤਾਬਾਂ ਪਹੁੰਚਾਊਂਗਾ ਹਰ ਹਾਲ। ਵਾਧਾ ਰਿਹਾ। ਥੈਂਕ ਯੂ। ਦੀਪ ਜਗਦੀਪ ਹੋਰਾਂ ਦੇ ਸਵਾਲ ਆਪਾਂ ਅਗਲੇ ਦਿਨਾਂ ਦੇ ਵਿੱਚ ਲਵਾਂਗੇ। ਬੇਬੀ ਦੀਪ ਹੋਰਾਂ ਨੂੰ ਕਿਸੇ ਸੈਸ਼ਨ ਦੇ ਵਿੱਚ ਆਪਾਂ ਨਾਲ ਲੈ ਲਈਏ। ਇੰਪੋਰਟੈਂਟ ਸਵਾਲ ਨੇ, ਇਹਨਾਂ ਤੇ ਗੱਲ ਕਰਨੀ ਬਣਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਪਰ ਹੁਣ ਵਕਤ ਨਹੀਂ ਦੇ ਰਿਹਾ। ਇਸ ਕਰਕੇ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਸੈਸ਼ਨ ਲਈ ਬਹੁਤ ਧੰਨਵਾਦ। ਕੱਲ ਦੇ ਸੈਸ਼ਨ ਦੇ ਵਿੱਚ ਬਹੁਤ ਮਹੱਤਵਪੂਰਨ ਸੈਸ਼ਨ ਕਰ ਰਹੇ ਹਾਂ। ਅਸੀਂ ਨੌਜਵਾਨਾਂ ਦਾ ਇੱਕ ਸੈਸ਼ਨ ਕੀਤਾ, ਕੱਲ ਅਸੀਂ ਬੱਚਿਆਂ ਦਾ ਸੈਸ਼ਨ ਕਰ ਰਹੇ ਹਾਂ। ਉਹਦੇ ਵਿੱਚ ਬਾਲ ਸਰੋਕਾਰਾਂ ਤੇ ਬਾਲ ਸਾਹਿਤ ਬਾਰੇ 3 ਪੈਨਲਿਸਟ ਅਸੀਂ ਬੁਲਾ ਰਹੇ ਹਾਂ, ਜਿਹਦੇ ਵਿੱਚ ਇੱਕ ਪੈਨਲਿਸਟ ਹੋਣਗੇ ਆਸਟ੍ਰੇਲੀਆ ਮੈਲਬੌਰਨ ਤੋਂ ਹਰਪ੍ਰੀਤ ਕੌਰ ਸੰਧੂ, ਇੱਕ ਪੈਨਲਿਸਟ ਹੋਣਗੇ ਦਰਸ਼ਨ ਆਸਤੀ, ਤੇ ਤੀਜੇ ਪੈਨਲਿਸਟ ਹੋਣਗੇ ਸਤਪਾਲ ਭੀਖੀ ਜੋ ਸਾਡੇ ਅਦਾਰੇ ਦੇ ਮੈਂਬਰ ਵੀ ਨੇ ਤੇ ਭਾਰਤੀ ਸਾਹਿਤ ਅਕਾਦਮੀ ਦਾ ਬਾਲ ਪੁਰਸਕਾਰ ਜੇਤੂ ਨੇ। ਦਰਸ਼ਨ ਆਸਤ ਹੋਰਾਂ ਨੇ ਵੀ ਬਾਲ ਸਾਹਿਤ ਦੇ ਵਿੱਚ ਸ਼੍ਰੋਮਣੀ ਬਾਲ ਲੇਖਕ ਨੇ। ਸੋ 3 ਬਾਲ ਲੇਖਕਾਂ ਨੂੰ, ਬਾਲ ਸਰੋਕਾਰਾਂ ਦੇ ਨਾਲ ਜੁੜੇ ਹੋਏ ਸ਼ਖਸੀਅਤਾਂ ਨੂੰ ਅਸੀਂ ਕੱਲ ਬੁਲਾ ਰਹੇ ਹਾਂ ਤੇ ਸਾਰੇ ਛੋਟੇ ਬੱਚਿਆਂ ਦਾ ਮਨੋਵਿਗਿਆਨ, ਉਹਨਾਂ ਦੇ ਮਸਲੇ, ਉਹਨਾਂ ਦੇ ਸਰੋਕਾਰ, ਉਹਨਾਂ ਦੀ ਗੱਲਾਂ ਬਾਤਾਂ ਕਰਾਂਗੇ ਆਪਾਂ 1 ਘੰਟਾ। ਸੋ ਇਸੇ ਤਰ੍ਹਾਂ ਜੁੜੇ ਰਹੋ ਦੋਸਤੋ। ਬਲਜੀਤ ਸਿੰਘ ਜੀ ਤੇ ਕੌਂਕੇ ਸਾਹਿਬ ਤੇ ਸਾਡੇ ਮੈਡਮ ਸਰਬਜੀਤ ਕੌਰ ਸੋਹਲ, ਡਾਕਟਰ ਸਤੀਸ਼ ਕੁਮਾਰ ਵਰਮਾ ਤੇ ਬਾਕੀ ਤੁਹਾਡਾ ਸਾਰੇ ਦੋਸਤਾਂ ਦਾ ਜਿਹੜੇ ਲਗਾਤਾਰ ਸਾਡੇ ਨਾਲ ਜੁੜੇ ਹੋਏ ਹੋ 21 ਦਿਨਾਂ ਤੋਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਆਪਾਂ ਕੱਲ ਇਸੇ ਵਕਤ ਇਸੇ ਵਰਚੁਅਲ ਸੰਸਾਰ ਰਾਹੀਂ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ। ਇਹ ਹੁਣ ਅਸਲੀ ਲੱਗਣ ਲੱਗ ਗਿਆ ਡਾਕਟਰ ਸਾਹਿਬ, ਹੁਣੇ ਵਰਚੁਅਲ ਕਿੱਥੇ ਰਹਿ ਗਿਆ। ਇੰਨੀ ਸਾਂਝ ਪਵਾ ਦਿੱਤੀ ਇਹਨੇ ਸਾਰਿਆਂ ਨਾਲ। ਸੋ ਬਹੁਤ ਸ਼ੁਕਰੀਆ ਬਲਜੀਤ ਜੀ, ਤੁਹਾਨੂੰ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ। ਧੰਨਵਾਦ, ਬਹੁਤ ਬਹੁਤ ਧੰਨਵਾਦ। ਸਮਾਂ ਖਲੋਂਦਾ ਹੀ ਨਹੀਂ ਤਾਂ ਅਸੀਂ ਜਾਣਨਾ ਦਈਏ ਤੁਹਾਨੂੰ। ਕਿਆ ਬਾਤ ਹੈ, ਕਿਆ ਬਾਤ ਹੈ। 24 ਘੰਟੇ ਬਾਅਦ ਪੜ ਲੈਣਾ ਜੀ। ਚਲੋ ਇਨਸ਼ਾਅੱਲਾ। ਹਾਂ, 24 ਘੰਟੇ ਬਾਅਦ ਫਿਰ ਮਿਲਦੇ ਹਾਂ ਜੀ। ਠੀਕ ਹੈ ਜੀ। ਬਹੁਤ ਸ਼ੁਕਰੀਆ ਜੀ, ਬਹੁਤ